ज्ञान ध्यान किछ कर्म न जाना, सार ना जाना तेरी। सब ते वड्डा सतगुर नानक, जिन कल राखी मेरी। ज्ञान ध्यान दा पता ना कोई, सार ना मैं तेरी जानदा। ज्ञान ध्यान दा पता ना कोई, सार ना मैं तेरी जानदा। सार नाम मैं तेरी जानदा। दाता जी 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 ध्यान दा पता ना कोई, सार नाम तेरी जानदा। ज्ञान ध्यान दा पता ना कोई, सार नाम तेरी जानदा। ध्यान दा पता ना कोई, सार नाम तेरी जानदा। परम सन्मानयोग जुगो जुग अटल श्री गुरु ग्रंथ साहिब पातशाह दी पावन और पवित्र हजूरी विच जिन्नी भी संगत बैठ करके हाजरी भर रहे हों, धनता दे योग हाँ आपां सारे जिन्हां जिन्हां नूं घोर कलयुग दे ऐसे समय विच सत्संग करन दा नाम जपण दा सुभागा समा प्राप्त होया। आओ काफ़ी समय तो बैठ करके गुरु सवारियां पासों आप जी ने अमृतमयी बाणी दी विचार शब्द कीर्तन कवितावां कविश्रियां दे राहीं गुरु नानक दे घर दी महिमा सरवण कीती। जिन्ना क समा सतगुर होर किरपा करदे है, प्यार सत्कार नाल रल के हाजरी भरन दा यतन करना है। गुरु साहब किरपा करन, संगत असीस देवे। जेड़े हुण तक नहीं बोले आपो अपनी हाजरी लवायो, बुलंद आवाज विच सारे फतेह बुलायो।
ਪਿਆਰ ਨਾਲ ਫੇਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗੀ ਸਿੰਘਾਂ ਨੇ ਪਹਿਲਾਂ ਸ਼ਬਦ ਕੀਰਤਨ ਬੜੇ ਆਨੰਦ ਦਾ ਕੀਤਾ ਹੈ, ਉਹ ਵੀ ਮਾਲਕ ਦਾ ਜਸ ਗੁਰਮੁਖ। ਕੋਈ ਕਵੀਸ਼ਰ ਕਵਿਤਾ ਗਾ ਰਿਹਾ, ਉਹ ਵੀ ਮਾਲਕ ਦਾ ਜਸ ਹੈ। ਬੱਚਿਆਂ ਨੇ ਕਵਿਤਾਵਾਂ ਗਾਈਆਂ, ਮਾਲਕ ਦਾ ਜਸ ਹੈ। ਇਹਨਾਂ ਪ੍ਰੋਗਰਾਮਾਂ ਦਾ ਮੁੱਖ ਮਕਸਦ ਵੀ ਇਹੀ ਹੁੰਦਾ ਹੈ, ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ। ਜਿਹੜੇ ਜਿਹੜੇ ਇਹ ਕਾਰਜ ਕਰਦੇ ਆ ਉਹਨਾਂ ਨੂੰ ਮਹਾਰਾਜ ਨੇ ਮਾਣ ਪਤਾ ਕੀ ਦਿੱਤਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਸਤਿਗੁਰ ਕਹਿੰਦੇ ਅਸੀਂ ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਮੰਗਦੇ ਆਂ ਜੋ ਆਪ ਵੀ ਜਪਣ ਤੇ ਹੋਰਨਾਂ ਨੂੰ ਵੀ ਜਪਾਉਣ। ਤੇ ਇੱਥੇ ਬੈਠ ਕੇ ਗੁਰਮੁਖੋ ਆਪਾਂ ਦੂਰਾ ਲਾਹਾ ਪ੍ਰਾਪਤ ਕਰਨਾ ਹੈ। ਜਿੱਥੇ ਸੁਣ ਰਹੇ ਹੋ ਨਾ, ਜਦੋਂ ਕਹੀਦਾ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਉਦੋਂ ਸਾਰੇ ਵਾਹਿਗੁਰੂ ਕਿਹਾ ਕਰੋ। ਇਹ ਜਪਾਉਣ ਦਾ ਇੱਕ ਤਰੀਕਾ ਹੀ ਹੈ। ਇੱਕ ਵਾਰੀ ਵਾਹਿਗੁਰੂ ਕਹਿਣ ਦੇ ਨਾਲ ਚਾਰੇ ਯੁੱਗਾਂ ਦਾ ਭਜਨ ਹੋ ਜਾਂਦਾ। ਕਈ ਮੰਨਦੇ ਆ ਨਾ ਵੀ ਸਤਜੁਗ ਵਿੱਚ ਆ ਜਪਿਆ, ਤ੍ਰੇਤੇ ਚ ਆ ਜਪਿਆ, ਦੁਆਪਰ ਚ ਆ ਜੁਗਿਆ। ਮਹਾਰਾਜ ਕਹਿੰਦੇ ਵਾਹਿਗੁਰੂ ਕਹਿ, ਪਿੱਛੇ ਸੋਚਣ ਦੀ ਲੋੜ ਨਹੀਂ, ਤੇਰਾ ਭਲਾ ਹੀ ਹੋਊਗਾ। ਅੱਗੇ ਸਮਝ ਚੱਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ। ਜਿੰਨੇ ਵੀ ਗੁਰਸਿੱਖ ਗੁਰੂ ਨਾਨਕ ਦੇ ਘਰ ਤੋਂ ਵਰਸਾਏ ਗਏ, ਕਈ ਉਹ ਸੀ ਜਿਨ੍ਹਾਂ ਦਾ ਜੀਵਨ ਪਿੱਛੇ ਗੰਧਲਿਆ ਹੋਇਆ ਸੀ। ਕੌਡਾ ਰਾਖਸ਼ ਸੇਖ ਸੱਜਣ, ਜਿਹਨੂੰ ਕਈ ਸੱਜਣ ਠੱਗ ਕਹਿੰਦੇ ਐ, ਨਾਮ ਉਹਦਾ ਸੇਖ ਸੱਜਣ ਸੀ, ਪਰ ਅੰਦਰੋਂ ਬਿਰਤੀ ਤਾਂ ਠੱਗ ਵਾਲੀ ਹੋਈ ਸੀ। ਗੁਰੂ ਮੇਰੇ ਸਤਿਗੁਰ ਨੇ ਉਹਨੂੰ ਵੀ ਕਿਹਾ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਨ, ਜਿੱਥਾ ਲੇਖਾ ਮੰਗੀ ਐ ਤਿੱਥਾ ਖੜੇ ਦਿਸਨ। ਕਹਿੰਦੇ ਸੱਜਣ ਉਹ ਹੁੰਦੇ ਐ ਜਿਹੜੇ ਹਰ ਵੇਲੇ ਨਾਲ ਚੱਲਣ, ਜੇ ਕਿਤੇ ਵਿਪਤਾ ਆ ਜੀ ਉਦੋਂ ਵੀ ਨਾਲ ਖੜਨ। ਇੱਥੇ ਤਾਂ ਸੁੱਖ 'ਚ ਤਾਂ ਸਾਰੇ ਮਿੱਤਰ ਐ, ਦੁੱਖ ਵੇਲੇ ਦੁਨੀਆ ਸਾਥ ਛੱਡ ਜਾਂਦੀ ਐ। ਐਦਾਂ ਨਹੀਂ, ਹਰ ਵੇਲੇ ਦੁੱਖ ਵਿੱਚ ਵੀ ਜਦੋਂ ਲੇਖਾ ਹਿਸਾਬ ਕਿਤਾਬ ਮੰਗਿਆ ਜਾਣਾ, ਉਦੋਂ ਵੀ ਜਿਹੜੇ ਨਾਲ ਖੜਨ ਉਹ ਐ ਸੱਚੇ ਸੱਜਣ। ਭੂਮੀਆਂ ਵੈਸੇ ਤਾਂ ਜ਼ਿਮੀਂਦਾਰ ਸੀ ਤਕੜਾ, ਪਰ ਚੋਰੀ ਦੀ ਆਦਤ ਸੀ। ਲੁੱਟਾਂ ਖੋਹਾਂ ਕਰਦਾ। ਮੇਰੇ ਗੁਰੂ ਨਾਨਕ ਸਾਹਿਬ ਉਹਨੂੰ ਮਿਲਦੇ ਨੇ ਤੇ ਇਹੀ ਕਿਹਾ, ਕਹਿੰਦੇ 3 ਵਚਨਾਂ ਤੇ ਪਹਿਰਾ ਦੇਣਾ ਹੈ। ਪਹਿਲਾ ਸੀ ਸੱਚ ਬੋਲ, ਦੂਜਾ ਲੂਣ ਖਾ ਕੇ ਹਰਾਮ ਨਹੀਂ ਕਰਨਾ। ਇਹਦਾ ਭਾਵ ਥੋੜਾ ਜਿਹਾ ਸਮਝਿਓ। ਲੂਣ ਖਾਣ ਦਾ ਇਹ ਨਹੀਂ ਸੀ ਵੀ ਜੇ ਮਿੱਠਾ ਖਾਦਾ ਤੇ ਘਰ ਲੁੱਟ ਲਈਏ। ਲੂਣ ਖਾਣ ਤੋਂ ਭਾਵ ਉਦੋਂ ਇਹ ਮੰਨਿਆ ਜਾਂਦਾ ਸੀ ਵੀ ਜੇ ਕਿਸੇ ਦਾ ਥੋੜਾ ਜਿਹਾ ਵੀ ਖਾ ਲਿਆ ਨਾ, ਉਹਦੇ ਨਾਲ ਧੋਖਾ ਨਹੀਂ ਕਰਨਾ, ਕਿਉਂਕਿ ਦਾਲਾਂ ਸਬਜ਼ੀਆਂ ਘਰਾਂ 'ਚ ਹੁੰਦੀਆਂ ਸੀ। ਧਨੀਆ ਜਿਹਨੂੰ ਪੀਸ ਕੇ ਮਸਾਲਾ ਬਣਾਉਂਦੇ, ਹਲਦੀ ਮਿਰਚਾਂ ਘਰਾਂ 'ਚ ਹੁੰਦੀਆਂ ਸੀ, ਬਸ ਲੂਣ ਨਹੀਂ ਸੀ ਮਿਲਦਾ, ਇਹ ਮੁੱਲ ਲਿਆਉਣਾ ਪੈਂਦਾ ਸੀ। ਇਹੀ ਦੁਨੀਆ ਕਹਿੰਦੀ ਸੀ ਲੂਣ ਘੱਟ ਖਾਓ। ਹੁਣ ਵੀ ਡਾਕਟਰ ਕਹਿੰਦੇ ਆ ਲੂਣ ਘੱਟ ਖਾਣਾ ਚਾਹੀਦਾ, ਘੱਟ ਤੋਂ ਘੱਟ ਵਰਤੋਂ ਕਰੋ। ਤੇ ਮਹਾਰਾਜ ਦੇ ਕਹਿਣ ਦਾ ਭਾਵ ਇਹ ਸੀ ਵੀ ਜਿਹਦਾ ਥੋੜਾ ਜਿਹਾ ਵੀ ਖਾ ਲਿਆ, ਉਹਦੇ ਨਾਲ ਵੀ ਧੋਖਾ ਨਹੀਂ ਕਰੀਦਾ, ਹਰਾਮ ਪੁਣਾ ਨਹੀਂ ਕਰਨਾ। ਫਿਰ ਗਰੀਬ ਮਾਰ ਨਹੀਂ ਕਰਨੀ ਤੇ ਗਰੀਬ ਮਾਰ ਹੋਣ ਵੀ ਨਹੀਂ ਦੇਣੀ। ਇਹ ਭੂਮੀਏ ਨੇ ਬਚਨ ਕਮਾਲੇ। ਆ ਜਦੋਂ ਜਾਂਦੇ ਹੋ ਨਾ ਬੰਗਾਲ ਵੱਲ, ਰਾਜਾ ਥਰਾਜ ਸੀ ਇੱਧਰ ਦਾ, ਉੱਥੇ ਹੋਈ ਸੀ ਘਟਨਾ ਗੁਰੂ।
मेरे सतगुर ने ਤਿੰਨ ਬਚਨ ਕਹੇ ਭੂਮੀਏ ਨੇ ਕਮਾਲੇ ਤੇ ਉਹ ਫਿਰ ਰਾਜੇ ਦਾ ਵਜ਼ੀਰ ਬਣਿਆ ਸੀ। ਪੜੋ ਇਤਿਹਾਸ। ਪਰ ਦੁੱਖ ਇਸ ਗੱਲ ਦਾ ਹੈ ਅੱਜ ਅਸੀਂ ਪੜ੍ਹਨਾ ਲਿਖਣਾ ਛੱਡ ਗਏ ਗੁਰਮੁਖ। ਤੇ ਵੀ ਬੇਨਤੀ ਕਰਦੇ ਆ ਜੇ ਪੜ੍ਹਨਾ ਚਾਹੁੰਦੇ ਹੋ ਨਾ ਜ਼ਿਆਦਾਤਰ ਪੁਰਾਤਨ ਗ੍ਰੰਥਾਂ ਨੂੰ ਪੜ੍ਹਿਆ ਕਰੋ ਜੇ ਸ਼ਰਧਾ ਬਣਾਉਣੀ। ਹੁਣ ਕਈ ਵਾਰੀ ਕਿਸੇ ਨੂੰ ਤਾਂ ਕਾਹਨੂੰ ਕਹਿਣਾ ਮੈਂ ਆਪਣੇ ਤੇ ਹੀ ਲਾ ਲਾਂ, ਅਸੀਂ ਸੁਣੀ ਸੁਣਾਈ ਗੱਲ ਕਰ ਦਿੰਦੇ ਆ। ਇੱਕ ਗੱਲ ਤੁਸੀਂ ਕਿਸੇ ਨੂੰ ਕਹਿ ਦੋ 10 ਤੱਕ ਜਾਂਦੀ ਜਾਂਦੀ ਦਾ ਅੱਧ ਰਹਿ ਜਾਂਦਾ ਗੁਰੂ, ਨਹੀਂ ਪੱਲੇ ਪੈਂਦੀ ਪੂਰੀ। ਇਸੇ ਕਰਕੇ ਇਤਿਹਾਸਕ ਸ਼ੰਕੇ ਪਏ ਹੋਏ ਨੇ। ਆ ਜਿਹੜਾ ਰੌਲਾ ਬਾਦ ਵਿਵਾਦ ਹੈ, ਝਗੜਿਆਂ ਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ, ਅਸੀਂ ਫੇਰ ਉਹਨਾਂ ਝਗੜਿਆਂ 'ਚ ਪਏ ਹੋਏ ਹਾਂ। ਇੱਕ ਮਾੜੀ ਗੱਲ ਹੋਰ ਹੈ ਕਿ ਅਸੀਂ ਦੂਜਿਆਂ ਦੇ ਔਗਣ ਦੇਖਣ ਲੱਗ ਗਏ ਗੁਰੂ। ਜੇ ਮੇਰੇ ਗੁਰੂ ਨਾਨਕ ਸਾਹਿਬ ਇਕੱਲੇ ਔਗਣ ਦੇਖਣ ਲੱਗ ਜਾਂਦੇ ਫਿਰ ਇੰਨਾ ਦਾ ਭਲਾ ਨਹੀਂ ਸੀ ਹੋਣਾ। ਮੇਰੇ ਸਤਿਗੁਰ ਜਿੱਥੇ ਵੀ ਗਏ ਉਹਦਾ ਗੁਣ ਦੇਖਿਆ ਵੀ ਤੇਰੇ ਵਿੱਚ ਆ ਗੁਣ ਵੀ ਹੈਗਾ, ਇਹਨੂੰ ਮੂਹਰੇ ਲਿਆ। ਨਾਮ ਤਾਂ ਕਹਿੰਦੇ ਸੱਜਣ ਰੱਖਿਆ, ਸੱਜਣ ਦਾ ਗੁਣ ਮਤਲਬ ਆ ਹੁੰਦਾ, ਦੱਸਿਆ ਉਹਨੂੰ, ਪੂਜਣਯੋਗ ਹੋ ਗਿਆ। ਇਧਰ ਜੱਬਲਪੁਰ ਦਾ ਇਲਾਕਾ ਜਿੱਥੇ ਕੌਡਾ ਰਾਖਸ਼ ਰਹਿੰਦਾ ਹੈ, ਉੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੈ, ਗੁਰਦੁਆਰਾ ਮੜਾ ਤਾਲ। ਕਬਰਾਂ ਸੀਗੀਆਂ, ਕੋਲੇ ਪਾਣੀ ਸੀ, ਢਾਬ ਉਦੋਂ ਉੱਥੇ ਹੀ ਰਹਿੰਦਾ ਹੁੰਦਾ। ਜਾਨਵਰ ਪਸ਼ੂ ਮਾਰ ਕੇ ਖਾਣੇ, ਪੰਛੀਆਂ ਨੂੰ ਵੀ ਖਾਂਦਾ, ਕਦੇ ਕਦੇ ਮਨੁੱਖਾਂ ਨੂੰ ਵੀ ਮਿਲ ਜੇ ਕੋਈ ਤੇ ਮਾਰ ਕੇ ਖਾ ਜਾਂਦਾ ਸੀ। ਮਰਦਾਨਾ ਜੀ ਨੂੰ ਖਾਣ ਨਹੀਂ ਲੱਗਾ ਸੀ। ਮੇਰੇ ਸਤਿਗੁਰ ਉਹਨੂੰ ਵੀ ਮਿਲੇ, ਠੱਗ ਪੁਣਾ ਦੂਰ ਕਰਕੇ ਗੁਰਮਖੋ ਉਹਨੂੰ ਵੀ ਭਾਈ ਕੌਡਾ ਬਣਾਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਉੱਥੇ ਵੀ ਨਮਸਕਾਰ ਹੁੰਦੀ ਹੈ। ਬੁਰੇ ਨੂੰ ਬੁਰਾ ਕਹਿ ਕੇ ਭੰਡਣਾ ਗੱਲ ਹੋਰ ਹੈ, ਇਹ ਤਾਂ ਸਾਰੇ ਕਰ ਲਾਂਗੇ ਆਪਾਂ। ਕਿਸੇ ਵਿੱਚ ਔਗਣ ਹੈ, ਉਹ ਤਾਂ ਇੱਕ ਚ ਹੈ, ਆਪਾਂ 10 ਨੂੰ ਹੋਰ ਦੱਸਦਾ, ਫਿਰ ਮਾੜੇ ਆਪਾਂ ਵੱਧ ਹੋਏ ਨਾ। ਇਦਾਂ ਨਹੀਂ। ਸਵਾਦਤਾ ਤਾਂ ਹੈ ਉਹਦੇ ਨਾਲ ਬੈਠ ਬੈਠ ਕੇ ਗਿਆਨ ਗੋਸ਼ਟੀ ਕਰ। ਜੇ ਹੁਣ ਮੇਰੀ ਗੱਲ ਕੋਈ ਗਲਤ ਲੱਗੇ, ਤੁਸੀਂ ਕਹਿ ਸਕਦੇ ਹੋ ਭਾਈ ਸਾਹਿਬ ਸਾਨੂੰ ਆਹ ਗੱਲ ਇਦਾਂ ਲੱਗੀ। ਇਹ ਹੁੰਦੀ ਆ ਵਿਚਾਰ ਚਰਚਾ, ਪਰ ਇੱਥੇ ਵਿਚਾਰ ਕੋਈ ਕਰਨ ਨੂੰ ਤਿਆਰ ਨਹੀਂ। ਬਸ ਤੂੰ ਮੈਨੂੰ ਤੇ ਮੈਂ ਤੈਨੂੰ ਨਿੰਦਣ ਤੇ ਜ਼ੋਰ ਹੈ ਗੁਰੂ। ਇਹ ਕੰਮ ਮਾੜਾ ਹੈ, ਇਹ ਸਾਨੂੰ ਛੱਡਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਮਹਾਰਾਜ ਕਹਿੰਦੇ ਨੇ ਸਾਂਝ ਕਰੀਜੈ ਗੁਣ ਹੈ ਕੇਰੀ। ਸਾਂਝ ਤੋਂ ਭਾਵ ਹੈ ਇੱਕ ਗੁਣ ਤੇਰੇ ਵਿੱਚ ਹੈ, ਇੱਕ ਮੇਰੇ ਵਿੱਚ ਹੈ। ਮੇਰੇ ਵਾਲਾ ਗੁਣ ਤੁਸੀਂ ਲੈ ਲਿਆ, ਤੁਹਾਡੇ ਵਾਲਾ ਮੈਂ ਲੈ ਲਿਆ, ਤੇ ਦੋਨਾਂ ਕੋਲੇ 2-2 ਗੁਣ ਹੋ ਗਏ ਨਾ। ਐ ਗੁਣ ਵੱਧਦੇ ਨੇ। ਇੱਕ ਚੀਜ਼ ਛੱਡਣੀ ਵੀ ਪੈਣੀ ਹੈ। ਕਿਹੜੀ? ਛੋੜ ਅਵਗੁਣ ਚੱਲੀਏ। ਜੇ ਔਗਣ ਨੇ ਉਹਨਾਂ ਨੂੰ ਛੱਡ ਦੇ। ਜੇ ਆਪ ਨੂੰ ਪਤਾ ਨਹੀਂ ਲੱਗਦਾ ਨਾ, ਕੋਈ ਦੂਜਾ ਦੱਸਦਾ ਤੇ ਮੰਨਣਾ ਚਾਹੀਦਾ। ਜਿਵੇਂ ਸ਼ੀਸ਼ਾ ਹੈ ਨਾ, ਹੁਣ ਪੱਗ ਤੇ ਮੱਖੀ ਬੈਠੀ ਹੈ, ਦਾਗ ਲੱਗਿਆ ਜਾਂ ਧਾਗਾ ਲਮਕਦਾ ਹੈ ਦਸਤਾਰ ਚੋਂ, ਤੇ ਆਪਾਂ ਸ਼ੀਸ਼ੇ ਮੂਹਰੇ ਖਲੋਨੇ ਆ, ਉਹ ਦੱਸਦਾ ਹੈ ਨਾ ਵੀ ਆਹ ਘਾਟ ਹੈ, ਆਪਾਂ ਉਹਨੂੰ ਦੂਰ ਕਰਦੇ ਆ, ਮੈਂ ਸੋਹਣਾ ਲੱਗਾ। ਇਹ ਤਾਂ ਨਹੀਂ ਵੀ ਆਪਾਂ ਸ਼ੀਸ਼ਾ ਹੀ ਤੋੜ ਦਈਏ ਗੁਰਮੁਖੋ, ਫਿਰ ਕੋਈ ਸਿਆਣਾ ਨਹੀਂ ਕਹੂਗਾ। ਤੇ ਅੱਜ ਖਿਮਾ ਕਰਿਓ, ਕਿਸੇ ਨੂੰ ਗੱਲ ਬੁਰੀ ਨਾ ਲੱਗ ਜੇ, ਮਾਫੀ ਮੰਗ ਲਾਂ। ਮਾਫ ਕਰਨਾ, ਅਸੀਂ ਸ਼ੀਸ਼ੇ ਹੀ ਤੋੜੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਤਾਂ ਹਾਲਾਤ ਉਹ ਬਣ ਗਏ, ਕੋਈ ਅੰਨਾ ਮਨੁੱਖ ਕਹਿੰਦੇ ਤੁਰਿਆ ਜਾਂਦਾ, ਸ਼ਾਮ ਦਾ ਟਾਈਮ ਹੈ, ਤੇ ਕਿਸੇ ਸਿਆਣੇ ਨੇ ਉਹਨੂੰ ਲਾਲਟੈਨ ਫੜਾਤੀ। ਲਾਲਟੈਨ ਫੜਾ ਕੇ ਕਹਿੰਦਾ ਭਾਈ ਤੈਨੂੰ ਨਹੀਂ ਦਿਖਦਾ, ਸ਼ਾਮ ਦਾ ਟਾਈਮ ਹੈ, ਹਨੇਰਾ ਹੈ, ਤੇ ਤੂੰ ਆ ਲਾਲਟੈਨ ਲੈ ਜਾ। ਉਹ ਜਿਹੜਾ ਨੇਤਰਹੀਣ ਸੀ ਉਹ ਕਹਿੰਦਾ ਮਜ਼ਾਕ ਕਰਦਾ ਮੇਰੇ ਨਾਲ, ਦਿਖਦਾ ਤਾਂ ਮੈਨੂੰ ਹੈ ਨਹੀਂ, ਮੈਨੂੰ ਲਾਲਟੈਨ ਦਾ ਕੀ ਫਾਇਦਾ। ਤੇ ਜਿਹੜਾ ਦੂਜਾ ਸਿਆਣਾ ਲਾਲਟੈਨ ਫੜਾਉਣ ਵਾਲਾ ਸੀ
ਉਹ ਕਹਿੰਦਾ ਕੀ ਹੋਇਆ ਜੇ ਤੈਨੂੰ ਨਹੀਂ ਦਿਖਦਾ, ਹਨੇਰਾ ਹੈ। ਚਾਨਣ ਹੁੰਦਾ ਦੇਖ ਕੇ ਜਿਹੜਾ ਮੂਹਰੋਂ ਆਉਂਦਾ ਹੋਊ ਉਹਨੂੰ ਤਾਂ ਪਤਾ ਲੱਗ ਜੂ ਵੀ ਕੋਈ ਚੀਜ਼ ਆ ਰਹੀ ਹੈ, ਚਾਨਣ ਹੋ ਰਿਹਾ, ਬਚਾਅ ਹੋ ਜਾਊਗਾ। ਚਲੋ ਕਹਿੰਦਾ ਇਹ ਠੀਕ ਹੈ। ਲਾਲਟਨ ਲੈ ਕੇ ਤੁਰ ਪਿਆ। ਤੁਰਿਆ ਜਾਂਦਾ ਸੀ, ਮੂਹਰੋਂ ਕੋਈ ਇੱਕ ਹੋਰ ਨੇਤਰਹੀਣ ਆਉਂਦਾ। ਲਾਲਟਨ ਉਹਨੂੰ ਵੀ ਕਿਸੇ ਨੇ ਫੜਾਈ ਹੋਈ, ਉਵੇਂ ਹੀ ਸਮਝਾ ਕੇ ਤੇ ਰਾਹ ਚ ਆ ਕੇ ਦੋਵੇਂ ਇੱਕ ਦੂਜੇ ਚ ਵੱਜੇ। ਗੁਰੂ ਲਾਲਟੈਨਾਂ ਫੁੱਟ ਗਈਆਂ। ਪਹਿਲਾ ਕਹਿੰਦਾ ਓਏ ਤੈਨੂੰ ਪਤਾ ਨਹੀਂ ਮੇਰੇ ਕੋਲ ਲਾਲਟੈਨ ਹੈ। ਦੂਜਾ ਕਹਿੰਦਾ ਤੈਨੂੰ ਨਹੀਂ ਦਿਖਦਾ ਮੇਰੇ ਕੋਲੇ ਲਾਲਟੈਨ ਹੈ। ਅਸਲ ਵਿੱਚ ਦੋਵੇਂ ਹੀ ਅੰਨੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਸ ਲਾਲਟੈਨਾਂ ਦਾ ਹੀ ਨੁਕਸਾਨ ਕੀਤਾ। ਉਹੀ ਹਾਲ ਗੁਰਮੁਖੋ ਅੱਜ ਸਮਾਜ ਦਾ ਹੁੰਦਾ ਜਾ ਰਿਹਾ ਹੈ। ਮੇਰੀ ਤਾਂ ਬੇਨਤੀ ਹੈ ਦਾਤਾ, ਜੇ ਸਾਡੀ ਕੀਤੀ ਸੇਵਾ ਸਿਮਰਨ ਤੈਨੂੰ ਮਨਜ਼ੂਰ ਹੈ, ਇਹਦਾ ਫਲ ਉਹਨਾਂ ਗਲਤ ਰਾਹੇ ਜਾਣ ਵਾਲਿਆਂ ਦੀ ਝੋਲੀ ਪਾ ਕੇ ਉਹਨਾਂ ਨੂੰ ਵੀ ਆਪਣੇ ਬਣਾ ਲਓ। ਇਹੀ ਅਰਦਾਸ ਕਰਿਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ 'ਚ ਕੋਈ ਚੰਗੇ ਹੀ ਨਹੀਂ ਹੁੰਦੇ, ਬੁਰੇ ਵੀ ਹੁੰਦੇ ਨੇ। ਮਾਲਕਾ ਜੇ ਸੇਵਾ ਮਨਜ਼ੂਰ ਹੈ, ਇਹਦਾ ਫਲ ਉਹਨਾਂ ਨੂੰ ਦੇ ਜਿਹੜੇ ਕੁਰਾਹੇ ਪਏ ਹੋਏ ਨੇ, ਤਾਂ ਕਿ ਉਹ ਵੀ ਚੰਗੇ ਇਨਸਾਨ ਬਣਨ, ਚੰਗੇ ਗੁਣਾਂ 'ਚ ਵਾਧਾ ਕਰਨ। ਗੁਰੂ ਜਿਵੇਂ ਨੇਤਰਹੀਣਾ ਨੇ ਲਾਲਟੈਨਾਂ ਭੰਨੀਆਂ, ਕਿਤੇ ਉਹ ਹਾਲ ਆਪਣਾ ਨਾ ਹੋ ਜੇ। ਜੇ ਅੱਜ ਹਾਲਾਤ ਵੇਖੋ ਤੇ ਹੁੰਦਾ ਹੀ ਜਾ ਰਿਹਾ। ਅਸੀਂ ਆਪਣੇ ਆਪ ਨੂੰ ਚੰਗਾ ਕਹਾਉਣ ਵਾਸਤੇ ਦੂਜੇ ਦੇ ਔਗਣ ਦੱਸਾਂਗੇ, ਚਾਹ ਵੀ ਘਾਟ ਆਇਆ, ਵੀ ਘਾਟ ਆਇਆ, ਵੀ ਘਾਟ ਆਇਆ। ਪਰ ਇਹ ਮਾਰਗ ਗੁਰੂ ਨਾਨਕ ਦਾ ਨਹੀਂ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤਾਂ ਤਰੀਕਾ ਹੀ ਹੋਰ। ਹਰਿਦੁਆਰ ਸਾਹਿਬ ਜਾਂਦੇ ਨੇ ਸਾਹਿਬ ਗੁਰੂ ਨਾਨਕ ਜੀ, ਤੇ ਹਿੰਦੂ ਵੀਰ ਸੂਰਜ ਨੂੰ ਪਾਣੀ ਦੇ ਰਹੇ ਸੀ ਨਾ, ਜਾਣਦੇ ਹੀ ਹੋ ਇਤਿਹਾਸ। ਜਾ ਕੇ ਉਹਨਾਂ ਦੀ ਕੋਈ ਨਿੰਦਿਆ ਨਹੀਂ ਕੀਤੀ, ਕੋਈ ਵਿਰੋਧ ਨਹੀਂ ਕੀਤਾ। ਜੇ ਆਪਣੇ ਵਾਂਗੂ ਕਹਿੰਦੇ ਵੀ ਮੂਰਖੀ ਆ, ਲੱਗੇ ਪਏ ਆ, ਫਿਰ ਤਾਂ ਡਾਂਗ ਖੜਕਣੀ ਸੀ ਨਾ। ਆਪ ਵੀ ਗੁਰੂ ਨਾਨਕ ਉਸੇ ਪਾਣੀ 'ਚ ਵੜ ਗਏ ਜਿਹੜੇ ਚੋ ਖੜੇ ਸੀ, ਪਰ ਤਰੀਕਾ ਵੱਖਰਾ। ਉਹ ਚੜ੍ਹਦੇ ਵੱਲ ਪਾਣੀ ਦੇਣ, ਮਹਾਰਾਜ ਲੈਂਦੇ ਵੱਲ ਦੇਣ ਲੱਗ ਗਏ। ਉਹ ਸਗੋਂ ਕਹਿੰਦੇ ਕੋਈ ਅਣਜਾਣ ਯਾਤਰੀ ਆ ਗਿਆ, ਇਹਨੂੰ ਪਤਾ ਹੀ ਨਹੀਂ ਪਾਣੀ ਕਿੱਧਰ ਦੇਈਦਾ। ਹੁਣ ਕੌਣ ਦੱਸੇ ਵੀ ਸਾਰੇ ਅਣਜਾਣ ਹੋ, ਸਿਆਣਾ ਤਾਂ ਇਕੱਲਾ ਹੀ ਹੈ। ਕਹਿੰਦੇ ਅਣਜਾਣ ਆ ਗਿਆ ਕੋਈ। ਕਈ ਕਹਿੰਦੇ ਪੁੱਛੋ ਤਾਂ ਸਹੀ ਹੈ ਕਿਉਂ ਕਰਦਾ ਏਦਾਂ। ਜਦੋਂ ਆਏ ਪੁੱਛਿਆ, ਭਾਈ ਇੱਧਰ ਨੂੰ ਪਾਣੀ ਕਾਹਦੇ ਵਾਸਤੇ ਡੋਲਣ ਲੱਗੇ? ਮਹਾਰਾਜ ਕਹਿੰਦੇ ਮੈਂ ਤਾਂ ਤੁਹਾਨੂੰ ਦੇਖ ਕੇ ਲੱਗ ਗਿਆ ਸੀ, ਤੁਸੀਂ ਦੱਸੋ ਤੁਸੀਂ ਕਿਉਂ ਪਾਣੀ ਡੋਲਦੇ ਹੋ? ਉਹ ਕਹਿੰਦੇ ਸਾਡੇ ਵੱਡੇ ਵਡੇਰੇ ਧਰਮਰਾਜ ਕੋਲੇ ਫਸੇ ਹੋਏ। ਚਲੋ ਹਿੰਦੂ ਧਰਮ ਇਹ ਮੰਨਦਾ ਤੇ ਗੁਰਬਾਣੀ ਵਿੱਚ ਵੀ ਲਿਖਿਆ, ਰਵ ਕੇ ਸੁਤ ਕੋ ਤਿਨ ਤਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਵਤ ਹੈ। ਕਹਿੰਦੇ ਧਰਮ ਰਾਜਾ ਸੂਰਜ ਦਾ ਪੁੱਤ ਹੈ, ਤੇ ਧਰਮਰਾਜ ਕੋਲੇ ਸਾਡੇ ਵੱਡੇ ਵਡੇਰੇ ਫਸੇ ਨੇ। ਅਸੀਂ ਸੂਰਜ ਦੀ ਸੇਵਾ ਤਾਂ ਕਰਦੇ ਆਂ, ਉਹ ਆਪਦੇ ਪੁੱਤ ਨੂੰ ਕਹਿ ਕੇ ਸਾਡੇ ਵੱਡੇ ਵਡੇਰਿਆਂ ਦਾ ਕੁਛ ਭਲਾ ਕਰਾ ਦੇ। ਮਹਾਰਾਜ ਕਹਿੰਦੇ ਫਿਰ ਠੀਕ ਹੈ ਭਾਈ ਚੱਲੋ, ਹਟਾਇਆ ਨਹੀਂ ਹੈ। ਕਹਿੰਦੇ ਦੇਈ ਚੱਲੋ ਸੂਰਜ ਨੂੰ ਪਾਣੀ। ਤੁਸੀਂ ਸੂਰਜ ਨੂੰ ਪਾਣੀ ਦੇ ਰਹੇ ਹੋ ਤੇ ਮੈਂ ਕਣਕ ਬੀਜ ਕੇ ਆਇਆ ਸ੍ਰੀ ਕਰਤਾਰਪੁਰ ਸਾਹਿਬ। ਉਦੋਂ ਕਰਤਾਰਪੁਰ ਸਾਹਿਬ ਵਸ ਚੁੱਕਾ ਸੀ। ਮੈਂ ਤਾਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਕਹਿੰਦੇ ਭਲਿਆ ਮਾਨਸਾ ਪਾਣੀ ਖੇਤਾਂ 'ਚ ਥੋੜੀ ਜਾਂਦਾ, ਇਹ ਤਾਂ ਮੁੜ ਮੁੜ ਇੱਥੇ ਹੀ ਡੁੱਲੀ ਜਾ ਰਿਹਾ ਹੈ। ਸਤਿਗੁਰ ਕਹਿੰਦੇ ਜਿਹੜੀ ਗੱਲ ਮੈਨੂੰ ਕਹਿੰਦੇ ਹੋ ਕਿਤੇ ਤੁਸੀਂ ਵਿਚਾਰ ਕੀਤੀ? ਤੁਸੀਂ ਕਹਿੰਦੇ ਹੋ ਵੀ ਸੂਰਜ ਨੂੰ ਪਾਣੀ ਦਿੰਨੇ ਹੋ, ਜੇ ਸੂਰਜ ਤਾਂ ਪਤਾ ਹੀ ਨਹੀਂ ਕਿੰਨੇ ਕੁ ਕੋਹਾਂ, ਕੋਈ ਗਿਣਤੀ ਨਹੀਂ ਹੈ। ਜੇ ਤੁਹਾਡਾ ਦਿੱਤਾ ਪਾਣੀ ਉੱਥੇ ਪੁੱਜ ਸਕਦਾ ਤੇ ਮੇਰਾ ਕਰਤਾਰਪੁਰ ਸਾਹਿਬ ਕਿਉਂ ਨਹੀਂ ਪੁੱਜ ਸਕਦਾ? ਫਿਰ ਸੋਚਣ ਲਈ ਮਜਬੂਰ ਹੋ ਗਏ ਵੀ ਗੱਲ ਤਾਂ ਇਹਦੀ ਠੀਕ ਹੈ,
ਪਾਣੀ ਤਾਂ ਆਪਣਾ ਵੀ ਮੁੜ ਇੱਥੇ ਹੀ ਗੰਗਾ ਚ ਡੁੱਲੀ ਜਾਂਦਾ ਹੈ। ਫਿਰ ਉਹ ਇਕੱਠੇ ਹੋ ਕੇ ਕਹਿੰਦੇ ਦੱਸੋ ਕਹਿਣਾ ਕੀ ਚਾਹੁੰਦੇ ਹੋ। ਫਿਰ ਮੇਰੇ ਸਤਿਗੁਰ ਨੇ ਕਿਹਾ ਸੀ, ਕਹਿੰਦੇ ਭਾਈ ਜੇ ਪੂਜਾ ਕਰਨੀ ਹੈ ਨਾ, ਸੇਵਾ ਕਰਨੀ ਹੈ ਤਾਂ ਜਿਉਂਦੇ ਮਾਂ-ਬਾਪ ਦੀ ਕਰੋ, ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਮਰ ਕੇ ਹਰ ਬੰਦਾ ਆਪੋ ਆਪਣੇ ਕਰਮ ਭੋਗਦਾ ਗੁਰੂ। ਕਰਮਾਂ ਦੇ ਹਿਸਾਬ ਨਾਲ ਲੇਖਾ ਜੋਖਾ ਚੱਲਦਾ। ਹਾਂ ਗੁਰੂ ਸਾਹਿਬ ਨੂੰ ਦਇਆ ਆ ਜੇ ਤੇ ਗੱਲ ਵੱਖਰੀ। ਗੁਰੂ ਨਾਨਕ ਦੇ ਮਹਾਰਾਜ ਤਾਂ ਆਪ ਨਿਰੰਕਾਰ ਸਨ। ਕੱਲ ਵੀ ਬੇਨਤੀ ਕੀਤੀ ਸੀ ਨਾ, ਅਵਤਾਰ ਤਾਂ 24 ਮੰਨੇ ਆ ਸੰਸਾਰ ਨੇ। ਅਵਤਾਰ ਉਹ ਹੁੰਦਾ ਜਿਹਨੂੰ ਪਰਮੇਸ਼ਰ ਭੇਜੇ। ਇਹ ਤਾਂ ਆਪ ਹੀ ਪਰਮੇਸ਼ਰ ਪ੍ਰਗਟ ਹੋਇਆ। ਆਪ ਨਾਰਾਇਣ ਕੱਲਾ ਧਾਰ ਜਗ ਮਹਿ ਪਰਵਰੇ। ਹੁਣ ਤਾਂ ਹੀ ਪਿੱਛੇ ਕੋਈ ਨਾ ਕੋਈ ਘਾਟ ਸੀ। ਜਿਹੜਾ ਕੰਮ ਤੁਸੀਂ ਆਪ ਕਰ ਸਕਦੇ ਹੋ, ਜਿੰਨਾ ਮਰਜ਼ੀ ਦੂਜੇ ਨੂੰ ਦੱਸ ਦੋ, ਨਹੀਂ ਹੋਣਾ ਉਦਾਂ ਗੁਰੂ। ਇਹ ਤਾਂ ਆਪ ਹੀ ਨਿਰੰਕਾਰ ਸਰੂਪ ਮਨੁੱਖੀ ਜਾਮੇ ਵਿੱਚ ਵਿਚਰ ਰਹੇ ਸਨ। ਮੇਰੇ ਸਤਿਗੁਰ ਨਾਨਕ ਸਾਹਿਬ ਸਮਝਾਉਂਦੇ ਨੇ, ਕਹਿੰਦੇ ਜੇ ਸੇਵਾ ਕਰਨੀ ਹੈ ਜਿਉਂਦਿਆਂ ਦੀ ਕਰੋ। ਜਿਹੜਾ ਬਾਅਦ ਚ ਕਰਦੇ ਹੋ ਠੀਕ ਹੈ, ਤੀਰਥਾਂ ਤੇ ਜਾਓ, ਚੰਗੀ ਗੱਲ ਹੈ, ਕੋਈ ਮਿਲ ਜਾਂਦਾ ਰੱਬ ਦਾ ਪਿਆਰਾ। ਹੁਣ ਇੱਥੇ ਵੀ ਆਪਾਂ ਆਏ ਆ, ਸਤਸੰਗ ਨੂੰ ਵੀ ਮੇਰੇ ਮਾਲਕ ਨੇ ਤੀਰਥ ਦਾ ਹੀ ਦਰਜਾ ਦਿੱਤਾ ਹੈ। ਗੰਗਾ ਜਮਨਾ ਸਰਸਵਤੀ ਹੈ। ਵੈਸੇ ਤਾਂ ਹਿੰਦੂਆਂ ਨੇ 68 ਤੀਰਥ ਮੰਨੇ ਨੇ, ਤੀਰਥ ਤਾਂ ਹੈਗੇ ਬਾਲੇ, ਪਰ ਇੱਕ ਵਾਰੀ ਪਾਰਵਤੀ ਨੇ ਕਿਹਾ ਸੀ ਸ਼ਿਵ ਜੀ ਨੂੰ, ਕਹਿੰਦੀ ਜੀ ਸੁਣਿਆ ਤੀਰਥਾਂ ਤੇ ਨਹਾਉਣ ਨਾਲ ਭਲਾ ਹੁੰਦਾ ਹੈ। ਤੀਰਥ ਤਾਂ ਵਾਲੇ ਨੇ, ਬੰਦਾ ਕਿੱਥੇ ਕਿੱਥੇ ਜਾਊ। ਸ਼ਿਵ ਜੀ ਕਹਿੰਦੇ ਚੰਗਾ ਪਾਰਵਤੀ ਤੂੰ ਕੁਛ ਤੀਰਥਾਂ ਦਾ ਮੈਨੂੰ ਨਾਂ ਦੱਸ ਦੇ। ਫਿਰ ਉਦੋਂ ਦੇਵੀ ਪਾਰਵਤੀ ਨੇ 68 ਤੀਰਥ ਗਿਣੇ ਸੀ। ਤਾਂ ਉਹ ਮੰਨਦੇ ਆ। ਸ਼ਿਵ ਜੀ ਕਹਿੰਦੇ ਠੀਕ ਹੈ, ਜਿੰਨੇ ਤੀਰਥ ਤੂੰ ਦੱਸੇ ਨੇ, ਜਿਹੜਾ ਇੰਨਿਆਂ ਤੇ ਜਾਊ ਉਹਦਾ ਭਲਾ ਹੋ ਜੂ। ਪਰ ਗੁਰੂ ਨਾਨਕ ਦੇ ਮਹਾਰਾਜ ਦਾ ਜਿਹੜਾ ਮਾਰਗ ਚਲਾਇਆ ਸਿੱਖ ਧਰਮ, ਅੱਜ ਗੁਰੂ ਕੌਣ ਨੇ? ਗੁਰੂ ਗ੍ਰੰਥ ਸਾਹਿਬ। ਇਹ ਪਤਾ ਕੀ ਕਹਿੰਦੇ ਨੇ? ਕਹਿੰਦੇ ਜਿਤਨੇ ਤੀਰਥ ਦੇਵੀ ਥਾਪੇ। ਉਦੋਂ ਦੇਵੀ ਪਾਰਵਤੀ ਨੇ ਜਿੰਨੇ ਤੀਰਥਾਂ ਦਾ ਨਾਂ ਲਿਆ ਉਹਨੂੰ ਥਾਪਨਾ ਦਿੱਤੀ ਸ਼ਿਵ ਜੀ ਨੇ ਵੀ। ਠੀਕ ਹੈ, ਪ੍ਰਮਾਣ ਹੈ। ਪਰ ਸਤਿਗੁਰ ਕੁਛ ਹੋਰ ਕਹਿੰਦੇ ਨੇ, ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚਹਿ ਧੂਰ ਸਾਧੂ ਕੀ ਪਾਈ। ਕਹਿੰਦੇ ਉਹ ਤੀਰਥ ਵੀ ਸਾਧੂਆਂ ਦੀ ਚਰਨ ਧੂੜੀ ਚਾਹੁੰਦੇ ਨੇ। ਕਿਉਂ ਭਲਾ? ਕਿਲ ਵਿਖ ਮੈਲ ਭਰੇ ਪਰੈ ਹਮਰੇ ਵਿੱਚ। ਉਹ ਤੀਰਥ ਕਹਿੰਦੇ ਦੁਨੀਆ ਦੇ ਪਾਪੀ ਲੋਕ ਆ ਕੇ ਸਾਡੇ ਚ ਨਹਾ ਜਾਂਦੇ ਆ, ਉਹਨਾਂ ਦੀ ਮੈਲ ਸਾਨੂੰ ਲੱਗ ਜਾਂਦੀ। ਜਦੋਂ ਅਸੀਂ ਮੈਲ ਨਾਲ ਭਰ ਜਾਂਦੇ ਆ, ਫਿਰ ਅਸੀਂ ਕੋਈ ਸਾਧੂ ਜਨ ਲੱਭਦੇ ਆ। ਉਹ ਸਾਧੂ ਜਨ ਜਦੋਂ ਆਉਂਦੇ ਨੇ, ਉਹਨਾਂ ਦੇ ਆਉਣ ਨਾਲ ਸਾਡੀ ਮੈਲ ਲੈਂਦੀ ਆ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਕਿਲ ਵਿਖ ਮੈਲ ਭਰੇ ਪਰੇ ਹਮਰਾ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਕਹਿੰਦੇ ਜਦੋਂ ਸਾਨੂੰ ਮੈਲ ਲੱਗ ਜੇ, ਫਿਰ ਉਹ ਸਾਧੂਆਂ ਦੀ ਚਰਨ ਧੂੜੀ ਨਾਲ ਦੂਰ ਹੁੰਦੀ ਹੈ। ਤੇ ਸਾਧੂ ਕੌਣ ਹੈ? ਜਿਹਨੇ ਆਪਣੇ ਆਪ ਨੂੰ ਸਾਧਿਆ ਹੋਇਆ। ਮੇਰੇ ਗੁਰੂ ਨਾਨਕ ਦੇ ਮਹਾਰਾਜ ਜਿੱਥੇ ਚਰਨ ਪਾ ਗਏ, ਉਹ ਸਭ ਥਾਵਾਂ ਪੂਜਣ ਯੋਗ ਹੋਈਆਂ। ਆਈ ਧਿਆਨ ਨਾਲ ਇਧਰੋਂ ਹਲਦਾ। ਸਭ ਥਾਵਾਂ ਪੂਜਣ ਯੋਗ ਹੋਈਆਂ। ਗੁਰੂ ਗੋਬਿੰਦ ਸਿੰਘ ਜਿੱਥੇ ਚਰਨ ਪਾ ਗਏ, ਉਹ ਥਾਵਾਂ ਪੂਜਣ ਯੋਗ ਹੋਈਆਂ। ਇੱਥੇ ਹੀ ਵਸ ਨਹੀਂ। ਕੱਲ ਵੀ ਆਪਾਂ ਬੇਨਤੀ ਕੀਤੀ ਸੀ, ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਛਕ ਕੇ ਸਿੰਘ ਸਜਦਾ ਹੈ, ਉਹਨੂੰ ਵੀ ਹੋਰ ਨਾ ਜਾਣਿਓ, ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮੇਹੋ ਕਰੋ ਨਿਵਾਸ। ਕਹਿੰਦੇ ਖਾਲਸੇ ਵਿੱਚ ਮੇਰਾ ਵਸ ਹੈ, ਪਰ ਕਿਹਦੇ ਵਿੱਚ? ਜਿਹੜਾ ਰਹਿਤ ਬਹਿਤ ਦਾ ਪੱਕਾ, ਰਹਿਣੀ ਰਹੇ ਸੋਈ ਸਿੱਖ ਮੇਰਾ। ਉਹ ਸਾਹਿਬ ਮੈਂ ਉਸਕਾ ਚਿਹਰਾ। ਤੇ ਜਦੋਂ ਮਾਲਕ ਨੇ ਖਾਲਸੇ ਨੂੰ ਆਪਣਾ ਰੂਪ ਦੇਤਾ, ਖਾਲਸਾ ਐਸਾ ਚਾਹੀਦਾ ਜਿੱਥੇ ਜਾਵੇ
ਉੱਥੇ ਚੰਗਿਆਈ 'ਚ ਵਾਧਾ ਹੋਵੇ ਤੇ ਬੁਰਾਈ ਖਤਮ ਹੋਵੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਚਲਦੇ ਤੀਰਥ ਹੈ, ਆ ਸਤਸੰਗ ਵੀ ਤੀਰਥ ਹੈ। ਆਪਣੇ ਮਨ ਨੂੰ ਕਿਹਾ ਕਰੋ, ਕਿਤੇ ਇਦਾਂ ਦਾ ਪ੍ਰੋਗਰਾਮ ਹੋਵੇ ਉਦੋਂ ਵੀ, ਤੇ ਨਹੀਂ ਤਾਂ ਹਰ ਪਿੰਡ 'ਚ ਗੁਰਦੁਆਰਾ ਸਾਹਿਬ ਬਣੇ ਨੇ। ਇੱਥੇ ਵੀ 25-30 ਘਰ ਨੇ ਸਾਰੇ ਸੁੰਦਰਪੁਰ ਦੇ। ਪੂਰਨਪੁਰ ਤਹਿਸੀਲ ਹੈ, ਪੀਲੀ ਭੀਤ ਜ਼ਿਲ੍ਹਾ ਹੈ। ਸੁੰਦਰਪੁਰ ਦੇ ਵਿੱਚ 25-30 ਘਰ ਨੇ, ਤੇ ਇਹਨਾਂ ਦੇ ਵੀ ਮਨ 'ਚ ਚਾਅ ਆ, ਜਿੱਥੇ ਅਸੀਂ ਆਪਣੇ ਘਰ ਬਣਾਏ ਨੇ ਇੱਥੇ ਗੁਰੂ ਘਰ ਵੀ ਚਾਹੀਦਾ ਹੈ। ਕਿਉਂਕਿ ਗੁਰਸਿੱਖ ਦਾ ਜੀਵਨ ਗੁਰੂ ਦਰਸ਼ਨਾਂ ਤੋਂ ਬਿਨਾ ਅਧੂਰਾ ਹੈ। ਗੁਰਮੁਖੋ ਹਿੰਮਤ ਕੀਤੀ ਤੇ ਕਿੰਨਾ ਸੋਹਣਾ ਗੁਰੂ ਨਾਨਕ ਦਾ ਦਰਬਾਰ ਬਣ ਰਿਹਾ। 35-40 ਸਾਲਾਂ ਤੋਂ ਪਹਿਲਾਂ ਵੀ ਸਤਿਗੁਰ ਦਾ ਪ੍ਰਕਾਸ਼ ਹੈ, ਤੇ ਹੁਣ ਵੀ ਬੜਾ ਸੋਹਣਾ ਦਰਬਾਰ ਸਾਹਿਬ ਸਜਿਆ। ਤੇ ਜਿੱਥੇ ਦਰਬਾਰ ਸਾਹਿਬ ਦੀ ਸੇਵਾ ਚੱਲਦੀ ਹੈ, ਉੱਥੇ ਜਿਹੜੇ ਕਾਰਜ ਮੁੱਖ ਨੇ ਗੁਰੂ ਘਰ ਦੇ, ਉਹ ਵੀ ਤੁਸੀਂ ਕਰ ਰਹੇ ਹੋ। ਆ ਜਿਹੜਾ ਸਮਾਗਮ ਹੋ ਰਿਹਾ, ਕੱਲ ਵੀ ਆਪਾਂ ਮਾਲਕ ਦੇ ਗੁਣ ਗਾਏ ਰਲ ਕੇ, ਹੋਰ ਵੀ ਗੁਰਮੁਖ ਆਏ, ਅੱਜ ਵੀ ਹਾਜ਼ਰੀ ਭਰ ਰਹੇ ਆ। ਮਹਾਰਾਜ ਦਾ ਇਹ ਮੁੱਖ ਕਾਰਜ ਹੈ, ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ। ਬਹਾਨੇ ਨਾਲ ਕੋਈ ਸੁਣ ਜੂਗਾ, ਕੋਈ ਇੱਕ ਵੀ ਜੁੜ ਗਿਆ ਨਾ ਗੁਰਮੁਖੋ, ਜਿਹੜਾ ਉਹਦਾ ਫਲ ਹੈ ਉਹ ਤੁਹਾਨੂੰ ਵੀ ਮਿਲੂ, ਕਿਉਂਕਿ ਤੁਹਾਡੇ ਕਰਕੇ ਹੋਇਆ। ਤੇ ਆ ਜਿੰਨੇ ਗੁਰਮੁਖ ਬੈਠੇ ਐ, ਸਤਿਕਾਰਯੋਗ ਮਾਤਾ ਜੀ, ਮਾਈਆਂ, ਬੀਬੀਆਂ, ਵੀਰ ਬਜ਼ੁਰਗ, ਰਾਜਨੀਤਿਕ ਧਾਰਮਿਕ ਸ਼ਖਸੀਅਤਾਂ, ਜਿਨ੍ਹਾਂ ਨੂੰ ਚੰਗੇ ਸਮਝਦੇ ਹੋ ਨਾ, ਉਹ ਵੀ ਕਿਸੇ ਨਾ ਕਿਸੇ ਦੀ ਸੰਗਤ ਕਰਕੇ ਹੀ ਜੁੜੇ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੇ ਜੇ ਹੁਣ ਵੀ 2 4 5 10 ਜੁੜ ਗਏ, ਪੁੰਨ ਆਪਾਂ ਨੂੰ ਵੀ ਉਨਾ ਹੀ ਲੱਗਣਾ। ਤੇ ਜਦੋਂ ਫਿਰ ਦੂਜਾ ਪੱਖ ਕਰਦੇ ਹੋ, ਗਾਉਣ ਵਜਾਉਣ ਗੰਦੇ ਚੱਲਦੇ ਐ, ਹੋਰ ਨਸ਼ੇ ਚੱਲਦੇ ਨੇ, ਉਦੋਂ ਜੇ 1-2 ਟੁੱਟ ਗਏ, ਜਿਹੜੀਆਂ ਬਦ ਦੁਆਵਾਂ ਮਿਲਣੀਆਂ ਨਾ, ਕਿਸੇ ਦੇ ਘਰੇ ਤੇਰਾ ਦਿੱਤਾ ਨਸ਼ਾ ਵਰਤ ਕੇ ਕਲੇਸ਼ ਪੈ ਗਿਆ, ਉਹ ਜਿਹੜੀਆਂ ਬਦ ਅਸੀਸਾਂ ਲੱਗਣਗੀਆਂ, ਉਹਦਾ ਫਲ ਤੈਨੂੰ ਵੀ ਭੋਗਣਾ ਪੈਣਾ, ਕਿਉਂਕਿ ਤੇਰੇ ਕਰਕੇ ਹੋਇਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਸ ਕਰਕੇ ਅਣਜਾਣ ਪੁਣੇ 'ਚ ਜਿਹੜੇ ਹੁੰਦੇ ਨੇ, ਉਹ ਪਾਪਾਂ ਤੋਂ ਵੀ ਡਰਨਾ ਹੈ। ਕੋਸ਼ਿਸ਼ ਕਰੋ ਚੰਗੇ ਕਰਮ ਕੀਤੇ ਜਾਣ। ਕਿੱਡੀ ਸੋਹਣੀ ਕਿਰਪਾ ਸੁੰਦਰਪੁਰ ਨਗਰ ਦੇ ਵਾਸੀਆਂ ਤੇ ਮਾਲਕ ਨੇ ਕੀਤੀ ਹੈ। ਸੋਹਣਾ ਪੰਡਾਲ, ਸੋਹਣਾ ਦਰਬਾਰ ਸਾਹਿਬ। ਲਓ ਸਾਰੇ ਬੋਲਿਓ। ਕਰਾਂ ਕੀ ਸਿਫਤ ਗੁਰੂ ਦਰਬਾਰ ਦੀ, 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 ਕਰਾਂ ਕੀ ਸਿਫਤ ਗੁਰੂ ਦਰਬਾਰ ਦੀ। ਗੁਰੂ ਦਰਬਾਰ ਸੰਗਤਾਂ ਸਹਾਉਂਦੀਆਂ, ਪ੍ਰੇਮ ਰੰਗ ਰਤੀਆਂ ਸ਼ਬਦ ਗਾਉਂਦੀਆਂ। ਗੁਰੂ ਦਰਬਾਰ ਸੰਗਤਾਂ ਸਹਾਉਂਦੀਆਂ, ਪ੍ਰੇਮ ਰੰਗ ਰਤੀਆਂ ਸ਼ਬਦ ਗਾਉਂਦੀਆਂ। ਗੂੰਜਦੀ ਏ ਧੁਨੀ ਸਤ ਕਰਤਾਰ ਦੀ, ਗੂੰਜਦੀ ਏ ਧੁਨੀ ਸਤ ਕਰਤਾਰ ਦੀ। ਕਰਾਂ ਕੀ ਸਿਫਤ ਗੁਰੂ ਦਰਬਾਰ ਦੀ, 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 ਕਰਾਂ ਕੀ ਸਿਫਤ ਗੁਰੂ ਦਰਬਾਰ ਦੀ। ਕੀ ਸਿਫਤਾਂ ਕਰੀਏ, ਕਿੰਨਾ ਮੌਜ ਮੇਲਾ, ਕਿੰਨੀ ਰੌਣਕ ਲੱਗੀ ਹੋਈ ਹੈ। ਮਹਾਰਾਜ ਹਾਜ਼ਰ ਨਾਜ਼ਰ ਬੈਠੇ ਆ ਨਾ, ਕਿੰਨੇ ਆਨੰਦ ਨਾਲ ਬੈਠੇ ਹੋ। ਪਤਾ ਲੱਗਦਾ ਵੀ ਕਿਸੇ ਨੂੰ ਸਾਹ ਆ ਰਿਹਾ ਜਾਂ ਨਹੀਂ। ਜਦੋਂ ਸਤਿਗੁਰ ਇੱਥੋਂ ਚਲੇ ਗਏ, ਕਥਾ ਕੀਰਤਨ ਬਾਣੀ ਬੰਦ ਹੋ ਗਈ, ਇੰਨੇ ਜਾਣੇ ਐਂ ਬਹਿ ਕੇ ਦਿਖਾਇਓ ਗੁਰੂ, ਜਦ ਹੀ ਕਲਯੁਗ ਆ ਜਾਂਦਾ। ਤੋ ਭਾਵ ਜਿਹੜੀ ਇਹ ਸ਼ਾਂਤੀ ਹੈ, ਜਿਹੜੀ ਇਕਾਗਰਤਾ ਹੈ,
ਇਹ ਸਤਿਗੁਰ ਦੀ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਤਾਪ ਹੈ। ਆਖੋ ਸਤਿਨਾਮ। ਵਾਹਿਗੁਰੂ। ਸਤਿਗੁਰ ਦੀ ਬਾਣੀ ਦਾ ਪ੍ਰਤਾਪ ਹੈ। ਮਹਾਰਾਜ ਨੇ ਆਪਣੇ ਤੇ ਕਿਰਪਾ ਕੀਤੀ ਹੈ। ਰਲ ਕੇ ਮਾਲਕ ਨੂੰ ਜਾਣੀਏ। ਜਿੱਥੇ ਜਿੱਥੇ ਚਰਨ ਪਾ ਗਏ ਉਹ ਥਾਵਾਂ ਪੂਜਣ ਯੋਗ ਹੋਈਆਂ। ਜਿਹੜੇ ਬਚਨ ਕਹਿ ਗਏ ਉਹਨਾਂ ਬਚਨਾਂ ਨੂੰ ਵੀ ਅੱਜ ਮੱਥੇ ਟੇਕਦੇ ਐ। ਗੁਰਬਾਣੀ ਇਹ ਗੁਰੂਆਂ ਦੇ ਹੀ ਬੋਲ ਨੇ। ਇਹਨਾਂ ਨੂੰ ਪਿਆਰਿਓ ਮੱਥੇ ਟਿਕਦੇ ਨੇ। ਕਾਰਨ ਕੀ? ਕਿਹੜੀ ਮਹਿਮਾ, ਕਿਹੜੇ ਗੁਣ ਸੀ? ਲਓ ਹੁਣ ਜਾਣਿਓ, ਧਿਆਨ ਇਕਾਗਰ ਕਰ ਲਿਓ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਅਮਰ ਜੀਵਨ ਕੱਲ ਆਪਾਂ ਵਿਚਾਰ ਸ਼ੁਰੂ ਕੀਤੀ। ਰਾਏ ਭੋਇੰ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਮਹਾਰਾਜ ਪ੍ਰਗਟ ਹੋਏ। ਕਿਵੇਂ ਪਾਂਦੇ ਕੋਲੇ ਗਏ, ਕਿਵੇਂ ਮੱਝਾਂ ਗਾਵਾਂ ਚਾਰੀਆਂ, ਕਿਵੇਂ ਦਰਖਤਾਂ ਦੀ ਛਾਂ ਖੜੀ, ਸੱਚਾ ਸੌਦਾ ਕੀਤਾ। ਪਿਤਾ ਜੀ ਨੇ ਝਿੜਕਿਆ। ਕੱਲ ਆਪਾਂ ਸਾਰੀ ਵਿਚਾਰ ਕੀਤੀ ਸੀ। ਕੱਲਾ ਪਿਤਾ ਦਾ ਗੁੱਸਾ ਹੀ ਨਹੀਂ ਵੇਖਣਾ ਚਾਹੀਦਾ। ਜਿਹੜੀ ਬਾਪ ਕਮਾਈ ਕਰਦੇ ਨੇ ਉਹ ਵੀ ਦੇਖਿਆ ਕਰੋ ਕਿਵੇਂ ਹੱਡ ਭੰਨਵੀਂ ਮਿਹਨਤ ਕਰਕੇ ਆ ਸੋਹਣੇ ਘਰ ਪਰਿਵਾਰ ਸਜੇ ਹੋਏ ਨੇ। ਮਾਈਆਂ ਨੂੰ ਵੀ ਬੇਨਤੀ ਕਰਨੀ ਚਾਹੁੰਨਾ, ਬੀਬੀਓ ਭਾਈ ਕਮਾਈ ਤਾਂ ਕਰ ਸਕਦੇ ਐ, ਘਰ ਸਿਆਣੀ ਔਰਤ ਬਿਨਾਂ ਨਹੀਂ ਵੱਜਦਾ। ਉਹ ਚਾਹੇ ਮਾਂ ਹੈ, ਚਾਹੇ ਭੈਣ ਹੈ, ਪਤਨੀ ਹੈ, ਚਾਹੇ ਕੋਈ ਹੋਰ ਰਿਸ਼ਤਾ ਹੈ। ਸਿਆਣੇ ਕਹਿੰਦੇ ਐ, ਮੈਂ ਤਾਂ ਸੁਣਿਆ ਹੀ ਹੈ ਵੀ ਜੇ ਔਰਤ ਚਾਹੇ ਤੀਲਾ ਤੀਲਾ ਜੋੜ ਕੇ ਵੀ ਘਰ ਬੰਨ ਲੈਂਦੀ ਹੈ, ਤੇ ਜੇ ਇਹ ਪੱਟਣ ਤੇ ਆ ਜੇ ਕਹਿੰਦੇ ਸੂਈ ਨਾਲ ਵੀ ਪੱਟ ਦਿੰਦੀ ਹੈ। ਬੰਦੇ ਨੇ ਆਪਾਂ ਠੀਕ ਹੈ, ਕਿਹਨੂੰ ਨੂੰ ਜੋ ਮਰਜ਼ੀ ਕਹੀ ਜਾਓ, ਚੱਲਦੀ ਤਾਂ ਬੀਬੀਆਂ ਦੀ ਹੈ। ਗੁਰੂ ਜੇ ਸਿਆਣੀ ਹੋਵੇ ਨਾ, ਉਹ ਫਿਰ ਕਿਵੇਂ ਨਾ ਕਿਵੇਂ ਕਰਕੇ ਪਤੀ ਨੂੰ ਮੰਗਰ ਲਾ ਹੀ ਲੈਂਦੀ ਹੈ। ਇੱਕ ਸਾਡੇ ਉੱਥੇ ਬੀਬੀ ਸੀ, ਉਹਦੇ ਘਰ ਵਾਲਾ ਰੋਜ਼ ਦਾਰੂ ਪੀ ਕੇ ਲੜਿਆ ਕਰੇ, ਰੋਜ਼ ਕੁੱਟਿਆ ਕਰੇ, ਕਲੇਸ਼ ਪਿਆ ਕਰੇ, ਤੇ ਉਹਨੂੰ ਪਤਾ ਨਹੀਂ ਕਿਹਨੇ ਸਮਝਾਤਾ। ਜਦੋਂ ਤੱਕ ਘਰ ਵਾਲਾ ਹੋਇਆ ਕਰੇ ਬਾਹਰ, ਉਦੋਂ ਤਾਂ ਚੰਗੇ ਪਰੌਂਠੇ ਬਣਾ ਕੇ ਡੱਕ ਲਿਆ ਕਰੇ, ਦੁੱਧ ਦੱਧ ਪੀ ਲਿਆ ਕਰੇ ਆਪ, ਤੇ ਜਦੋਂ ਨੂੰ ਉਹਨੇ ਆਉਣਾ ਹੋਇਆ ਕਰੇ ਉਦੋਂ ਨੂੰ ਦੀਵੇ ਬੱਤੀਆਂ ਬੰਦ ਕਰਕੇ ਮੋਟਾ ਜਿਹਾ ਮੂੰਹ ਕਰਕੇ ਪੈ ਜਾ ਕਰੇ। ਕਹਿ ਦਿਆ ਕਰੇ ਮੇਰਾ ਤਾਂ ਸਿਰ ਦੁਖਦਾ। ਹੁਣ ਸਿਰ ਦੁਖਦਾ ਦੱਸੋ ਕਿਹੜਾ ਥਰਮੋਮੀਟਰ ਦੱਸੂਗਾ ਵੀ ਦੁਖਦਾ ਜਾਂ ਨਹੀਂ? ਨਾ ਕਿਸੇ ਐਕਸਰੇ ਚ ਆਵੇ, ਨਾ ਕੋਈ ਮਸ਼ੀਨ ਹੈ ਜਿਹੜੀ ਦੱਸ ਦੇ ਵੀ ਸਿਰ ਦੁਖਦਾ ਜਾਂ ਨਹੀਂ। ਹੱਸਿਓ ਨਾ, ਇਹ ਤਰੀਕਾ ਵੀ ਸਿੱਖ ਲਿਓ। ਇਹ ਸ਼ਾਂਤਮਈ ਰੋਸ਼ ਪ੍ਰਦਰਸ਼ਨ ਹੈ। ਢੰਗ ਨਾਲ ਲੜਾਈਆਂ ਨਹੀਂ ਕਰੀਦੀਆਂ ਹੁੰਦੀਆਂ। 15 ਕੁ ਦਿਨ ਨਹੀਂ ਲੰਘਾਏ, ਨਾ ਸ਼ਾਮ ਨੂੰ ਰੋਟੀ ਬਣਾਉਣੀ, ਨਾ ਸਵੇਰੇ ਮੇਰਾ ਤਾਂ ਸਿਰ ਦੁਖਦਾ। ਜਦੋਂ 15 ਦਿਨ ਆਪੇ ਪਕਾਉਣੀ ਪਈ ਨਾ, ਹੱਥ ਬੰਨ ਕੇ ਕਹਿੰਦਾ ਅੱਜ ਤੋਂ ਨਹੀਂ ਪੀਂਦਾ, ਚੁੱਪ ਕਰਕੇ ਕੰਮ ਕਰ ਲਿਆ ਕਰ। ਉਹ ਢੰਗ ਨਾਲ ਮਾਈਆਂ ਮੰਗਰ ਲਾਈ ਲੈਂਦੀਆਂ। ਬੀਬੀ ਉਹ ਕਲੇਸ਼ ਨਹੀਂ ਕਰਨਾ ਹੁੰਦਾ। ਭਾਈਆਂ ਨੂੰ ਵੀ ਬੇਨਤੀ ਹੈ, ਮਰਦ ਪ੍ਰਧਾਨ ਸਮਾਜ ਹੈ, ਜਦੋਂ ਪੱਲਾ ਫੜਾਉਂਦੇ ਆ ਨਾ ਮਾਂ ਬਾਪ, ਭਾਈ ਦੇ ਲੜ ਬੀਬੀ ਨੂੰ ਲਾਇਆ ਜਾਂਦਾ ਹੈ। ਆਪਣੇ ਫਰਜ਼ ਵੀ ਪਛਾਣੋ। ਆਗੂਓਂ ਘਰ ਦੇ ਕੋਈ ਉਹੋ ਜਿਹਾ ਕਰਮ ਨਾ ਕਰੋ ਜਿਹਦੇ ਕਰਕੇ ਪਰਿਵਾਰ ਟੁੱਟੇ। ਆਖੋ ਸਤਨਾਮ। ਇਹ ਗੁਰਬਾਣੀ ਜਿੱਥੇ ਪੜ੍ਹਨੀ ਹੈ ਨਾ, ਗੁਰੂ ਸਾਹਿਬ ਨੂੰ ਮੱਥਾ ਟੇਕਣਾ ਹੈ। ਇਹ ਵੀ ਸਮਾਜਿਕ ਵਿਚਾਰਾਂ ਜ਼ਰੂਰੀ ਨੇ। ਗੁਰੂ ਬੱਚਿਆਂ ਨੂੰ ਪੜ੍ਹਾਓ ਲਿਖਾਓ, ਚੰਗੇ ਇਨਸਾਨ ਬਣਾਓ। ਗੁਰੂ ਨਾਨਕ ਦੇਵ ਮਹਾਰਾਜ ਨੂੰ ਪਿਤਾ ਨੇ ਝਿੜਕਿਆ, ਕੱਲ ਸੁਣਿਆ ਸੀ ਨਾ, ਪਰ ਉਹ ਕਹਿੰਦੇ ਨਾਨਕ ਮੇਰਾ ਜੀ ਨਹੀਂ ਕਰਦਾ ਕਿ ਤੂੰ ਵਿਹਲੜ ਰਹਿ ਜਾਏ, ਮੈਂ ਵੀ ਚਾਹੁੰਨਾ ਮੇਰਾ ਪੁੱਤ ਕਿਸੇ ਕਿਤੇ ਲੱਗੇ, ਸਿਆਣਾ ਬਣੇ। ਪਰ ਸਦਾ ਹੀ ਇੱਕੋ ਜਿਹਾ ਨਹੀਂ ਰਿਹਾ ਜ਼ਮਾਨਾ। ਇੱਕ ਸਮਾਂ ਉਹ ਵੀ ਆਇਆ ਸੀ ਜਦੋਂ ਗੁਰਮੁਖ ਪਿਆਰਿਓ ਪਿਤਾ ਜੀ ਨੇ ਕਿਹਾ ਸੀ, ਨਾਨਕ ਜਿਵੇਂ ਸਾਰੀ ਦੁਨੀਆ ਨੂੰ ਸਮਝਾ ਕੇ ਤਾਰਿਆ, ਮੇਰੇ ਤੇ ਵੀ ਕਿਰਪਾ ਕਰ ਦੇ। ਗੱਲਾਂ ਨਿਤ ਸੀ ਨਰੈਣ ਨਾਲ ਹੁੰਦੀਆਂ, ਹੋਈ ਨਾ ਪਛਾਣ ਅੱਖ ਤੋਂ। ਮੇਰੀ ਭੁੱਲ ਦੀ ਖਿਮਾ ਕਰ, ਮੈਨੂੰ ਵੀ ਕੋਈ ਉਪਦੇਸ਼ ਦੇ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ, ਪਿਤਾ ਜੀ ਤੁਸੀਂ ਇਦਾਂ ਨਾ ਕਹੋ, ਤੁਸੀਂ ਆਪਣਾ ਫਰਜ਼ ਨਿਭਾਇਆ। ਸਾਰੀ ਦੁਨੀਆ ਸਾਡੇ ਅੱਗੇ ਝੁਕਦੀ ਰਹੀ,
ਇੱਕੋ ਹੀ ਤਾਂ ਥਾਂ ਹੈ ਜਿੱਥੇ ਮੈਂ ਝੁਕਦਾ ਆਖੋ ਸਤਨਾਮ। ਫਿਰ ਵੀ ਸਤਕਾਰ ਕੀਤਾ ਹੈ, ਇਹ ਵੀ ਗੁਣ ਪੱਲੇ ਬੰਨਣਾ। ਕੱਲ ਆਪ ਜੀ ਨੇ ਸੁਣਿਆ ਸੀ ਜਨੇਊ ਪਾਉਣ ਵੇਲੇ ਮਹਾਰਾਜ ਨੇ ਉੱਥੇ ਵੀ ਸੱਚਾ ਉਪਦੇਸ਼ ਦਿੱਤਾ। ਉਦੋਂ ਬਾਅਦ ਇੱਕ ਵਾਰੀ ਸਮਾਂ ਐਸਾ ਆਇਆ ਜਦੋਂ ਭੈਣ ਨਾਨਕੀ ਦਾ ਵਿਆਹ ਹੋਇਆ ਨਾ, ਘਰ ਦੇ ਵਿੱਚ ਇੱਕ ਦਾਸੀ ਸੀ ਜਿਹਦਾ ਨਾਂ ਸੀ ਤੁਲਸਾ ਗੁਰਮੁਖ। ਉਹ ਪਹਿਲਾਂ ਤਲਵੰਡੀ ਸੇਵਾ ਕਰਦੀ ਹੁੰਦੀ ਸੀ ਘਰ ਦੇ ਵਿੱਚ, ਤੇ ਜਦੋਂ ਭੈਣ ਨਾਨਕੀ ਵਿਆਹੀ ਗਈ ਉਦੋਂ ਜਿਹੜੀ ਦਾਸੀ ਤੁਲਸਾ ਸੀ ਗੁਰਮੁਖ ਪਿਆਰਿਓ, ਉਹਨੂੰ ਕਹਿੰਦੇ ਨਾਨਕੀ ਦੇ ਨਾਲ ਹੀ ਸੁਲਤਾਨਪੁਰ ਭੇਜਿਆ ਗਿਆ। ਅੱਗੇ ਹੁੰਦਾ ਸੀ, ਪਿਛੋਕੜ ਇਤਿਹਾਸ ਪੜ੍ਹ ਲਓ, ਸਿਆਣੀਆਂ ਨੌਕਰਾਨੀਆਂ ਸਿਆਣੀਆਂ ਦਾਸੀਆਂ ਨੂੰ ਨਾਲ ਹੀ ਭੇਜ ਦਿੰਦੇ ਸੀ ਵੀ ਬਗਾਨੇ ਘਰ ਵਿੱਚ ਜਾ ਕੇ ਨਾਲੇ ਤਾਂ ਸਾਡੀ ਲੜਕੀ ਇਕੱਲਾਪਣ ਮਹਿਸੂਸ ਨਹੀਂ ਕਰੂਗੀ। ਜਨਮ ਸਾਖੀ ਨੂੰ ਪੜ੍ਹੋ ਤਾਂ ਜਦੋਂ ਗੁਰੂ ਨਾਨਕ ਜੀ ਦਾ ਲੇਖਾ ਜੋਖਾ ਚੈੱਕ ਹੋਣਾ ਸੀ, ਨਵਾਬ ਨੇ ਜੈ ਰਾਮ ਨੂੰ ਕਿਹਾ ਸੀ ਵੀ ਤੇਰੇ ਰਿਸ਼ਤੇਦਾਰ ਦੀ ਆ ਸ਼ਿਕਾਇਤ ਆਈ ਹੈ। ਉਹ ਘਰ ਆ ਗਏ, ਉਦਾਸ ਹੋ ਕੇ ਬੈਠੇ। ਭੈਣ ਨਾਨਕੀ ਨੇ ਪੁੱਛਿਆ ਵੀ ਗੱਲ ਕੀ ਹੋ ਗਈ। ਜੈ ਰਾਮ ਜੀ ਨੇ ਦੱਸਿਆ ਵੀ ਗੱਲ ਆ ਹੋ ਗਈ। ਸੁਣਿਆ ਵੀ ਇਹਨੇ ਹਿਸਾਬ ਕਿਤਾਬ ਸਹੀ ਨਹੀਂ ਰੱਖਿਆ। ਜਿਹੜਾ ਮੋਦੀ ਖਾਨਾ ਸੀ ਨਾ, ਕੋਈ ਆਮ ਗੱਲ ਨਹੀਂ ਸੀ ਗੁਰੂ। ਐਂ ਕਹਿ ਲੋ ਰਾਜੇ ਤੋਂ ਦੂਜੇ ਨੰਬਰ ਤੇ ਜੇ ਕੋਈ ਹਿਸਾਬ ਕਿਤਾਬ ਰੱਖ ਸਕਦਾ ਸੀ ਉਹ ਮੋਦੀ ਹੀ ਰੱਖਦਾ ਸੀ, ਕਿਉਂਕਿ ਉਦੋਂ ਕਿਹੜਾ ਪੈਸੇ ਸੀ। ਲੋਕ ਜਿਣਸ ਆਪਣੀ ਉੱਥੇ ਜਮ੍ਹਾਂ ਕਰਾਏ ਆਉਂਦੇ, ਜਿਹੜੀ ਕੋਈ ਚੀਜ਼ ਦੀ ਲੋੜ ਹੁੰਦੀ ਫਿਰ ਸਾਰਾ ਸਾਲ ਲਈ ਜਾਂਦੇ ਸੀ। ਸਾਰਾ ਹਿਸਾਬ ਕਿਤਾਬ ਰੱਖਣਾ ਪੈਂਦਾ ਸੀ, ਕੋਈ ਮਾੜੀ ਮੋਟੀ ਜ਼ਿੰਮੇਵਾਰੀ ਨਹੀਂ ਸੀ। ਤੇ ਜੈ ਰਾਮ ਜੀ ਨੇ ਦੱਸਿਆ ਵੀ ਗੱਲ ਬਣੀ ਹੈ ਆ, ਉਦੋਂ ਭੈਣ ਨਾਨਕੀ ਨੇ ਤੁਲਸਾ ਨੂੰ ਹੀ ਭੇਜਿਆ ਸੀ। ਪੜ੍ਹੋ ਇਤਿਹਾਸ ਕਿ ਜਾ ਕੇ ਨਾਨਕ ਨੂੰ ਬੁਲਾ ਕੇ ਲੈ ਕੇ ਆ, ਵੀਰ ਜੀ ਨੂੰ ਪੁੱਛੀਏ ਗੱਲ ਕੀ ਹੈ। ਇਹਦਾ ਭਾਵ ਉਹ ਨਾਲ ਗਈ ਸੀ। ਤੇ ਸੇਵਾ ਕਰਦਿਆਂ ਕਰਦਿਆਂ ਇੱਕ ਵਾਰੀ ਦਾ ਇਤਿਹਾਸ ਇਹ ਆਉਂਦਾ ਹੈ, ਗੁਰੂ ਨਾਨਕ ਸਾਹਿਬ ਦੁਨੀਆ ਨੂੰ ਤਾਰਦੇ ਚਲੇ ਗਏ ਤਲਵੰਡੀ। ਭੈਣ ਨਾਨਕੀ ਵੀ ਨਾਲ ਤੇ ਦਾਸੀ ਵੀ ਨਾਲ, ਤੇ ਮਹਾਰਾਜ ਚਾਦਰ ਲੈ ਕੇ ਪਏ। ਤੇ ਮਾਤਾ ਤ੍ਰਿਪਤਾ ਜੀ ਆਖਣ ਲੱਗੇ, ਤੁਲਸਾ ਅੱਜ ਨਾਨਕ ਉੱਠਿਆ ਨਹੀਂ ਹੈ, ਭੋਜਨ ਤਿਆਰ ਹੈ, ਨਾਨਕ ਨੂੰ ਉਠਾ ਕੇ ਲੈ ਕੇ ਆ, ਭੋਜਨ ਛਕ ਲੈ। ਤੁਲਸਾ ਗਈ। ਮੇਰੇ ਸਤਿਗੁਰ ਚਾਦਰ ਲੈ ਕੇ ਪਏ ਸੀ, ਪਰ ਇੱਕ ਚਰਨ ਗੁਰੂ ਜੀ ਦਾ ਬਾਹਰ ਸੀ ਚਾਦਰ। ਤੇ ਤੁਲਸਾ ਦਾਸੀ ਨੇ ਪਤਾ ਕੀ ਕੀਤਾ, ਜਾ ਕੇ ਮੇਰੇ ਸਤਿਗੁਰ ਦਾ ਚਰਨ ਘੁੱਟਿਆ ਗੁਰੂ। ਕਿਉਂਕਿ ਦੋ ਤਰੀਕੇ ਐ, ਆਪ ਤੋਂ ਛੋਟੇ ਨੂੰ ਜਦੋਂ ਉਠਾਉਂਦੇ ਆ ਮਾਂ ਬਾਪ ਬੱਚਿਆਂ ਨੂੰ ਤੇ ਬਾਂਹ ਫੜ ਕੇ ਉਠਾਉਂਦੇ ਆ, ਜਦੋਂ ਆਪ ਤੋਂ ਵੱਡੇ ਨੂੰ ਉਠਾਉਣਾ ਹੈ ਐਵੇਂ ਕਮਲਿਆਂ ਵਾਂਗੂ ਰੌਲਾ ਨਾ ਪਾਇਆ ਕਰੋ, ਹੋਕਰੇ ਨਾ ਮਾਰਿਆ ਕਰੋ। ਮਰਿਆਦਾ ਸਭਿਅਤਾ ਇਹ ਹੈ ਕਿ ਆਪ ਤੋਂ ਵੱਡੇ ਦੇ ਚਰਨੀ ਹੱਥ ਲਾ ਕੇ ਉਹਨੂੰ ਉਠਾਈਦਾ, ਆਖੋ ਸਤਨਾਮ। ਤੇ ਤੁਲਸਾ ਦਾਸੀ ਨੇ ਵੀ ਇਦਾਂ ਕੀਤਾ, ਜਾ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਹੱਥ ਲਾਏ, ਪੈਰ ਘੁੱਟਿਆ, ਨਹੀਂ ਉੱਠੇ। ਤੇ ਇਹ ਵੀ ਦੱਸਿਆ, ਕਹਿੰਦੇ ਤੁਲਸਾ ਦਾਸੀ ਨੇ ਪਤਾ ਨਹੀਂ ਮਨ ਵਿੱਚ ਕੀ ਆਇਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਾ ਜੀਭ ਫੇਰਤੀ। ਕਈ ਕਹਿੰਦੇ ਅੰਗੂਠਾ ਚੂਸ ਲਿਆ। ਉੱਥੇ ਹੀ ਨੇਤਰ ਬੰਦ ਕਰਕੇ ਬਹਿ ਗਈ, ਚਰਨਾਂ ਤੇ ਧਰ ਲਿਆ ਸਿਰ। ਕਿੰਨਾ ਸਮਾਂ ਉੱਠੀ ਨਾ। ਮਾਤਾ ਤ੍ਰਿਪਤਾ ਜੀ ਨੇ ਆਵਾਜ਼ ਮਾਰੀ, ਤੁਲਸਾ ਕੀ ਗੱਲ? ਪ੍ਰਸ਼ਾਦਾ ਤਿਆਰ ਹੈ, ਰੋਟੀ ਠੰਡੀ ਹੋਈ ਜਾਂਦੀ ਹੈ, ਇਹਨੂੰ ਲਿਆ ਛੇਤੀ ਉਠਾ ਕੇ। ਤੇ ਤੁਲਸਾ ਨੇ ਆਵਾਜ਼ ਦਿੱਤੀ, ਕਹਿੰਦੀ ਮਾਂ ਤ੍ਰਿਪਤਾ ਤੇਰਾ ਨਾਨਕ ਇੱਥੇ ਨਹੀਂ ਹੈ, ਆਖੋ ਸਤਨਾਮ। ਇੱਥੇ ਨਹੀਂ ਹੈ ਉਹ। ਮਾਤਾ ਕਹਿੰਦੀ ਕੀ ਗੱਲ, ਕਿੱਧਰ ਗਿਆ? ਭੱਜ ਕੇ ਆਈ, ਆ ਕੇ ਦੇਖਿਆ ਗੁਰੂ ਨਾਨਕ ਸਾਹਿਬ ਪਏ। ਤੇ ਮਾਤਾ ਤ੍ਰਿਪਤਾ ਨੇ ਤੁਲਸਾ ਨੂੰ ਤਾਂ ਕੁਛ ਨਹੀਂ ਕਿਹਾ, ਗੁਰੂ ਨਾਨਕ ਨੂੰ ਬਾਂਹ ਤੋਂ ਫੜ ਕੇ ਉਠਾ ਲਿਆ। ਆਜਾ ਕਹਿੰਦੀ ਪੁੱਤ ਭੋਜਨ ਬਣ ਗਿਆ, ਛਕ ਲੈ। ਮਹਾਰਾਜ ਬੈਠ ਗਏ ਕੋਲੇ।
ਭੋਜਨ ਛਕੀ ਜਾਂਦੇ ਆ ਤੇ ਮਾਤਾ ਤ੍ਰਿਪਤਾ ਦੀਆਂ ਅੱਖਾਂ ਚੋਂ ਪਾਣੀ ਕਿਰਿਆ ਗੁਰੂ, ਨੇਤਰਾਂ ਚੋਂ ਨੀਰ ਵਹਿ। ਗੁਰੂ ਨਾਨਕ ਸਾਹਿਬ ਪੁੱਛਦੇ ਨੇ, ਮਾਂ ਕੀ ਗੱਲ ਹੋ ਗਈ, ਤੁਹਾਡੇ ਨੇਤਰਾਂ 'ਚ ਨੀਰ ਕਿਉਂ? ਕਹਿੰਦੀ ਪੁੱਤਰਾ ਕੀ ਦੱਸਾਂ, ਲੋਕ ਤਾਂ ਮਜ਼ਾਕ ਕਰਦੇ ਹੀ ਸੀ, ਹੁਣ ਤਾਂ ਘਰ ਦੇ ਨੌਕਰ ਵੀ ਮਜ਼ਾਕ ਕਰਨ ਲੱਗ ਗਏ। ਮਾਤਾ ਤ੍ਰਿਪਤਾ ਦੀ ਇੱਕ ਭੈਣ ਸੀ ਲੱਖੋ, ਉਹ ਇੱਕ ਵਾਰੀ ਮਿਲਣ ਆਈ ਤੇ ਆ ਕੇ ਕਹਿੰਦੀ ਤ੍ਰਿਪਤਾ ਮੈਨੂੰ ਤੇਰਾ ਮੁੰਡਾ ਕਮਲਾ ਹੀ ਲੱਗਦਾ ਹੈ। ਮਾਤਾ ਜੀ ਕਹਿੰਦੇ ਨਾ ਭਾਈ ਭੈਣੇ ਮੇਰੇ ਪੁੱਤ ਨੂੰ ਏਦਾਂ ਨਾ ਕਹਿ। ਕਹਿੰਦੀ ਮੈਂ ਸੁਣਿਆ ਵੀ ਘਰ ਦੀਆਂ ਸਾਰੀਆਂ ਚੀਜ਼ਾਂ ਲੁਟਾਈ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮਾਤਾ ਜੇ ਘਰ ਦੀਆਂ ਚੀਜ਼ਾਂ ਲਟਾਉਣ ਬਦਲੇ ਤੁਸੀਂ ਮੈਨੂੰ ਕਮਲਾ ਕਹਿੰਦੇ ਹੋ ਨਾ, ਜਿਹੜਾ ਤੁਹਾਡਾ ਮੁੰਡਾ ਉਹ ਮੈਥੋਂ ਵੀ ਵੱਧ ਕਮਲਾ ਹੋ। ਪੜ੍ਹ ਕੇ ਦੇਖ ਲਓ ਇਤਿਹਾਸ। ਗੁਰੂ ਨਾਨਕ ਦੀ ਮਾਸੀ ਲੱਖੋ, ਉਹਦੇ ਸੁਪੁੱਤਰ ਹੋਏ ਨੇ ਬਾਬਾ ਰਾਮ ਥੰਮਣ ਜੀ ਬੈਰਾਗੀ। ਕਸੂਰ ਵਿੱਚ ਬਹੁਤ ਵੱਡਾ ਮੇਲਾ ਭਰਦਾ ਉਹਨਾਂ ਦੀ ਯਾਦ ਵਿੱਚ। ਇੱਥੇ ਬਟਾਲੇ ਦੇ ਲਾਗੇ ਗੁਰਦਾਸਪੁਰ ਜ਼ਿਲ੍ਹੇ 'ਚ ਖੁਜਾਲਾ ਪਿੰਡ ਹੈ, ਉੱਥੇ ਵੀ ਉਹਨਾਂ ਦੀ ਯਾਦ 'ਚ ਗੁਰੂ ਘਰ ਬਣਿਆ। ਜਦੋਂ ਨੂੰ ਮਾਈ ਲੱਖੋ ਗਈ ਵਾਪਸ ਤੇ ਉਹਨੇ ਕੋਠੇ ਚੜ੍ਹ ਕੇ ਹੀ ਰੌਲਾ ਪਾਤਾ ਵੀ ਇਸ ਦਾ ਘਰ ਛੱਡਣਾ ਹੈ, ਜਿਹੜਾ ਕੁਛ ਲਿਜਾਇਆ ਜਾਂਦਾ ਲੈ ਜਾਓ, ਸਭ ਕੁਛ ਲੁਟਾਤਾ। ਫਿਰ ਮਾਸੀ ਆਈ, ਕਹਿੰਦੀ ਪੁੱਤ ਗਲਤੀ ਹੋ ਗਈ, ਮੇਰਾ ਪੁੱਤਰ ਤੇਰੇ ਕਹਿਣ ਨਾਲ ਹੋ ਗਿਆ ਕਮਲਾ, ਇਹਦਾ ਭਲਾ ਕਰ। ਸਤਿਗੁਰ ਕਹਿੰਦੇ ਕੌਣ ਕਹਿੰਦਾ ਕਮਲਾ, ਉਹ ਤਾਂ ਬੈਰਾਗੀ ਮਹਾਤਮਾ ਹੈ। ਇਹੋ ਜਿਹਾ ਬੈਰਾਗ ਲੱਗਿਆ, ਸਾਰੀ ਜ਼ਿੰਦਗੀ ਭਗਤੀ ਕੀਤੀ, ਸੰਸਾਰ ਵੱਲੋਂ ਬੈਰਾਗੀ ਰਹੇ, ਜਪ ਤਪ ਜੀ ਸਮਾਂ ਲੰਘਾਇਆ। ਆਖੋ ਸਤਨਾਮ। ਬਾਬਾ ਰਾਮ ਥੰਮਣ ਜੀ ਬੈਰਾਗੀ। ਹੁਣ ਅੱਜ ਇਹੀ ਗੱਲ ਮਾਤਾ ਨੂੰ ਯਾਦ ਆ ਗਈ। ਮਾਤਾ ਤ੍ਰਿਪਤਾ ਦੇ ਅੱਖਾਂ ਚੋਂ ਪਾਣੀ ਕਿਰਿਆ। ਸਤਿਗੁਰ ਪੁੱਛਦੇ ਆ, ਮਾਂ ਰੋਂਦੀ ਕਿਉਂ ਐ, ਦੱਸ ਕੀ ਦੁੱਖ ਹੈ? ਤੇ ਮਾਤਾ ਤ੍ਰਿਪਤਾ ਕਹਿੰਦੀ ਪੁੱਤਰ ਹੋਰ ਲੋਕ ਤਾਂ ਕਹਿੰਦੇ ਹੀ ਸੀ ਵੀ ਤੇਰਾ ਪੁੱਤ ਕਮਲਾ ਹੈ, ਪਰ ਘਰ ਦੇ ਨੌਕਰ ਵੀ ਕਮਲਾ ਕਹਿਣ ਲੱਗ ਗਏ। ਕਹਿੰਦੇ ਕੀ ਗੱਲ? ਕਹਿੰਦੇ ਆ ਦੇਖ ਤੁਲਸਾਂ ਦਾਸੀ, ਇਹਨੇ ਮੈਨੂੰ ਦੱਸਿਆ ਵੀ ਗੁਰੂ ਨਾਨਕ ਤਾਂ ਇੱਥੇ ਹੈ ਨਹੀਂ। ਇਹਨੇ ਫਿਰ ਮਹਾਰਾਜ ਕਹਿੰਦੇ ਇਹਨੇ ਕੀ ਗਲਤ ਕਹਿਤਾ? ਕਹਿੰਦੀ ਇਹ ਕਹਿੰਦੀ ਹੈ ਕਿ ਮੈਂ ਜਦੋਂ ਗੁਰੂ ਨਾਨਕ ਦੇ ਚਰਨਾਂ ਨੂੰ ਹੱਥ ਲਾਇਆ, ਮੈਨੂੰ ਦਿਸ ਗਿਆ ਵੀ ਆਪਣਾ ਨਾਨਕ ਉਹ ਸੰਗਲਾ ਦੀਪ ਦੇ ਵਿੱਚ ਭਾਈ ਮਨਸੁਖ ਦੇ ਜਹਾਜ਼ ਨੂੰ ਮੋਢਾ ਲਾ ਕੇ ਪਾਰ ਕਰ ਰਹੇ ਨੇ। ਕਾਲੋ ਭਾਈ ਮਨਸੁਖ ਵਪਾਰੀ ਸੀ, ਬਹੁਤ ਤਕੜਾ ਵਪਾਰੀ ਸੀ, ਜਿਹਨੇ ਰਾਜੇ ਸਿਵਨਾਭ ਨੂੰ ਗੁਰੂ ਨਾਨਕ ਦੀ ਦੱਸ ਪਾਈ ਸੀ। ਤੁਲਸਾਂ ਦਾਸੀ ਕਹਿੰਦੀ ਮੈਂ ਦੇਖਿਆ ਇਹ ਤਾਂ ਡੁੱਬਦੇ ਜਹਾਜ਼ ਨੂੰ ਮੋਢਾ ਲਾ ਕੇ ਪਾਰ ਕਰ ਰਹੇ ਨੇ। ਮਾਤਾ ਤ੍ਰਿਪਤਾ ਕਹਿੰਦੀ ਹੁਣ ਇਹ ਮਜ਼ਾਕ ਹੈ। ਸਤਿਗੁਰ ਕਹਿੰਦੇ ਤੂੰ ਇਹ ਕਮਲੀ ਦੀ ਗੱਲ ਤੇ ਯਕੀਨ ਕਰ ਲਿਆ। ਤੇ ਤੁਲਸਾਂ ਦਾਸੀ ਜਦੇ ਹੀ ਕਮਲੀ ਹੋ ਗਈ ਗੁਰੂ। ਹੁਣ ਭੈਣ ਨਾਨਕੀ ਨੇੜੇ ਹੋਈ, ਕਹਿੰਦੀ ਵੀਰ ਜੀ ਇਹ ਕੀ ਬਚਨ ਕਰਤਾ? ਇਹ ਤਾਂ ਕਮਲੀ ਕਹਿਤਾ ਤੁਸੀਂ ਨਿੱਕੀ ਜੀ ਗੱਲ ਤੇ। ਸਤਿਗੁਰ ਕਹਿੰਦੇ ਭੈਣੇ ਗੁਣ ਮਿਲਣਾ ਗੱਲ ਹੋਰ ਹੈ, ਕਲਾ ਸ਼ਕਤੀ ਆ ਜਾਣੀ ਗੱਲ ਹੋਰ ਹੈ। ਜਿਹੜਾ ਉਹਨੂੰ ਛੁਪਾਵੇ ਨਾ ਉਹ ਵੀ ਕਮਲਾ ਹੀ ਹੁੰਦਾ। ਆਖੋ ਸਤਨਾਮ। ਸਾਬਰ ਅੰਦਰ ਸਾਬਰੀ ਤਨ ਏਵੈ ਜਾਲੇਨ, ਹੁਣ ਨਜੀਕ ਖੁਦਾਏ ਦਾ ਭੇਤ ਨਾ ਕਿਸੈ ਦੇਣ। ਹੁਣ ਅੱਜ ਕੱਲ ਰੌਲਾ ਕੀ ਹੈ? ਮਾੜੀ ਜੀ ਗੱਲ ਦਾ ਪਤਾ ਲੱਗ ਜੇ ਫਿਰ ਰੌਲਾ ਹੀ ਪਾਉਨੇ ਆਪਾਂ ਗੁਰਮੁਖ। ਚਲੋ ਗੁਣਾਂ ਦਾ ਤਾਂ ਪਾ ਲਓ, ਵੰਡੋ ਜਿੰਨਾ ਵੰਡਿਆ ਜਾਂਦਾ ਗੁਣ, ਔਗਣਾਂ ਦਾ ਵੀ ਪਾਈ ਜਾਂਦੇ ਆ। ਇਹ ਕਿਹਨੇ ਸਿਖਾਇਆ? ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕਮਲੀ ਤਾਂ ਕਿਹਾ ਇਹਨੂੰ ਬ੍ਰਹਮ ਗਿਆਨ ਤਾਂ ਪ੍ਰਾਪਤ ਹੋ ਗਿਆ ਸੀ, ਪਰ ਇਹ ਤੋਂ ਸੰਭਾਲਿਆ ਨਹੀਂ ਗਿਆ। ਆਖੋ ਸਤਨਾਮ। ਭੈਣ ਨਾਨਕੀ ਨੂੰ ਕਹਿੰਦੇ ਨਾਨਕੀ ਤੈਨੂੰ ਪਤਾ ਹੈ ਉਹ ਤਾਂ ਭੇਦ ਨਹੀਂ ਕਿਸੇ ਨੂੰ ਦੱਸਦੇ,
ਉਹ ਤਾਂ ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਨੇੜੇ ਰੱਬ ਦੇ। ਉਹ ਤਾਂ ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਨੇੜੇ ਰੱਬ ਦੇ। ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਨੇੜੇ ਰੱਬ ਦੇ। ਉਹ ਤਾਂ ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਨੇੜੇ ਰੱਬ ਦੇ। ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਨੇੜੇ ਰੱਬ ਦੇ। ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਨੇੜੇ ਰੱਬ ਦੇ। ਉਹ ਤਾਂ ਭੇਦ ਨਹੀਂ ਕਿਸੇ ਨੂੰ ਦੱਸਦੇ, ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਨੇੜੇ ਰੱਬ ਦੇ। ਉਹ ਤਾਂ ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਨੇੜੇ ਰੱਬ ਦੇ। ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਨੇੜੇ ਰੱਬ ਦੇ। ਉਹ ਤਾਂ ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਨੇੜੇ ਰੱਬ ਦੇ। ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਨੇੜੇ ਰੱਬ ਦੇ। ਉਹ ਤਾਂ ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਨੇੜੇ ਰੱਬ ਦੇ। ਸਬਰ ਅੰਦਰ ਸਾਬਰੀ ਤਨੇ ਵਜਾ ਲੈਣਾ ਹੁਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣਾ। ਜਿਹੜੇ ਮਾਲਕ ਦੇ ਨੇੜੇ ਹੋ ਜਾਣ ਉਹ ਰੌਲਾ ਹੀ ਨਹੀਂ ਪਾਉਂਦੇ। ਦੇਖਿਆ ਨਾ, ਖਾਲੀ ਭਾਂਡਾ ਵੱਧ ਖੜਕੂ ਚਾਰ ਦਾਣੇ ਪਾ ਦੋ ਰੌਲਾ ਘਟ ਜਾਂਦਾ ਹੈ। ਜਿਨ੍ਹਾਂ ਕੋਲੇ ਰੱਬ ਸੀ ਉਹਨਾਂ ਨੇ ਰੌਲਾ ਹੀ ਨਹੀਂ ਪਾਇਆ। ਆਖੋ ਸਤਨਾਮ ਵਾਹਿਗੁਰੂ। ਭੈਣ ਨਾਨਕੀ ਕਹਿੰਦੀ ਵੀਰ ਜੀ ਫਿਰ ਵੀ ਆਪਣੇ ਘਰ ਦੀ ਸੇਵਾ ਕਰਦੀ ਹੈ। ਮਹਾਰਾਜ ਫਿਰ ਦਇਆ ਦੇ ਘਰ ਚ ਆ ਗਏ, ਕਹਿੰਦੇ ਮੈਂ ਦੁਨੀਆਦਾਰੀ ਵਾਲਾ ਕਮਲ ਨਹੀਂ ਦਿੱਤਾ, ਰਹੂਗੀ ਤਾਂ ਕਮਲੀ ਹੋਈ, ਪਰ ਇਹਦੇ ਤੇ ਸੰਸਾਰੀ ਮੋਹ ਲਾਲਚ ਦਾ ਕੋਈ ਅਸਰ ਨਹੀਂ ਹੋਊਗਾ। ਸੰਸਾਰੀ ਮੋਹ ਲਾਲਚ ਦਾ, ਬੁਰਾਈਆਂ ਦਾ ਅਸਰ ਨਹੀਂ ਹੋਊਗਾ। ਇਹ ਰਹੂਗੀ ਤਾਂ ਸੇਵਕ, ਪਰ ਜਿੱਥੇ ਗੁਰੂ ਨਾਨਕ ਦੇ ਦਰ ਘਰ ਦੀ ਗੱਲ ਚੱਲੂ ਜ਼ਿਕਰ ਇਹਦਾ ਵੀ ਹੋਇਆ ਕਰੂ। ਦੇਖੋ ਪਿਆਰਿਓ, ਜਿਵੇਂ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਨਾ ਬਹਾਦਰ ਬਾਬਾ ਵਿਧੀ ਚੰਦ ਜੀ ਨੂੰ, ਕਹਿੰਦੇ ਤੇਰੇ ਘਰ ਦੇ ਤਾਂ ਕੁੱਤਿਆਂ 'ਚ ਵੀ ਕਰਾਮਾਤ ਹੋਇਆ ਕਰੂ। ਤੇ ਮਹਾਰਾਜ ਦੀਆਂ ਵਡਿਆਈਆਂ ਸ਼ੁਰੂ 'ਚ ਪੜਿਆ ਸੀ ਨਾ, ਗਿਆਨ ਧਿਆਨ ਦਾ ਪਤਾ ਨਾ ਕੋਈ ਸਾਰ ਨਾ ਮੈਂ ਤੇਰੀ ਜਾਣਦਾ, ਕਰਿਆ ਕਰੋ ਸੇਵਾ ਗੁਰੂ। ਅੱਜ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਮੱਥਾ ਟੇਕਦੇ ਹੋ, ਸੇਵਾ ਕਰਦੇ ਹੋ ਨਾ, ਸ਼ਰਧਾ ਨਾਲ ਕਰਿਆ ਕਰੋ, ਕਿਉਂਕਿ ਜੋਤ ਉਹੀ ਹੈ, ਉਹੀ ਜੋਤ ਹੈ। ਜਿਨ੍ਹਾਂ ਨੇ ਭਰੋਸਾ ਕਰ ਲਿਆ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਨਾਨਕਸਰ ਬਾਰੇ। ਦੇਖੋ ਨਾਨਕਸਰ ਇੱਕ ਬਣਾਇਆ ਸੀ ਨਾ, ਅੱਜ ਵਿਦੇਸ਼ਾਂ ਵਿੱਚ ਵੀ ਜਾਈਦਾ, ਹਰ ਥਾਂ ਨਾਨਕਸਰ ਠਾਠ ਬਣੀ ਹੋਈ ਹੈ। ਪ੍ਰਗਟ ਕਰਕੇ ਕਹਿੰਦੇ ਭੋਜਨ ਛਕਾਇਆ ਜਿਨ੍ਹਾਂ ਦੀ ਸ਼ਰਧਾ ਗੁਰੂ। ਭਰੋਸਾ ਬਣਾ ਲਓ, ਟੁੱਟਣ ਨਾ ਦਿਓ ਸ਼ਰਧਾ। ਭੈਣ ਨਾਨਕੀ ਨੇ ਮਹਾਰਾਜ ਨੂੰ ਕਿਹਾ, ਇਹਨੂੰ ਕਮਲੀ ਕਿਉਂ ਆਖਿਆ? ਮਹਾਰਾਜ ਕਿਰਪਾ ਕਰ ਦਿਓ। ਸਤਿਗੁਰ ਕਹਿੰਦੇ ਭੈਣ ਜੀ ਦੁਨੀਆਦਾਰੀ ਵਾਲਾ ਕਮਲ ਨਹੀਂ ਹੋਊਗਾ, ਇਹ ਸੇਵਕ ਰਹੂਗੀ, ਨਾਮ ਜਪੂਗੀ ਸਾਰੀ ਜ਼ਿੰਦਗੀ, ਇਹਦਾ ਲਾਲਚ ਬੰਨੀ ਮਨ ਨਹੀਂ ਜਾਊ, ਸਿਮਰਨ ਚ ਹੀ ਲੰਘਾਉਣਾ ਸਮਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਦੀਆਂ ਵੀ ਖੇਡਾਂ ਮੇਰੇ ਸਤਿਗੁਰ ਨੇ ਵਰਤਾਈਆਂ। ਸੁਲਤਾਨਪੁਰ ਵੀ ਰਹੇ, ਦੇਖੋ ਨੌਕਰੀ ਵੀ ਕੀਤੀ, ਵਿਆਹ ਸ਼ਾਦੀ ਵੀ ਕਰਵਾਇਆ। ਧੰਨ ਧੰਨ ਬਾਬਾ ਸ੍ਰੀ ਚੰਦਰ ਜੀ ਭਗਵਾਨ, ਧੰਨ ਧੰਨ ਬਾਬਾ ਲਖਮੀ ਦਾਸ ਜੀ, ਬੱਚੇ ਵੀ ਦੋ ਪੈਦਾ ਕੀਤੇ। 3 ਸਾਲ ਦਾ ਫਰਕ ਸੀ ਦੋਵਾਂ ਦਾ ਉਮਰ ਵਿੱਚ, ਪਰ ਸਦਾ ਹੀ ਨਹੀਂ ਮੋਹ ਜਾਲ ਚ ਫਸੇ ਰਹੇ। ਉਹ ਵੀ ਸਮਾਂ ਆਇਆ, ਸੰਤ ਘਾਟ ਗੁਰਦੁਆਰਾ ਸਾਹਿਬ ਜਿੱਥੇ ਸੁਲਤਾਨਪੁਰ ਲੋਧੀ ਵਸਿਆ ਨਾ, ਇੱਥੋਂ ਚੱਲੇ। ਭੈਣ ਨਾਨਕੀ ਕਹਿੰਦੀ ਵੀਰ ਜੀ ਤੁਹਾਨੂੰ ਬੱਚਿਆਂ ਦਾ ਮੋਹ ਨਹੀਂ ਆਉਂਦਾ?
महाराज कहंदे कल्ले श्री चंद्र ते लक्ष्मी दास ही मेरे नहीं हैगे, ये कल्ले ही मेरे नहीं, सारी दुनिया मेरे ही पुत्र धीआं। आखो सतनाम श्री वाहिगुरु। कहा भी है ते बना के भी दिखाया। बीबीओ तुसी ध्यान करना, होर धर्मां विच खास करके औरत नाल वितकरा रखे। असी निंदा नहीं करते पर समझना तो पैना है ना। एक अपना ही धर्म है, जे बाणी पढ़न की गल है तां भी बीबियां नूं बराबर। इको आवाज गुरु नानक दे घर चों उठी, भंड जम्मी है भंड नीमी है, भंड मंगन विआहो, भंडो होवै दोस्ती भंडो चलै राहो, भंड मुआ भंड भाली है, भंड होवै बंधान, सो क्यों मंदा आखी है, जित जम है राजान। कल्ला कह के नहीं सारिया। जदों मेरे कलगीधर पातशाह ने खंडे बाटे दा अमृत तैयार कीता ना, जिथे भाइयां नूं अमृत छकाया, 5 सीस लए, थोड़े तो तां सीस भी नहीं मंगया। बैठियां बिठाइयां नूं मिलिया। कई ना कहणगे भी बीबियां करके आ हुंदा है, आ हुंदा है। ये वध गुरुद्वारे जांदियां, डेरियां जांदियां, डेरे डेरे विच भी फर्क हुंदा है। जिथे गुरमत दी गल है, कोई लोड़ नहीं डरन दी घबराउण दी। कहा करो भी वध जावांगे, क्यों? तुहानूं सत्कार ही गुरु घर ने दिता है। इसे करके बेनतियां मैं हर थां करदा रहना, अपने बच्चियां नूं केसाधारी जरूर बनाओ, बच्चियां नूं भी बाणी पढ़ाओ। आ देखो साडे तो पहला बच्चियां किन्ना सोहना कीर्तन करदियां सी। मुसलमानां दियां भी बीबियां हैगियां, मसीत च जाके दिखाउण गुरु। हिंदुआं दियां बीबियां हैगियां, किते पुछ के देख लियो भी भैन जी तुहाडे धर्म दा चिन्ह है जनेऊ, तेरा जनेऊ कित्थे है? ओही दस दू भी साडे तां आग्या नहीं जनेऊ पाउण दी। ते तुहाडे ते महाराज ने किरपा कीती, खंडे बाटे दा अमृत दिता। श्री साहिबां पाई बैठियो ना, ये कलगीधर दी देन है। जे गुरु नानक ने कहा कि सब बराबर ने, ते बराबर करके भी दिखाता। आखो सतनाम। कोई वितकरा रखिया ही नहीं। धन माई भागो दा जीवन पढ़ लो, किड्डी किरपा। माता साहिब कौर जी नूं कहा सी, कहंदे खालसा पंथ सारा तेरी झोली पाया, तेरे ही पुत्र है खालसा पंथ। किन्ना मान सतगुर ने बख्शिया। धन गुरु नानक दे महाराज कहंदे, भैन नानकी जी लक्ष्मी दास ते श्री चंद ही कल्ले मेरे नहीं हैगे, सारी दुनिया मेरे ही पुत्र धीआं। आखो सतनाम। असीं संसार दा भी भला करना है। कोई पहाड़ ते चढ़िया बैठा बली कंधारी, उन्हों भी सुधारना है। किन्ने जेड़े धर्म दे नां ते गलत कर्म करदे हैं, उन्हां दा भला करना है। ते भैन नानकी कहंदी, जे किते साडा मिलण नूं जी करे, मेरे सतगुर कहंदे फिकर ना करियो, जदों भी भैन जी तुसी याद करोगे मैं हाजिर हो जा करूंगा। आखो सतनाम। श्री वाहिगुरु। किन्ना मान महाराज ने दिता। ते जदों भी भैन नानकी ने याद किया, सतगुर हाजिर हुंदे। कल सुनिया सी ना, नानकी पकावे रोटियां, छोटा वीर बैठा प्रेम नाल खावे। वो याद खिच प्यार दी। हुण वो रिश्ते घटदे जांदे है। कल्ले जमीन जायदादा वंडाउण तक ही सीमित ना रहा करो। दुख वंडाओ, प्यार वधाओ। 4 दिनां दी जिंदगी है, की पता इत्थे उठना मिलना है या नहीं मिलना। गुरमुखो करो कर्म ऐसे करे, याद दुनिया तुहाडे लई करे फरियाद दुनिया। जेड़ा रोंदे नूं हसावे, डिग्गे नूं उठावे, दुनिया नूं सीधे राह पाउण लग जे, ओही है इंसान, ओही है देवता। जेड़ा गैरां नूं भी अपना बनाउण लग जाए। औगण नहीं देखने, सुधार करना है। सुल्तानपुर तो उदासियां शुरू कीतियां, कई थामां ते चरण पाए, ते चलदे चलदे गुरु नानक तीजी उदासी वेले अपने इलाके च आए ने। लो ये भी आपां जिक्र कर ही लईए, क्योंकि ये धरती नूं महाराज ने बड़ा मान दिता है। आ पीड़ी भीत जिला पैंदा है ना,
मेरे गुरु हरगोबिंद साहब महाराज ने पीली भीत भी चरण पाए। गुरुद्वारा साहिब पातशाही छेवीं उत्थे बनिया होया गुरमुख प्यारे। इत्थों दा जेड़ा राजा सी ना, राजा बाज बहादुर, ये ग्वालियर दे किले विच कैद कीता होया सी बादशाह जहांगीर ने। ये रियासत सारी उन्हें कब्जे च ले ली सी पहला। ते जदों गुरु हरगोबिंद साहब महाराज ग्वालियर दे किले पहुंचे, लैके तां गए सी भजन दे बहाने, पर उत्थे मारन दी भी कोशिश की। मेरे सतगुर ने सत्संग करना, नाम बाणी पढ़नी सुननी, अब बंदी छोड़ दिवस जेड़ा मनाउने हो ना, इस दिन गुरु हरगोबिंद साहब जी ने 52 राजियां नूं रिहा कराया सी। वो भी पता किन्ना नूं, जिन्हां नूं हुक्म सी भी इन्हां नूं जिउंदे बाहर नहीं कढना। ग्वालियर दा किला ऐसी जेल सी, ओनू बंद करदे सी जिन्हूं जिउंदा बाहर ना कढना हुंदा। ते मोटे मोटे थंम जेड़े गए हो, तुहानूं पता होना, नहीं जाके वेखियो, बड़े बड़े थंम ने, 2 जणियां दे जफे च भी नहीं आउंदे। उन्हां नाल मोटे मोटे संगल पा के नूड़े होए सी ये सारे राजे। इक्को ही खूह है, एक रस्ता जांदा थोड़ा जिहा पौड़ियां उतर के, उहदे विच जांदे सी थल्ले, उत्थे ही नहाउंदे, उत्थे ही मल मूत्र हथ पल्ला धोंदे ते ओही पानी पीना पैंदा सी। गुरु बड़े दुखी सी मेरे गुरु हरगोबिंद साहब सतगुरु बंदी छोड़। उन्हां ने गुरमुख प्यारिओ इन्हां नूं रिहा कराया सी। पीली भीत दा राजा बाज बहादुर गुरु हरगोबिंद साहब जी ने रिहा कराया सी। इत्थे राज करदा हुंदा सी। ਉਹਦੇ करके महाराज ने चरण पाए। चरण क्यों पाए सी, लो हुण ये सुनियो। जेड़ा नानक मत्ता पावन स्थान है ना, जिला शहीद ऊधम सिंह नगर, इत्थे किसे समय गोरखनाथ दे चेलियां दा बोलबाला सी। गुरु उन्हां दा डेरा सी। भगती करके शक्तियां प्राप्त कर लियां, दुनिया तो अपनी पूजा कराउंदे। चलो कोई भी गुणवान है, देखो असी पूजा नूं गलत नहीं मनदे, जिहदे विच गुण है ओहदा तां सत्कार हो गुरु को, पर गलती उन्हां दी पता की सी? शक्ति प्राप्त करनी गलती नहीं सी, पूजा करनी कराउनी गलत नहीं सी। गलती ये सी भी समय नाल उन्हां ने उपदेश गलत दिता। वो की सी? वो कहंदे सी भी जिन्हें रब दी प्राप्ति करनी है वो घर बार छड्डे, परिवार छड्डे, गृहस्थ जीवन नूं त्याग के बैरागी त्यागी होवे। इसे करके कई राजियां दे पुत्र भी राज भाग छड्ड के जोगी बन गए सी। जे हुण ये प्रथा चलदी रहिंदी, सच दस्सिओ कि असीं परमात्मा दी प्राप्ति कर सकदे सी? चलो जे 2-4 छड्ड भी दिंदे तां सारे तां नहीं सी ना कर सकदे। मेरे गुरु नानक नूं तां वड्डा कहने आ, ऐसा धर्म चलाता, बीबियां भी घर काम धंधा करदियां, नाम जपदियां, बच्चे भी जपदे ऐ, बुढ़े भी जपदे ऐ। जिवें नदियां ते पुल नहीं सी ना हुंदे, कोई बड़ी मुश्किल नाल तर के जां बेड़ी राहीं पार करदा सी, पर साइंस ने पुल बनाते। पुल दा आसरा लैके जेड़ा भी चलूगा वो नदी जां दरिया दे उपर दी लंघ जांदा है। गुरु नानक ने भी बाणी रूपी पुल बनाया है। पुल विच एक गुण हुंदा, वो कदे नहीं पुछदा भी चोर है, साध है, ठग है, कौन है, जेड़ा भी चलू वो पार। इसे तरह पुछदी गुरबाणी भी नहीं, जेड़ा भी पढ़दा सुनदा मन ले, बस चले इहदे मुताबिक, फिर गुरमुख प्यारिओ वो भी पार हो जाता है। वाहिगुरु नाम जहाज है, चढ़े सो उतरे पार, जो शरदा कर सेवंदे गुर पार उतारना। पढ़ते हैं ना दोहरा, एवें नहीं बनिया गल्लां। सतगुरु नानक दे महाराज ने सिद्धा नाथां जोगियां नाल जिहड़ी गोष्ठी कीती, वो इसे करके कीती सी कि तुसी दुनिया नूं उपदेश गलत दिंदे हो, होर कोई रौला नहीं सी।
ਐਂ ਤਾਂ ਜੇ ਸਾਰੇ ਰਾਜੇ ਘਰ-ਬਾਰ ਛੱਡ ਕੇ ਜੰਗਲਾਂ ਨੂੰ ਵਾਗੇ ਫਿਰ ਬਾਕੀ ਦੁਨੀਆ ਦਾ ਕੀ ਬਣੂ? ਜੇ ਸਾਰੇ ਹੀ ਘਰ-ਬਾਰ ਛੱਡ ਦਈਏ ਸੰਸਾਰ ਕਿਵੇਂ ਚੱਲੂਗਾ ਗੁਰਮੁਖੋ? ਗਲਤ ਸੀ ਵਿਚਾਰ। ਗੁਰੂ ਨਾਨਕ ਸਾਹਿਬ ਕਹਿੰਦੇ ਨਾਲੇ ਤਾਂ ਇਹਨਾਂ ਨੂੰ ਮਾੜਾ ਕਹਿੰਦੇ ਹੋ ਤੇ ਨਾਲੇ ਫਿਰ ਇਹਨਾਂ ਦੇ ਘਰਾਂ 'ਚ ਹੀ ਮੰਗਣ ਜਾਂਦੇ ਹੋ। ਇਹ ਕਿਹੜੀ ਗੱਲ ਹੋਈ ਬਈ? ਇਹ ਤਾਂ ਦੋਗਲਾ ਹੋ ਗਿਆ ਕੰਮ। ਇਦਾਂ ਨਹੀਂ ਚਾਹੀਦਾ। ਜਿਹੜਾ ਗੁਰੂ ਪੀਰ ਦਾ ਹੈਗਾ ਨਾ ਉਹ ਗੁਰਮੁਖ ਪਿਆਰਿਓ ਮੰਗਦਾ ਨਹੀਂ, ਉਹ ਤਾਂ ਦਾਤਾਂ ਦਿੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਾਤਾਂ ਦਿੰਦਾ ਹੈ। ਗੁਰੂ ਨਾਨਕ ਦੇ ਮਹਾਰਾਜ ਨੇ ਜਦੋਂ ਵੇਖਿਆ ਇੱਥੇ ਨਾਨਕ ਮੱਤਾ ਜਿੱਥੇ ਹੁਣ ਬਣਿਆ ਹੈ ਇਹਦਾ ਨਾਮ ਸੀ ਪਹਿਲਾਂ ਗੋਰਖ ਮੱਤਾ ਗੁਰਮੁਖ। 1508 ਈਸਵੀ ਦੇ ਵਿੱਚ ਤੀਜੀ ਉਦਾਸੀ ਵੇਲੇ ਗੁਰੂ ਨਾਨਕ ਸਾਹਿਬ ਇੱਥੇ ਆਏ ਗੁਰਮੁਖ। ਉਦੋਂ ਨਾਮ ਸੀ ਗੋਰਖ ਮੱਤਾ, ਹੁਣ ਹੈ ਨਾਨਕ ਮੱਤਾ। ਸਰਕਾਰੀ ਕਾਗਜ਼ਾਂ ਵਿੱਚ ਵੀ ਨਾਨਕ ਮੱਤਾ ਪੂਰੇ ਏਰੀਏ ਦਾ ਨਾਮ। ਇਹ ਕਿਵੇਂ ਬਣਿਆ? ਗੁਰੂ ਨਾਨਕ ਦੇ ਮਹਾਰਾਜ ਜਦੋਂ ਆਏ ਤੇ ਗੋਰਖਨਾਥ ਦੇ ਚੇਲੇ ਇੱਥੇ ਰਹਿੰਦੇ ਸੀ ਗੁਰਮੁਖ ਪਿਆਰੇ, ਭਰਥਰਨਾਥ ਵਰਗੇ। ਮਹਾਰਾਜ ਆ ਕੇ ਬਹਿ ਗਏ। ਜਿਹੜਾ ਪਿੱਪਲ ਹੈ ਨਾ, ਪਿੱਪਲ ਇਹ ਸੁੱਕਾ ਪਿਆ ਸੀ। ਗੁਰੂ ਨਾਨਕ ਦੇ ਮਹਾਰਾਜ ਨੇ ਮਰਦਾਨਾ ਜੀ ਨੂੰ ਆਖਿਆ, ਮਰਦਾਨਾ ਜੀ ਰਬਾਬ ਵਜਾਓ, ਬਾਣੀ ਆਈ ਹੈ, ਆਪਾਂ ਬਾਣੀ ਰਾਹੀਂ ਅਕਾਲ ਪੁਰਖ ਦੇ ਦਰਸ਼ਨ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋੜੋ ਸੁਰਤ। ਮਰਦਾਨਾ ਜੀ ਨੇ ਰਬਾਬ ਵਜਾਈ, ਮੇਰੇ ਸਤਿਗੁਰ ਨੇ ਬਾਣੀ ਗਾਈ। ਐਸਾ ਆਨੰਦ ਬਣਿਆ ਗੁਰਮੁਖੋ, ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀ ਵਾਹੇ। ਮੇਰੇ ਗੁਰੂ ਨਾਨਕ ਦੇ ਕੋਲੋਂ ਸੁਣ ਕੇ ਬਚਨ, ਜਿਹੜਾ ਸੁੱਕਾ ਪਿਆ ਸੀ ਨਾ ਪਿੱਪਲ, ਇਹ ਕਹਿੰਦੇ ਕਰੂੰਬਲਾਂ ਕੱਢਣ ਲੱਗ ਗਿਆ, ਕਰੂੰਬਲਾਂ ਹਰਾ ਹੋਣ ਲੱਗ ਗਿਆ। ਤੇ ਗੁਰਮੁਖ ਪਿਆਰਿਓ ਜਿਹੜੇ ਸਿੱਧਨਾਥ ਜੋਗੀ ਸੀ ਇਹਨਾਂ ਨੇ ਦੇਖਿਆ ਵੀ ਇਹਦੇ ਆਉਣ ਨਾਲ ਪਿੱਪਲ ਹਰਾ ਹੋਈ ਜਾਂਦਾ ਹੈ। ਈਰਖਾ 'ਚ ਸੜ ਉੱਠੇ। ਈਰਖਾ ਦੇ ਵਿੱਚ ਸੜ ਉੱਠੇ ਕਿ ਸਾਥੋਂ ਤਾਂ ਇਹ ਹਰਾ ਨਹੀਂ ਹੋਇਆ, ਇਹ ਹਰਾ ਕਰੀ ਜਾਂਦੇ। ਵਿਰੋਧ ਕਰਨ ਵਾਸਤੇ ਬਿਉਂਤਾਂ ਬਣਾਉਣ ਲੱਗੇ ਵੀ ਇਹਨਾਂ ਨੂੰ ਅਸੀਂ ਕਿਵੇਂ ਭਜਾਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੋਇਆ ਕਿ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਕੀਰਤਨ ਕਰੀ ਜਾਣ। ਸਿੱਧਾਂ ਨੇ ਆਪਣੀ ਸ਼ਕਤੀ ਦੇ ਨਾਲ ਕੀ ਕੀਤਾ, ਜਿਹੜਾ ਪਿੱਪਲ ਸੀ ਗੁਰਮੁਖ ਪਿਆਰਿਓ ਉਹਨੂੰ ਨਾ ਪੱਟਣਾ ਸ਼ੁਰੂ ਕਰਤਾ ਵੀ ਅਸੀਂ ਇਹਨੂੰ ਹਵਾ 'ਚ ਹੀ ਉਡਾ ਦੇਣਾ। ਮਰਦਾਨਾ ਜੀ ਕਹਿੰਦੇ ਸਤਿਗੁਰ ਅੱਖਾਂ ਬੰਦ, ਕੀਰਤਨ ਤਾਂ ਕਰੀ ਜਾਂਦੇ ਹੋ, ਥੋੜਾ ਇੱਧਰ ਵੀ ਧਿਆਨ ਮਾਰੋ। ਇਹ ਸਾਧ ਜੋਗੀ ਬਸ ਨਹੀਂ ਆਉਣੇ, ਇਹ ਆਪ ਨੂੰ ਮਾਰਨਾ ਚਾਹੁੰਦੇ ਨੇ। ਆ ਪਿੱਪਲ 8-10 ਹੱਥ ਉੱਪਰ ਉੱਠ ਚੱਲਿਆ ਇਹ ਤਾਂ। ਮੇਰੇ ਸਤਿਗੁਰ ਨੇ ਦਿੱਤਾ ਧਿਆਨ, ਪੰਜਾ ਲਾਤਾ, ਕਹਿੰਦੇ ਰੁਕ ਜਾ। ਮਰਦਾਨਾ ਕਹਿੰਦਾ ਮਹਾਰਾਜ ਉੱਠ ਕੇ ਪਾਸੇ ਹੋ ਜਾਓ, ਜੜ ਕੱਢਤੀ ਇਹਦੀ। ਸਤਿਗੁਰ ਕਹਿੰਦੇ ਡਰਨਾ, ਇਹ ਕਿਤੇ ਨਹੀਂ ਜਾਂਦਾ, ਇਹ ਤਾਂ ਸਦਾ ਹੀ ਰਹੂਗਾ। ਆਖੋ ਸਤਨਾਮ ਸੋ ਨਿਹਾਲ। ਸਤਿ ਸ੍ਰੀ ਅਕਾਲ। ਗੁਰਮੁਖ ਪਿਆਰਿਓ ਇਹ ਮਾਲਕ ਦੀ ਬਖਸ਼ਿਸ਼ ਸੀ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਗੁਰ 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 ਪ੍ਰਸਾਦ ਪਰਮ ਪਦ ਪਾਇਆ,
सूके कासुट हरिया। प्रसाद परम पद पाया 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 सूके कासुट हरिया। ऐसी किरपा महाराज ने कीती सुक्किया पिपल हरा होया। सत्कारयोग बीबी इंद्रजीत कौर जी जिन्हां नूं कुछ जरूरी रुझेवां चलो ਜ਼ਿੰਮੇਵਾਰੀਆਂ ਹੁੰਦੀਆਂ ਉਹਨਾਂ ਨੇ ਜਾਣਨਾ ਹੈ। ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਆਇਆਂ ਨੂੰ ਜੀ ਆਇਆਂ ਨੂੰ ਕੋਟਾਨ ਕੋਟ ਵਾਰ ਧੰਨਵਾਦ। ਖਿਆਲ ਕਰਨਾ ਗੁਰੂ ਨਾਨਕ ਦੇ ਮਹਾਰਾਜ ਨੇ ਨਾਲੇ ਤਾਂ ਸੁੱਕਾ ਪਿੱਪਲ ਕੀਤਾ ਹਰਾ ਤੇ ਨਾਲੇ ਗੁਰਮੁਖ ਪਿਆਰਿਓ ਸਿੱਧ ਲੱਗੇ ਸੀ ਪੱਟਣ। ਮੇਰੇ ਸਤਿਗੁਰ ਨੇ ਪੰਜਾ ਲਾ ਕੇ ਰੋਕਤਾ, ਤਾਂ ਹੀ ਉਹਨੂੰ ਪਿੱਪਲ ਸਾਹਿਬ ਪੰਜਾ ਜੀ ਆਖਿਆ ਜਾਂਦਾ ਹੈ। ਪੰਜਾ ਜੀ ਨਾਲੇ ਬਚਨ ਹੋ ਗਿਆ, ਕਹਿੰਦੇ ਮਰਦਾਨਿਆ ਚਿੰਤਾ ਨਾ ਕਰ, ਇਹ ਤਾਂ ਸਦਾ ਰਹਿਣਾ ਹੈ। ਐਸਾ ਖੇਡ ਬਣਿਆ, ਰਾਤ ਨੂੰ ਕਹਿੰਦੇ ਮੀਂਹ ਪਿਆ, ਹਨੇਰੀ ਚੱਲੀ। ਮਰਦਾਨਾ ਕਹਿੰਦਾ ਜੀ ਮੈਨੂੰ ਤਾਂ ਠੰਡ ਲੱਗਦੀ ਹੈ। ਸਤਿਗੁਰ ਕਹਿੰਦੇ ਆ ਸਿੱਧਨਾਥ ਜੋਗੀ ਬੈਠੇ ਐ, ਇਹਨਾਂ ਕੋਲੋਂ ਅੱਗ ਲਿਆ। ਪਰ ਜਦੋਂ ਮਰਦਾਨਾ ਜੀ ਗਏ, ਸਿੱਧਾਨਾਥਾਂ ਨੇ ਜਵਾਬ ਦਿੱਤਾ, ਕਹਿੰਦੇ ਹੂੰ ਤਾਂ ਤੇਰਾ ਗੁਰੂ ਸ਼ਕਤੀਆਂ ਦਿਖਾਉਂਦਾ ਹੈ ਤੇ ਅੱਗ ਲੈਣ ਸਾਡੇ ਕੋਲ ਆਇਆ। ਅਸੀਂ ਨਹੀਂ ਅੱਗ ਦੇਣੀ, ਜਵਾਬ ਦੇਤਾ। ਮੇਰੇ ਗੁਰੂ ਨਾਨਕ ਕਹਿੰਦੇ ਕੋਈ ਗੱਲ ਨਹੀਂ ਮਰਦਾਨਿਆ, ਘਾਹ ਫੂਸ ਕਰ ਇਕੱਠਾ, ਬਾਂਸ ਲਿਆ ਕੇ ਰਗੜ ਕੇ ਅੱਗ ਬਾਲ ਲੈਵੇ। ਉਹਨੇ ਲੱਕੜਾਂ ਇਕੱਠੀਆਂ ਕੀਤੀਆਂ, ਪਰ ਗਿੱਲਾ ਸੀ ਸਾਜੋ ਸਮਾਨ, ਠੰਡ ਸੀ। ਮੇਰੇ ਸਤਿਗੁਰ ਨੇ ਖੇਡ ਵਰਤਾਤੀ, ਗੁਰਮੁਖੋ ਧੂਣੀ ਵੱਖਰੀ ਬਾਲਤੀ। ਹੁਣ ਜਦੋਂ ਦਰਬਾਰ ਸਾਹਿਬ ਜਾਓ ਨਾ ਦਰਸ਼ਨ ਕਰਨ, ਜਾਂਦਿਆਂ ਨੂੰ ਗੁਰਮੁਖ ਪਿਆਰਿਓ ਖੱਬੇ ਹੱਥੋਂ ਧੂਣਾ ਹੁਣ ਵੀ ਉਵੇਂ ਰੱਖਿਆ ਹੋਇਆ ਨਿਸ਼ਾਨੀ। ਪਰ ਉਦੋਂ ਦਰਬਾਰ ਸਾਹਿਬ ਨਹੀਂ ਸੀ, ਇਹ ਬਾਅਦ ਚ ਬਣਿਆ, ਪੱਧਰਾ ਹੀ ਸੀ ਇਲਾਕਾ। ਤੇ ਜੋਗੀਆਂ ਨੇ ਜਦੋਂ ਵੇਖਿਆ ਇਹਨਾਂ ਨੇ ਅੱਗ ਬਾਲ ਲਈ, ਡਰਾਉਣ ਦੇ ਮਾਰੇ ਹੋਰ ਮੀਂਹ ਹਨੇਰੀ ਝੱਖੜ ਆਪਣੀ ਮੀਂਹ ਹਨੇਰੀ ਕਾਰਨ ਕਹਿੰਦੇ ਸਾਰੇ ਸਿੱਧਾਨਾਥਾਂ ਦੇ ਧੂਣਿਆਂ ਦੀ ਅੱਗ ਤਾਂ ਬੁਝ ਗਈ, ਪਰ ਕੱਲਾ ਉਹ ਧੂਣੀ ਚੱਲੇ ਜਿੱਥੇ ਮੇਰੇ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਸਜੇ ਹੋਏ। ਆਖੋ ਸਤਨਾਮ। ਸਤਿ ਸ੍ਰੀ ਅਕਾਲ। ਕੱਲੀ ਉਹੀ ਧੂਣੀ ਚੱਲੇ। ਫਿਰ ਜਿਹੜੇ ਸਿੱਧਨਾਥ ਸੀ ਨਾ, ਉਹ ਅੱਗ ਮੰਗਣ ਆਏ ਵੀ ਮਹਾਰਾਜ ਸਾਡੇ ਧੂਣੇ ਗਏ ਬੁਝ, ਸਾਨੂੰ ਅੱਗ ਦੇ ਦਿਓ। ਜਿਹੜੇ ਧੂਣੇ ਹੁੰਦੇ ਸੀ ਨਾ, ਅੱਗੇ ਅੱਗ ਦਾ ਸਾਧਨ ਨਹੀਂ ਸੀ ਹੁੰਦਾ, ਤਾਂ ਹੀ ਪਾਥੀਆਂ ਬਲਦੀਆਂ ਰੱਖ ਕੇ ਉੱਤੇ ਰਾਖ ਮੋੜ ਦਿੰਦੇ ਵੀ ਅੱਗ ਬਚੀ ਰਹੇ। ਤੇ ਗੁਰਮੁਖ ਪਿਆਰਿਓ ਹੁਣ ਜਦੋਂ ਅੱਗ ਲੈਣ ਵਾਸਤੇ ਆਏ ਤਾਂ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਤੁਸੀਂ ਸਾਨੂੰ ਦੁੱਖ ਦਿੰਦੇ ਸੀ ਨਾ, ਅਸੀਂ ਆ ਅਤਿਥੀ, ਅਣਜਾਣ ਰਾਹ ਹੈ, ਅਣਜਾਣ ਇਲਾਕਾ ਹੈ, ਤੁਸੀਂ ਸਾਨੂੰ ਜਲ ਪਾਣੀ ਵੀ ਨਹੀਂ ਪੁੱਛਿਆ, ਸੇਵਾ ਤਾਂ ਕੀ ਕਰਨੀ ਸਗੋਂ ਵਿਰੋਧ ਕੀਤਾ ਹੈ। ਇਹ ਕੰਮ ਗਲਤ ਹੈ। ਤੁਸੀਂ ਸਾਡੇ ਸੇਵਕ ਨੂੰ ਅੱਗ ਨਹੀਂ ਦਿੱਤੀ, ਅੱਗ ਅਸੀਂ ਵੀ ਨਹੀਂ ਦੇਣੀ। ਕਹਿੰਦੇ ਜੀ ਜੋ ਮਰਜ਼ੀ ਕਰਾ ਲਓ, ਅੱਗ ਜ਼ਰੂਰ ਦਿਓ। ਮਹਾਰਾਜ ਕਹਿੰਦੇ ਚੰਗਾ ਐਂ ਕਰ, ਭਰਥਰਨਾਥ ਸੀਗਾ, ਉਹਨੂੰ ਕਹਿੰਦੇ ਤੇਰੇ ਕੰਨ 'ਚ ਮੁੰਦਰਾਂ ਪਾਈਆਂ, ਆਪਣੇ ਕੰਨਾਂ ਦੀਆਂ ਮੁੰਦਰਾਂ ਤੇ ਖੜਾਵਾਂ ਲਾ ਕੇ ਦੇ ਦੇ, ਫੇਰ ਅੱਗ ਮਿਲੂ। ਇੱਕ ਹੱਥ ਖੜਾਵਾਂ ਤੇ ਮੁੰਦਰਾਂ ਦੇ ਦੇ, ਦੂਜੇ ਹੱਥ ਅੱਗ ਲੈ ਲਾ। ਇਹਦਾ ਭਾਵ ਇਹ ਸੀ ਮੈਂ ਹਾਰ ਚੁੱਕਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਤੁਸੀਂ ਬਰਾਬਰੀ ਕੀਤੀ, ਅੱਗ ਮਿਲ ਜੂਗੀ। ਫਿਰ ਇੱਕ ਹੱਥ ਵਿੱਚ ਖੜਾਵਾਂ ਤੇ ਮੁੰਦਰਾਂ ਮਰਦਾਨੇ ਨੇ ਫੜੀਆਂ, ਦੂਜੇ ਹੱਥ 'ਚ ਅੱਗ ਦੇਤੀ ਗੁਰੂ। ਫਿਰ ਇੱਥੇ ਬੈਠੇ ਗੱਲਾਂ ਬਾਤਾਂ ਕਰਨ ਲੱਗੇ। ਕਹਿੰਦੇ ਜੀ ਚਲੋ ਠੀਕ ਹੈ, ਅਸੀਂ ਤੁਹਾਡੀ ਗੱਲ ਮੰਨਦੇ ਆਂ, ਪਰ ਐਂ ਦੱਸੋ ਤੁਹਾਡਾ ਗੁਰੂ ਕੌਣ ਹੈ? ਤੁਸੀਂ ਕਿਹਦੇ ਚੇਲੇ ਹੋ? ਕਿਉਂਕਿ ਇੱਥੇ
ਜਿੱਥੋਂ ਤੱਕ ਅਸੀਂ ਪੁੱਜੇ ਆ ਇੱਥੋਂ ਤੱਕ ਹਰੇਕ ਨਹੀਂ ਪੁੱਜ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਪੁੱਜਣ ਦਾ ਮਤਲਬ ਉੱਚਾ ਇਲਾਕਾ ਵੀ ਸੀ, ਬਾਕੀ ਸਿੱਧਾ ਨਾਥਾਂ ਕੋਲੇ ਵੀ ਸ਼ਕਤੀਆਂ ਸੀਗੀਆਂ। ਕਹਿੰਦੇ ਵੀ ਤੁਹਾਡੇ ਕੋਲੇ ਸ਼ਕਤੀ ਕਿੱਥੋਂ ਆ ਗਈ। ਰਾਮਕਲੀ ਰਾਗ ਦੇ ਵਿੱਚ ਗੁਰਬਾਣੀ ਵਿੱਚ ਲਿਖਿਆ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਕਹਿੰਦੇ ਦੱਸ ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਤੇਰਾ ਮੁੱਢ ਕੀ ਹੈ? ਕਵਨ ਮੂਲ, ਮੂਲ ਤੋਂ ਭਾਵ ਹੈ ਮੁੱਢ। ਕਵਨ ਮਤ ਵੇਲਾ, ਤੇਰਾ ਮਤ ਕੀ ਹੈ? ਇਸ ਵੇਲੇ ਕੀ ਚਾਹੁੰਦੇ ਹੋ ਤੁਸੀਂ? ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਕਿਹੜਾ ਤੇਰਾ ਗੁਰੂ, ਕਿਹਦਾ ਚੇਲਾ ਹੈ? ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ। ਜਦੋਂ ਇਹਨਾਂ ਨਾਥਾਂ ਜੋਗੀਆਂ ਨੇ ਕਿਹਾ ਨਾ ਕਿ ਦੱਸੋ ਸਾਨੂੰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਪਵਨ ਆਰੰਭ ਸਤਗੁਰ ਮਤ ਵੇਲਾ। ਕਹਿੰਦੇ ਮੇਰਾ ਜਿਹੜਾ ਮੂਲ ਹੈ ਨਾ, ਮੁੱਢ ਹੈ, ਮਾਤਾ ਪਿਤਾ ਦੇ ਮੇਲ ਤੋਂ ਸਰੀਰ ਬਣ ਗਿਆ, ਪਰ ਚੱਲਦਾ ਏ ਹਵਾ ਦੇ ਆਸਰੇ ਹੈ। ਪਵਨ ਮੂਲ, ਮੂਲ ਸਾਹ ਲੈਂਦੇ ਆ ਨਾ ਆਪਾਂ ਹਵਾ ਚੋਂ, ਇਹਦੇ ਕਰਕੇ ਹੀ ਹੈ। ਪਰਿਵਾਰ ਨਾਲ ਜੁੜੇ ਹੋ, ਭੱਜੇ ਫਿਰਦੇ ਆ, ਜਿੱਦੇ ਹਵਾ ਚੱਲਣੀ ਬੰਦ ਹੋ ਗਈ ਥਾਈ ਢੇਰੀ ਹੋ ਜਾਂਦੇ। ਕਹਿੰਦੇ ਮੂਲ ਹੈ ਪਵਨ। ਤੇ ਜਿਹੜੀ ਮੱਤ ਪੁੱਛਦੇ ਹੋ ਸਤਗੁਰ ਮੱਤ ਵੇਲਾ, ਸਾਡੀ ਮੱਤ ਇਹ ਹੈ ਵੀ ਸੱਚਾ ਗੁਰੂ ਮਿਲੇ ਉਹਦੇ ਆਸਰੇ ਚੱਲਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਫਿਰ ਦੱਸੋ ਤੁਹਾਡਾ ਗੁਰੂ ਕੌਣ ਹੈ? ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਨੂੰ ਗੁਰੂ ਬਣਾਇਆ ਤੇ ਸੁਰਤ ਨੂੰ ਚੇਲੀ ਬਣਾਇਆ। ਇਹੀ ਕੁਛ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤਾ। ਆਪਾਂ ਨੂੰ ਕਿਹਦੇ ਲੜ ਲਾਇਆ? ਸ਼ਬਦ ਗੁਰੂ ਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰੀ ਫਿਰ ਲੋਕ ਸਵਾਲ ਕਰਦੇ ਆ ਵੀ 10 ਸਰੀਰ ਕਾਹਤੋਂ ਧਾਰੇ? ਉਹਦਾ ਕਾਰਨ ਇਹ ਸੀ ਜੋ ਸ਼ਬਦ ਕਹਿੰਦਾ ਹੈ ਉਹਦੇ ਮੁਤਾਬਕ ਚੱਲਣਾ ਕਿਵੇਂ ਹੈ ਇਹ ਸਾਨੂੰ ਕਰਕੇ ਦਿਖਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਧਨਾਥ ਜੋਗੀਆਂ ਦੇ ਨਾਲ ਵਿਚਾਰ ਕੀਤੀ। ਕਹਿੰਦੇ ਜੀ ਦੱਸੋ ਫਿਰ ਕਿਹੜਾ ਸ਼ਬਦ ਹੈ ਜਿਹੜਾ ਤੁਸੀਂ ਦੁਨੀਆ ਨੂੰ ਵੰਡਦੇ ਹੋ? ਮਹਾਰਾਜ ਕਹਿੰਦੇ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਇਹ ਸਬਕ ਦੁਨੀਆ ਨੂੰ ਸਿਖਾਉਨੇ ਆ। ਉਹ ਸਿੱਧਨਾਥ ਜੋਗੀ ਕਹਿੰਦੇ ਜੀ ਪੱਕੀ ਗੱਲ ਹੈ? ਕਹਿੰਦੇ ਹਾਂਜੀ। ਤੁਸੀਂ ਵੰਡ ਕੇ ਛਕਦੇ ਹੋ? ਮਹਾਰਾਜ ਕਹਿੰਦੇ ਹਾਂਜੀ। ਇੱਕ ਨਾਥ ਨੇ ਕੀ ਕੀਤਾ? ਤਿਲ ਲਿਆ, ਤਿਲ ਦਾ ਦਾਣਾ ਫੜਾ ਕੇ ਸਤਿਗੁਰ ਨਾਨਕ ਨੂੰ ਕਹਿੰਦਾ ਇਹਨੂੰ ਵੰਡ ਕੇ ਦਿਖਾਓ। ਐ ਕਿਵੇਂ ਵੰਡਿਆ ਜਾ ਸਕਦਾ? ਜੇ ਹੋਵੇ ਹੀ ਥੋੜਾ ਉਹ ਕੀ ਵੰਡੂ? ਮਹਾਰਾਜ ਕਹਿੰਦੇ ਜੇ ਵੰਡਣਾ ਆਉਂਦਾ ਹੋਵੇ ਵੰਡਿਆ ਜਾਂਦਾ। ਮਰਦਾਨੇ ਨੂੰ ਕਹਿੰਦੇ ਐ ਕਰ ਕੁੰਡਾ ਘੋਟਾ ਫੜ ਇਹਨਾਂ ਤੋਂ, ਵਿੱਚ ਪਾ ਕੇ ਜਲ, ਉਹ ਤਿਲ ਰਗੜ ਕੇ ਸਾਰਿਆਂ ਨੂੰ ਪਿਲਾਤਾ। ਕਹਿੰਦੇ ਲਓ ਇਹ ਵੀ ਵੰਡ ਕੇ ਛਕ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੇਰ ਉਹ ਜਿਹੜੇ ਨਾਥ ਜੋਗੀ ਸੀ ਨਾ ਗੁਰਮੁਖੋਂ, ਉਹ ਬਾਹਰੋਂ ਵਿਖਾਵਾ ਤਾਂ ਕਰਨ ਝੁਕਣ ਦਾ, ਪਰ ਅੰਦਰੋਂ ਹਉਮੈ ਈਰਖਾ। ਉਦੋਂ ਮਰਦਾਨਾ ਜੀ ਕਹਿੰਦੇ ਮਹਾਰਾਜ ਭੁੱਖ ਲੱਗੀ ਆ, ਕੁਛ ਛਕਾਓ। ਉਹ ਕਹਿੰਦੇ ਫਿਰ ਐਂ ਕਰ ਇਹਨਾਂ ਨਾਥਾਂ ਜੋਗੀਆਂ ਕੋਲੋਂ ਦੁੱਧ ਲਿਆ, ਕਿਉਂਕਿ ਇਹ ਘਰ ਘਰ ਚੋਂ ਗਜਾ ਕਰਕੇ ਲਿਆਉਂਦੇ ਹੁੰਦੇ। ਹੁਣ ਮਹਾਰਾਜ ਆਏ ਸੀ ਨਵੇਂ ਨਵੇਂ, ਪਰ ਜਦੋਂ ਨਾਥਾਂ ਜੋਗੀਆਂ ਕੋਲੇ ਭਾਈ ਮਰਦਾਨਾ ਜੀ ਗਏ, ਉੱਥੇ ਵੀ ਪਾਸੇ ਬੈਠੇ ਸੀ। 400 ਮੀਟਰ ਉਹ ਹੈਗਾ ਗੁਰਦੁਆਰਾ ਜਿਹੜਾ ਦੁੱਧ ਵਾਲਾ ਖੂਹ ਹੈ ਗੁਰਦੁਆਰਾ। ਹੁਣ ਮਹਾਰਾਜ ਬੈਠੇ ਸੀ ਉਹ ਪਿੱਪਲ ਸਾਹਿਬ ਦੇ ਸਥਾਨ ਤੇ ਜਦੋਂ ਉਹਨਾਂ ਨਾਥਾਂ ਜੋਗੀਆਂ ਨੂੰ ਜਾ ਕੇ ਕਿਹਾ ਕਿ ਸਾਨੂੰ ਦੁੱਧ ਚਾਹੀਦਾ, ਪੀਣ ਜੋਗਾ ਦੁੱਧ ਦੇ ਦਿਓ, ਕਹਿੰਦੇ ਸਾਡੇ ਕੋਲੇ ਦੁੱਧ ਨਹੀਂ ਹੈ। ਇੰਨੀ ਸ਼ਕਤੀ ਤੇਰੇ ਗੁਰੂ ਵਿੱਚ ਤੂੰ ਕਹਿਣਾ ਤੇ ਫਿਰ ਸਾਡੇ ਕੋਲ ਕਾਹਤੋਂ ਆਇਆ? ਮਰਦਾਨਾ ਜੀ ਕਹਿੰਦੇ ਸਤਿਗੁਰ ਉਹਨਾਂ ਨੇ ਦੁੱਧ ਦੇਣ ਤੋਂ ਜਵਾਬ ਦੇਤਾ। ਮਹਾਰਾਜ ਕਹਿੰਦੇ ਚਿੰਤਾ ਨਾ ਕਰ, ਖੂਹ ਪਹਿਲਾਂ ਹੀ ਸੀ, ਜਿਹਨੂੰ ਦੁੱਧ ਵਾਲਾ ਖੂਹ ਕਹਿੰਦੇ ਹੋ ਨਾ, ਜਾ ਕੇ ਦਰਸ਼ਨ ਕਰਿਓ, ਪਹਿਲਾਂ ਹੀ ਸੀ। ਸਤਿਗੁਰ ਕਹਿੰਦੇ ਚਿੰਤਾ ਨਾ ਕਰ, ਐਸੇ ਖੂਹ ਦੇ ਵਿੱਚੋਂ ਤੁੰਬਾ ਭਰ ਲੈ, ਗੜਬਾ ਕਹਿ ਲੋ, ਤੁੰਬਾ ਕਹਿ ਲੋ, ਬਰਤਨ ਸੀਗਾ। ਜਦੋਂ ਉਹ ਮਰਦਾਨਾ ਜੀ ਨੇ ਬਚਨ ਮੰਨ ਕੇ ਭਰਿਆ ਖੂਹ ਦੇ ਵਿੱਚੋਂ, ਕਹਿੰਦੇ ਪਾਣੀ ਨਹੀਂ ਸੀ, ਉਹ ਦੁੱਧ ਦਾ ਭਰਿਆ ਹੋਇਆ।
ਸਤਿ ਸ੍ਰੀ ਅਕਾਲ। ਮਰਦਾਨੇ ਨੇ ਵੀ ਛਕਿਆ। ਸਤਿਗੁਰ ਕਹਿੰਦੇ ਇਹ ਕਿਤੇ ਭੁਲੇਖੇ ਚ ਹੀ ਨਾ ਰਹਿ ਜਾਣ, ਇਹਨਾਂ ਨੂੰ ਵੀ ਪਿਆ ਦਿਓ। ਉਹ ਫੋਟੋਆਂ ਉੱਥੇ ਲੱਗੀਆਂ, ਅੱਜ ਹੀ ਦਰਸ਼ਨ ਕਰਕੇ ਆਏ ਆ। ਵੱਡੀ ਸਾਰੀ ਬਾਲਟੀ ਫਿਰ ਮਰਦਾਨੇ ਨੇ ਭਰ ਲਈ। ਕਹਿੰਦਾ ਆਜੋ, ਤੁਸੀਂ ਤਾਂ ਦਿੰਦੇ ਸੀ ਨਾ ਜਵਾਬ, ਆਜੋ ਤੁਹਾਨੂੰ ਅਸੀਂ ਛਕਾਉਂਦੇ ਆ। ਫਿਰ ਉਹ ਦੁੱਧ ਖੂਹ ਦੇ ਵਿੱਚੋਂ ਕੱਢ ਕੇ ਸਾਰੇ ਨਾਥਾਂ ਯੋਗੀਆਂ ਨੂੰ ਤੇ ਜਿਹੜੇ ਪੰਜ ਚਾਰ ਮੇਰੇ ਵਰਗੇ ਦੇਖਣ ਵਾਲੇ ਸੀ ਉਹਨਾਂ ਨੂੰ ਵੀ ਪਿਆਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਹੁਣ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਦੁੱਧ ਵਾਲਾ ਖੂਹ। ਦੁਨੀਆ ਜਾ ਕੇ ਨਮਸਕਾਰਾਂ ਕਰਦੀ ਹੈ ਗੁਰੂ। ਇਹ ਵੀ ਕਲਾ ਮਾਲਕ ਦੀ ਦੇਖੀ। ਫਿਰ ਸਤਿਗੁਰੂ ਨਾਨਕ ਸਾਹਿਬ ਨਾਲ ਗੱਲਾਂ ਬਾਤਾਂ ਲੱਗੇ। ਕਹਿੰਦੇ ਜੀ ਸਾਨੂੰ ਵੀ ਸਮਝਾਓ, ਤੁਹਾਡੇ ਮਾਰਗ ਵਿੱਚ ਕਹੇ ਜੀ ਮਤ ਤੁਸੀਂ ਦਿੰਦੇ ਹੋ। ਸਤਿਗੁਰ ਕਹਿੰਦੇ ਤੁਹਾਡੇ ਨਾਲੋਂ ਥੋੜਾ ਜਿਹਾ ਕੰਮ ਵੱਖਰਾ ਹੈ। ਤੁਸੀਂ ਤਾਂ ਕਹਿੰਦੇ ਹੋ ਘਰ-ਬਾਰ ਛੱਡੋ, ਜੰਗਲਾਂ ਨੂੰ ਜਾਵੋ, ਗ੍ਰਸਤ ਮਾੜਾ ਹੁੰਦਾ ਤਿਆਗ ਕਰੋ। ਨਾਲੇ ਤਾਂ ਗ੍ਰਸਤੀਆਂ ਨੂੰ ਮਾੜਾ ਕਹਿੰਦੇ ਹੋ, ਨਾਲੇ ਉਹਨਾਂ ਦੇ ਘਰੇ ਮੰਗਣ ਜਾਂਦੇ ਹੋ। ਅਸੀਂ ਇਦਾਂ ਦਾ ਧਰਮ ਨਹੀਂ ਚਲਾਉਣਾ। ਸਤਿਗੁਰ ਪੂਰਾ ਭੇਟੀ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਹ ਬਚਨ ਗੁਰੂ ਅਰਜਨ ਦੇਵ ਸਾਹਿਬ ਦਾ ਯਾਦ ਰੱਖਿਓ। ਪਰ ਵਿਚਾਰ ਗੁਰੂ ਨਾਨਕ ਦੇ ਸੀ। ਪਰ ਸਿੱਧਾ ਨਾਥਾਂ ਕੋਲੇ ਪਤਾ ਕੀ ਆਖਿਆ? ਮਹਾਰਾਜ ਕਹਿੰਦੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ। ਕਹਿੰਦੇ ਸਾਡਾ ਮਾਰਗ ਤਾਂ ਆ ਹੈ ਕਿ ਦਸਾਂ ਨੋਹਾਂ ਦੀ ਕਿਰਤ ਕਰੋ, ਆਪਣੇ ਹੱਥੋਂ ਵੀ ਦਾਨ ਪੁੰਨ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਹੀਂ ਵੀ ਗ੍ਰਹਿ ਤਜ ਬਣ ਖੰਡ ਜਾਈਐ, ਚੁਣ ਖਾਈਐ ਕੰਦਾ, ਅਜਹੂ ਵਿਕਾਰ ਨਾ ਛੋੜਈ ਪਾਪੀ ਮਨ ਮੁੰਡਾ। ਨਾਲੇ ਘਰ-ਬਾਰ ਛੱਡੀ ਫਿਰਦੇ ਹੋ, ਕੰਦਮੂਲ ਖਾ ਕੇ ਗੁਜ਼ਾਰਾ ਕਰਦੇ ਹੋ, ਮਨ ਚੋਂ ਗੁੱਸਾ ਤਾਂ ਨਿਕਲੇ ਹੀ ਨਹੀਂ। ਕਹਿੰਦੇ ਦੂਜੇ ਨੂੰ ਦੇਖ ਕੇ ਤੁਸੀਂ ਜਰਦੇ ਨਹੀਂ ਹੋ। ਇਹ ਕੰਮ ਸਾਧੂਆਂ ਦਾ ਨਹੀਂ ਹੈ। ਆਖੋ ਸਤਨਾਮ। ਇਹ ਕੰਮ ਸਤਿਗੁਰ ਕਹਿੰਦੇ ਸਾਧੂਆਂ ਦਾ ਨਹੀਂ ਹੈ। ਫਿਰ ਕਹਿੰਦੇ ਜੀ ਚਲੋ ਮੰਨ ਲੈਨੇ ਆ, ਕਰਕੇ ਖਾਣਾ ਚਾਹੀਦਾ, ਵੰਡ ਕੇ ਖਾਣਾ ਚਾਹੀਦਾ। ਮਹਾਰਾਜ ਕਹਿੰਦੇ ਹਾਂ। ਕਹਿੰਦੇ ਠੀਕ ਹੈ ਜੀ, ਫਿਰ ਸਾਨੂੰ ਲੱਗੀ ਆ ਭੁੱਖ, ਤੁਸੀਂ ਕੁਛ ਖਵਾਓ। ਮੇਰੇ ਸਤਿਗੁਰ ਗੱਲਾਂ ਬਾਤਾਂ ਕਰਦੇ ਕਰਦੇ ਬੋਰਡ ਕੋਲੇ ਚਲੇ ਗਏ, ਜਿੱਥੇ ਗੁਰਦੁਆਰਾ ਭੰਡਾਰਾ ਸਾਹਿਬ ਹੈ, ਨਾਲ ਹੀ ਹੈ। ਮਹਾਰਾਜ ਕਹਿੰਦੇ ਮਰਦਾਨਿਆ, ਆ ਬੋਰਡ ਦੀ ਟਾਹਣੀ ਨੂੰ ਹਲੂਣਾ ਦੇ ਦੇ, ਪਦਾਰਥ ਡਿੱਗਣਗੇ, ਇਹਨਾਂ ਨੂੰ ਛਕਾਵਾਂਗੇ। ਮਰਦਾਨਾ ਕਹਿੰਦਾ ਸਤ ਬਚਨ ਜੀ। ਹੁਣ ਬੋਰਡ ਦੇ ਉੱਤੇ ਮਰਦਾਨਾ ਜੀ ਚੜੇ। ਜਦੋਂ ਟਾਹਣੀ ਨੂੰ ਹਿਲਾਇਆ, ਕਹਿੰਦੇ ਉੱਥੋਂ 36 ਪ੍ਰਕਾਰ ਦੇ ਪਦਾਰਥ ਡਿੱਗੇ। 36 ਪ੍ਰਕਾਰ ਦੇ ਪਦਾਰਥ ਡਿੱਗੇ ਤੇ ਉਹ ਸਾਧੂਆਂ ਨੂੰ ਛਕਾਏ, ਨਾਥਾਂ ਜੋਗੀਆਂ ਨੂੰ ਛਕਾਏ। ਉੱਥੇ ਹੁਣ ਗੁਰਦੁਆਰਾ ਭੰਡਾਰਾ ਸਾਹਿਬ ਹੈ, ਜਿੱਥੇ ਅੰਮ੍ਰਿਤ ਸੰਚਾਰ ਹੁੰਦਾ। ਗੁਰੂ ਮੱਸਿਆ ਨੂੰ, ਦੀਵਾਲੀ ਨੂੰ, ਵਿਸਾਖੀ ਨੂੰ ਅੰਮ੍ਰਿਤ ਸੰਚਾਰ ਉੱਥੇ ਹੁੰਦਾ, ਭੰਡਾਰਾ ਸਾਹਿਬ ਦੇ ਸਥਾਨ ਤੇ। ਇਹ ਵੀ ਮੇਰੇ ਸਤਿਗੁਰ ਨੇ ਖੇਡ ਵਰਤਾਈ। ਫਿਰ ਜਿਹੜੇ ਸਿੱਧ ਨਾਥ ਜੋਗੀ ਸੀ ਨਾ, ਉਹਨਾਂ ਨੇ ਕਿਹਾ ਸੀ ਸਿੱਧ ਬੋਲਣ ਸੁਭ ਬਚਨ। ਕਿ ਭਾਈ ਸਾਊਂਡ ਵਾਲਾ ਧਿਆਨ ਦੇ। ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਫਿਰ ਸਾਰੇ ਸਾਧ ਨਾਥ ਜੋਗੀ ਕਹਿੰਦੇ ਸੀ ਧੰਨ ਨਾਨਕਾ ਤੇਰੀ ਵੱਡੀ ਐ ਕਮਾਈ, ਧੰਨ ਨਾਨਕਾ ਤੇਰੀ ਵੱਡੀ ਹੈ ਕਮਾਈ। ਧੰਨ ਨਾਨਕਾ ਤੇਰੀ ਵੱਡੀ ਹੈ ਕਮਾਈ, ਧੰਨ ਨਾਨਕਾ ਤੇਰੀ ਵੱਡੀ ਹੈ ਕਮਾਈ। ਧੰਨ ਨਾਨਕਾ ਤੇਰੀ ਵੱਡੀ ਹੈ ਕਮਾਈ, ਧੰਨ ਨਾਨਕਾ ਤੇਰੀ ਵੱਡੀ ਹੈ ਕਮਾਈ। ਵੱਡੀ ਹੈ ਕਮਾਈ ਤੇਰੀ, ਵੱਡੀ ਹੈ ਕਮਾਈ, ਵੱਡੀ ਹੈ ਕਮਾਈ ਤੇਰੀ, ਵੱਡੀ ਹੈ ਕਮਾਈ। ਵੱਡੀ ਹੈ ਕਮਾਈ ਤੇਰੀ, ਵੱਡੀ ਹੈ ਕਮਾਈ, ਵੱਡੀ ਹੈ ਕਮਾਈ ਤੇਰੀ, ਵੱਡੀ ਹੈ ਕਮਾਈ। ਵੱਡੀ ਹੈ ਕਮਾਈ ਤੇਰੀ, ਵੱਡੀ
ਧੰਨ ਨਾਨਕਾ ਤੇਰੀ ਵੱਡੀ ਹੈ ਕਮਾਈ। 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 ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਕਹਿੰਦੇ ਤੇਰੀ ਕਮਾਈ ਆ ਵੱਡੀ, ਧੰਨੋ ਤੁਸੀਂ। ਪਰ ਸਾਡੀ ਇੱਕ ਬੇਨਤੀ ਹੈ। ਮਹਾਰਾਜ ਕਹਿੰਦੇ ਦੱਸੋ, ਕਹਿੰਦੇ ਜੀ ਜਿਹੜੀ ਜਗ੍ਹਾ ਤੁਸੀਂ ਆਏ ਹੋ ਇੱਥੋਂ ਤੁਸੀਂ ਚਲੇ ਜਾਓ, ਕਿਉਂਕਿ ਇਹ ਜਗ੍ਹਾ ਸਾਡੀ ਹੈ। ਗੋਰਖਨਾਥ ਦੀ ਤਪੱਸਿਆ ਕਰਕੇ ਇਸ ਜਗ੍ਹਾ ਨੂੰ ਕਹਿੰਦੇ ਲੱਗੇ ਨੇ ਭਾਗ, ਤੁਸੀਂ ਇੱਥੋਂ ਜਾਓ। ਗੁਰੂ ਨਾਨਕ ਸਾਹਿਬ ਕਹਿੰਦੇ ਧਰਤੀ ਤਾਂ ਉਸ ਵਾਹਿਗੁਰੂ ਨੇ ਬਣਾਈ ਆ ਸਾਰੀ, ਕਾਦੀ ਮੇਰ ਤੇਰ, ਹਜੇ ਵੀ ਮੇਰ ਤੇਰ ਚ ਫਸੇ ਹੋ। ਪਰ ਉਹ ਕਹਿੰਦੇ ਨਹੀਂ ਜੀ, ਕਹਿੰਦੇ ਤੁਹਾਡੇ ਕੋਲੇ ਕੀ ਸਬੂਤ ਹੈ ਵੀ ਇਹ ਗੋਰਖਨਾਥ ਦੀ ਧਰਤੀ ਹੈ, ਗੋਰਖਮਤ ਹੈ। ਸਿੱਧਨਾਥ ਕਹਿੰਦੇ ਜੀ ਆਪਾਂ ਧਰਤੀ ਤੋਂ ਪੁੱਛ ਲੈਨੇ ਆ। ਇਹਨਾਂ ਨੇ ષਡਯੰਤਰ ਰਚਿਆ, ਪਤਾ ਕੀ, ਇੱਕ ਮੁੰਡੇ ਨੂੰ ਧਰਤੀ 'ਚ ਦੱਬਤਾ ਟੋਆ ਪੱਟ ਕੇ, ਸਾਹ ਲੈਣ ਵਾਸਤੇ ਇੱਕ ਮੋਰਾ ਰੱਖਤਾ, ਉਹਨੂੰ ਸਿਖਾਤਾ ਵੀ ਜਦੋਂ ਅਸੀਂ ਪੁੱਛੀਏ ਧਰਤੀ ਇਹ ਕਿਹਦੀ ਹੈ ਤੈਂ ਆਵਾਜ਼ ਦੇਣੀ ਹੈ ਵੀ ਗੋਰਖਮੱਤਾ ਗੋਰਖਮੱਤਾ। 2 ਵਾਰੀ ਕਹਿੰਦੇ ਪੁੱਛਿਆ ਵੀ, ਕਿਉਂ ਸ਼ਰਤੇ ਸੀ ਮਹਾਰਾਜ ਨੂੰ ਕਹਿੰਦੇ ਵੀ ਧਰਤੀ ਤੋਂ ਪੁੱਛ ਲੈਨੇ ਆ, ਜੇ ਗੋਰਖਮੱਤੇ ਦੀ ਆਵਾਜ਼ ਆ ਗਈ ਤੁਸੀਂ ਮੰਨੋਗੇ? ਮਹਾਰਾਜ ਕਹਿੰਦੇ ਹਾਂ ਮੰਨਾਂਗੇ। ਪਹਿਲੀ ਵਾਰੀ ਪੁੱਛਿਆ ਧਰਤੀਏ ਹੈ ਕਿਹਦੀ, ਬੱਚਾ ਸੀਗਾ ਅੰਦਰ, ਕਹਿੰਦਾ ਗੋਰਖਮੱਤਾ। ਦੂਜੀ ਵਾਰੀ ਪੁੱਛਿਆ ਧਰਤੀਏ ਕਿਹਦੀ ਆ, ਗੋਰਖਮੱਤਾ। ਹੁਣ ਜਿੱਥੋਂ ਦੀ ਸਾਹ ਲੈਂਦਾ ਸੀ ਮੇਰੇ ਸਤਿਗੁਰ ਨੇ ਉੱਥੇ ਪੈਰ ਧਰ ਲਿਆ ਗੁਰੂ। ਤੀਜੀ ਵਾਰੀ ਜਦੋਂ ਪੁੱਛਿਆ ਧਰਤੀਏ ਤੂੰ ਕਿਹਦੀ ਐ, ਉਹ ਤਾਂ ਨਾ ਫਿਰ ਬੋਲ ਸਕਿਆ, ਅੰਦਰ ਹੀ ਹੋ ਗਿਆ ਸੁੰਨ ਮੁੰਨ। ਫਿਰ ਸਾਰੇ ਪਾਸਿਆਂ ਤੋਂ ਆਵਾਜ਼ਾਂ ਆਈਆਂ ਸੀ, ਨਾਨਕ ਮੱਤਾ ਨਾਨਕ ਮੱਤਾ ਨਾਨਕ ਮੱਤਾ ਆਖੋ ਸਤਨਾਮ। ਸਤਿ ਸ੍ਰੀ ਅਕਾਲ। ਇਹ ਤਾਂ ਨਾਨਕ ਮੱਤਾ ਏ ਧਰਤੀ ਬੋਲੇ ਧਰਤੀ ਬੋਲੇ। ਇਹ ਤਾਂ ਨਾਨਕ ਮੱਤਾ ਏ ਧਰਤੀ ਬੋਲੇ ਧਰਤੀ ਬੋਲੇ। ਨਾਨਕ ਮੱਤਾ ਏ ਧਰਤੀ ਬੋਲੇ ਧਰਤੀ ਬੋਲੇ। ਇਹ ਤਾਂ ਨਾਨਕ ਮੱਤਾ ਏ ਧਰਤੀ ਬੋਲੇ ਧਰਤੀ ਬੋਲੇ। ਨਾਨਕ ਮੱਤਾ ਏ ਧਰਤੀ ਬੋਲੇ ਧਰਤੀ ਬੋਲੇ। ਨਾਨਕ ਮੱਤਾ ਏ ਧਰਤੀ ਬੋਲੇ ਧਰਤੀ ਬੋਲੇ। ਇਹ ਤਾਂ ਨਾਨਕ ਮੱਤਾ ਏ ਧਰਤੀ ਬੋਲੇ ਧਰਤੀ ਬੋਲੇ। ਇਹ ਤਾਂ ਨਾਨਕ ਮੱਤਾ ਏ ਧਰਤੀ ਬੋਲੇ ਧਰਤੀ ਬੋਲੇ। 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 ਜਦੋਂ ਸਾਰੇ ਪਾਸਿਆਂ ਤੋਂ ਆਵਾਜ਼ਾਂ ਆਈਆਂ ਨਾਨਕ ਮੱਤਾ ਨਾਨਕ ਮੱਤਾ ਨਾਨਕ ਮੱਤਾ, ਫਿਰ ਉਹ ਨਾਥ ਜੋਗੀ ਮਾਫੀ ਮੰਗ ਗਏ, ਕਹਿੰਦੇ ਜੀ ਇਹ ਵਾਕਈ ਨਾਨਕ ਮੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਫਿਰ ਵੀ ਹਟੇ ਨਾ। ਇੱਕ ਦੋ ਨੇ ਪਤਾ ਕੀ ਕੀਤਾ, ਆਪਣੀ ਸ਼ਕਤੀ ਨਾਲ ਨਾ ਸਾਰਾ ਹੀ ਪਾਣੀ ਸੁਕਾਤਾ ਗੁਰੂ ਨੇ, ਪਾਣੀ ਸੁਕਾਤਾ। ਤੇ ਮੇਰੇ ਸਤਿਗੁਰ ਨੂੰ ਕਹਿੰਦੇ ਜੀ ਹੁਣ ਤੁਸੀਂ ਕਹਿੰਦੇ ਹੋ ਨਾਨਕ ਮੱਤਾ, ਜਿੰਨਾ ਚਿਰ ਤਾਂ ਸੀਗਾ ਗੋਰਖਮੱਤਾ, ਅਸੀਂ ਤਾਂ ਮौज ਕਰਦੇ ਸੀ। ਤੇ ਹੁਣ ਜਦੋਂ ਦੀ ਆਵਾਜ਼ ਨਾਨਕ ਮੱਤੇ ਦੀ ਆਈ ਐ, ਇਸ ਤਾਂ ਪੀਣ ਨੂੰ ਪਾਣੀ ਵੀ ਨਹੀਂ ਰਿਹਾ ਕਹਿਣਾ, ਸਾਨੂੰ ਪਾਣੀ ਪਿਲਾਓ। ਤੇ ਜਲ ਵੀ ਅਸੀਂ ਗੰਗਾ ਵਾਲਾ ਹੀ ਪੀਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਸਤਿਗੁਰ ਕਹਿੰਦੇ ਫਿਰ ਮਰਦਾਨਿਆਂ, ਜਿਹੜੇ ਇਹਨਾਂ ਦੇ ਧੂਣੇ ਨੇ ਨਾ, ਇਹ ਰਾਖ ਪਾਸੇ ਕਰਨ ਵਾਸਤੇ ਲੱਕੜ ਦੀ ਛੋਟੀ ਜੀ ਫੌੜੀ ਬਣਾਈ ਹੁੰਦੀ ਸੀ।
ਕਹਿੰਦੇ ਇਹ ਲੈ ਜਾ ਸਤ ਕਰਤਾਰ ਕਹਿ ਕੇ ਜਾ, ਕਾਮਨ ਨਦੀ ਤੇ ਦੇਵਹਾ, ਇਹ ਨਦੀ ਵਗਦੀ ਹੈ ਨਾ। ਕਹਿੰਦੇ ਉੱਥੇ ਜਾ, ਫੌੜੀ ਡਬੋ ਕੇ ਤੁਰਿਆ ਆਈ, ਪਿੱਛੇ ਨਾ ਮੁੜ ਕੇ ਵੇਖੀ। ਮਰਦਾਨਾ ਜੀ ਲੱਗੇ ਤੁਰਨ, ਨਾਥ ਜੋਗੀ ਡਰਾਉਣ। ਕਹਿੰਦੇ ਕਿਉਂ ਮਰਦਾ? ਇੱਥੇ ਸ਼ੇਰ ਚੀਤੇ ਬਘਿਆੜ ਬੜੇ ਵੱਸਦੇ ਆ, ਹੁਣ ਵੀ ਜੰਗਲ ਦਾ ਇਲਾਕਾ ਹੈ, ਤੁਹਾਨੂੰ ਪਤਾ ਹੀ ਹੈ, ਡਰ ਆਉਂਦਾ ਜਾਂਦਿਆਂ ਨੂੰ। ਕਹਿੰਦੇ ਕਿਉਂ ਜਾਣਾ? ਪਰ ਮਰਦਾਨਾ ਜੀ ਫਿਰ ਗੁਰੂ ਦਾ ਬਚਨ ਮੰਨ ਕੇ ਗਏ, ਪਹੁੰਚੇ ਨਦੀ ਦੇ ਵਿੱਚ ਨਾ ਗੁਰਮੁਖ ਪਿਆਰਿਓ, ਫੌੜੀ ਡਬੋ ਕੇ ਤੁਰੇ ਆਏ। ਤੇ ਜਦੋਂ ਨੇੜੇ ਆ ਗਏ, ਮਨ ਵਿੱਚ ਪਤਾ ਨਹੀਂ ਕੀ ਖਿਆਲ ਆਇਆ, ਸ਼ੰਕਾ ਜਾ ਹੋ ਗਿਆ। ਕਹਿੰਦੇ ਮਨਾ ਤੁਰਿਆ ਤਾਂ ਜਾਣਾ, ਵੇਖ ਤਾਂ ਲੈ। ਜਦੋਂ ਪਿੱਛੇ ਮੁੜ ਕੇ ਵੇਖਿਆ, ਪਾਣੀ ਮੰਗਰ ਮੰਗਰ ਆਉਂਦਾ ਸੀ, ਉੱਥੇ ਹੀ ਰੁਕ ਗਿਆ। ਨਾਨਕ ਮੱਤੇ ਤੋਂ 1 ਕਿਲੋਮੀਟਰ ਤੇ ਬੌਲੀ ਸਾਹਿਬ ਜਿਹਨੂੰ ਕਹਿੰਦੇ ਹੋ ਨਾ, ਬੌਲੀ ਸਾਹਿਬ, ਉੱਥੋਂ ਤੱਕ ਮਰਦਾਨਾ ਜਲ ਲੈ ਕੇ ਆਇਆ ਸੀ। ਆਖੋ ਸਤਨਾਮ ਵਾਹਿਗੁਰੂ। ਜੋਗੀ ਵੇਖਣ ਬੜੇ ਹੈਰਾਨ, ਮੂਰੇ ਮੂਰੇ ਫੌੜੀ ਖਿੱਚੀ ਆਵੇ, ਮਰਦਾਨਾ ਪਿੱਛੇ ਆਉਂਦੀ ਐ ਜੀ ਗੰਗਾ ਛੱਲਾ ਮਾਰਦੀ। ਮੂਰੇ ਮੂਰੇ ਫੌੜੀ ਖਿੱਚੀ ਆਵੇ, ਮਰਦਾਨਾ ਪਿੱਛੇ ਆਉਂਦੀ ਐ ਜੀ ਗੰਗਾ ਛੱਲਾ ਮਾਰਦੀ। ਮੂਰੇ ਮੂਰੇ ਫੌੜੀ ਖਿੱਚੀ ਆਵੇ, ਮਰਦਾਨਾ ਪਿੱਛੇ ਆਉਂਦੀ ਐ ਜੀ ਗੰਗਾ ਛੱਲਾ ਮਾਰਦੀ। ਮੂਰੇ ਮੂਰੇ ਫੌੜੀ ਖਿੱਚੀ ਆਵੇ, ਮਰਦਾਨਾ ਪਿੱਛੇ ਆਉਂਦੀ ਐ ਜੀ ਗੰਗਾ ਛੱਲਾ ਮਾਰਦੀ। ਮੂਰੇ ਮੂਰੇ ਫੌੜੀ ਖਿੱਚੀ ਆਵੇ, ਮਰਦਾਨਾ ਪਿੱਛੇ ਆਉਂਦੀ ਐ ਜੀ ਗੰਗਾ ਛੱਲਾ ਮਾਰਦੀ। ਮੂਰੇ ਮੂਰੇ ਫੌੜੀ ਖਿੱਚੀ ਆਵੇ, ਮਰਦਾਨਾ ਪਿੱਛੇ ਆਉਂਦੀ ਐ ਜੀ ਗੰਗਾ ਛੱਲਾ ਮਾਰਦੀ। ਮੂਰੇ ਮੂਰੇ ਫੌੜੀ ਖਿੱਚੀ ਆਵੇ, ਮਰਦਾਨਾ ਪਿੱਛੇ ਆਉਂਦੀ ਐ ਜੀ ਗੰਗਾ ਛੱਲਾ ਮਾਰਦੀ। ਮੂਰੇ ਮੂਰੇ ਫੌੜੀ ਖਿੱਚੀ ਆਵੇ, ਮਰਦਾਨਾ ਪਿੱਛੇ ਆਉਂਦੀ ਐ ਜੀ ਗੰਗਾ ਛੱਲਾ ਮਾਰਦੀ। ਮੂਰੇ ਮੂਰੇ ਫੌੜੀ ਖਿੱਚੀ ਆਵੇ, ਮਰਦਾਨਾ ਪਿੱਛੇ ਆਉਂਦੀ ਐ ਜੀ ਗੰਗਾ ਛੱਲਾ ਮਾਰਦੀ। ਮੂਰੇ ਮੂਰੇ ਫੌੜੀ ਖਿੱਚੀ ਆਵੇ, ਮਰਦਾਨਾ ਪਿੱਛੇ ਆਉਂਦੀ ਐ ਜੀ ਗੰਗਾ ਛੱਲਾ ਮਾਰਦੀ। ਮੂਰੇ ਮੂਰੇ ਫੌੜੀ ਖਿੱਚੀ ਆਵੇ, ਮਰਦਾਨਾ ਪਿੱਛੇ ਆਉਂਦੀ ਐ ਜੀ ਗੰਗਾ ਛੱਲਾ ਮਾਰਦੀ। ਮੂਰੇ ਮੂਰੇ ਫੌੜੀ ਖਿੱਚੀ ਆਵੇ, ਮਰਦਾਨਾ ਪਿੱਛੇ ਆਉਂਦੀ ਐ ਜੀ ਗੰਗਾ ਛੱਲਾ ਮਾਰਦੀ। ਮੂਰੇ ਮੂਰੇ ਮਰਦਾਨਾ ਜੀ, ਪਿੱਛੇ ਪਿੱਛੇ ਗੰਗਾ। ਜਦੋਂ ਪਿੱਛੇ ਮੁੜ ਕੇ ਦੇਖ ਲਿਆ, ਪਾਣੀ ਉੱਥੇ ਹੀ ਰੁਕ ਗਿਆ। ਆ ਕੇ ਫਿਰ ਮਹਾਰਾਜ ਨੂੰ ਕਹਿੰਦਾ ਜੀ ਗਲਤੀ ਹੋ ਗਈ, ਪਾਣੀ ਤਾਂ ਮੈਂ ਲੈ ਆਇਆ ਸੀ ਨੇੜੇ, ਪਰ ਪਿੱਛੇ ਮੁੜ ਕੇ ਵੇਖ ਲਿਆ, ਪਾਣੀ ਉੱਥੇ ਹੀ ਰੁਕ ਗਿਆ। ਸਤਿਗੁਰ ਕਹਿੰਦੇ ਕੋਈ ਨਹੀਂ ਮਰਦਾਨਿਆ, ਇਹਨਾਂ ਦੀ ਹਜੇ ਹਉਮੈ ਨਿਕਲੀ ਨਹੀਂ। ਫਿਰ ਇੱਥੇ ਕੱਢੀ। ਮਹਾਰਾਜ ਕਹਿੰਦੇ ਭਾਈ ਸਾਡਾ ਸੇਵਕ ਨੇੜੇ ਲਿਆਇਆ, ਐਦੂ ਗਾਹਾਂ ਤੁਹਾਡੇ 'ਚ ਹਿੰਮਤ ਹੈ ਤਾਂ ਤੋਰ ਲਓ। ਫਿਰ ਬੜੇ ਉਹਨਾਂ ਨੇ ਆਪਣੇ ਮੰਤਰ ਵਗੈਰਾ ਪੜ੍ਹੇ, ਪਰ ਜਲ ਅੱਗੇ ਨਾ ਤੁਰਿਆ। ਹੁਣ ਇੱਥੇ ਇੱਕ ਬੇਨਤੀ ਕਰਦੇ ਆ, ਮੰਤਰ ਝੂਠੇ ਨਹੀਂ ਸੀ, ਪਰ ਪੜਨ ਵਾਲਿਆਂ ਦੇ ਮਨਾਂ 'ਚ ਈਰਖਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਨੂੰ ਵੀ ਬੇਨਤੀ ਹੈ, ਮੈਂ ਵੀ ਵਿੱਚੋਂ ਹੀ ਆ, ਬਾਣੀ ਪੜ੍ਹੀਏ, ਕੀਰਤਨ ਕਰੀਏ, ਦੇਗ ਵਰਤਾਈਏ, ਲੰਗਰ ਵਰਤਾਈਏ। ਜੇ ਮੂਹਰੇ ਦੁਸ਼ਮਣ ਵੀ ਆ ਜੇ, ਫਿਰ ਇੱਥੇ ਦੁਸ਼ਮਣ ਨਹੀਂ ਜਾਣਨਾ। ਇਹ ਮਰਿਆਦਾ ਗੁਰੂ ਘਰ ਦੀ, ਇੱਥੇ ਨਹੀਂ ਦੁਸ਼ਮਣ ਜਾਣਨਾ। ਇੱਥੇ ਤਾਂ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਆ ਵਿਚਾਰ ਰੱਖਣਾ। ਹੁਣ ਪਾਣੀ ਅੱਗੇ ਨਾ ਤੁਰਿਆ। ਫਿਰ ਸਿੱਧਨਾਥ ਜੋਗੀ ਮੰਨੇ ਸੀ ਗੁਰੂ ਨਾਨਕ ਦੀ ਕਲਾ ਨੂੰ। ਕੁਛ ਤਾਂ ਗੁਰਮੁਖੋ ਫਿਰ ਤਿਆਗ ਬਰਾਗ ਛੱਡ ਕੇ ਗ੍ਰਸਤੀ ਬਣ ਗਏ। ਸੱਚਾ ਉਪਦੇਸ਼ ਮਹਾਰਾਜ ਨੇ ਇੱਥੇ ਕਿਹਾ ਸੀ, ਕਹਿੰਦੇ ਤੁਸੀਂ ਫਿਰਦੇ ਹੋ ਪਹਾੜਾਂ ਤੇ ਚੜੇ, ਜੰਗਲਾਂ 'ਚ, ਪੱਥਰਾਂ ਨੇ ਤੁਹਾਡੇ ਤੋਂ ਕੀ ਕਰੋਗੇ? ਜੇ ਸ਼ਕਤੀ ਹੈਗੀ, ਇਹਨੂੰ ਕਿਸੇ ਦੇ ਭਲੇ ਲਈ ਵਰਤੋ। ਸੰਸਾਰ ਨੂੰ ਗਿਆਨ ਵੰਡੋ, ਚੰਗੇ ਕਰਮ ਕਰੋ। ਉਦੋਂ ਤਾਂ ਚਲੇ ਗਏ, ਮਹਾਰਾਜ ਵੀ ਚਲੇ ਗਏ ਅੱਗੇ ਨੂੰ। ਸਮਾਂ ਲੰਘਦਾ ਗਿਆ ਗੁਰਮੁਖ ਪਿਆਰਿਓ। 1610 ਈਸਵੀ ਦੇ ਵਿੱਚ ਕਸ਼ਮੀਰ ਵਿੱਚ ਜਨਮ ਹੋਇਆ ਸੀ ਬਾਬਾ ਅਲਮਸਤ ਜੀ ਦਾ, ਜਿਨ੍ਹਾਂ ਨੇ ਇੱਥੇ ਬਹੁਤ ਸੇਵਾ ਕੀਤੀ। ਬਾਬਾ ਸ੍ਰੀ ਚੰਦਰ ਜੀ ਤੋਂ ਬਾਅਦ ਧੰਨ ਬਾਬਾ ਗੁਰਦਿੱਤਾ, ਦੀਨ ਦੁਨੀਨ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਛੇਵੇਂ ਪਾਤਸ਼ਾਹ ਦੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ।
ਉਹਨਾਂ ਨੇ ਸ੍ਰੀ ਚੰਦ ਜੀ ਦੀ ਝੋਲੀ ਪਾਤੇ। ਬਾਬਾ ਸ੍ਰੀ ਚੰਦ ਜੀ ਨੇ ਫਿਰ 4 ਧੂਣੇ ਪ੍ਰਗਟ ਕੀਤੇ ਸੀ। ਬਾਬਾ ਅਲਮਸਤ ਜੀ ਨੂੰ ਇੱਥੇ ਭੇਜਿਆ ਸੀ ਵੀ ਜਾ ਕੇ ਨਾਨਕ ਮੱਤੇ ਦੇ ਸਥਾਨ ਤੇ ਸੇਵਾ ਸੰਭਾਲੋ। ਬਾਬਾ ਅਲਮਸਤ ਜੀ ਦਾ ਜਨਮ ਹੋਇਆ ਸੀ ਕਸ਼ਮੀਰ ਵਿੱਚ, ਪਰ ਇੱਥੇ ਨਾਨਕ ਮੱਤੇ ਬਹੁਤ ਸੇਵਾ ਕੀਤੀ, ਨਾਮ ਜਪਦੇ, ਗੁਰਸਥਾਨ ਦੀ ਸੇਵਾ ਕਰਦੇ ਰਹੇ। ਤੇ ਇੱਕ ਵਾਰੀ ਕੀ ਹੋਇਆ, ਚਲਦੇ ਚਲਦੇ ਇਹ ਨਾਥ ਜੋਗੀ ਫੇਰ ਆ ਗਏ। ਵੈਸੇ ਬਾਬਾ ਅਲਮਸਤ ਜੀ ਦੇ 2 ਸਥਾਨ ਮੁੱਖ ਹੈ, ਇੱਕ ਤਾਂ ਇੱਥੇ ਨਾਨਕ ਮੱਤਾ ਹੈ, ਇੱਕ ਢਾਕੇ ਜਦੋਂ ਬੰਗਾਲ ਜਾਂਦੇ ਹੋ ਨਾ, ਢਾਕਾ ਵਿਖੇ ਉੱਥੇ ਵੀ ਨਾਨਕ ਮੱਤਾ ਹੈਗਾ। ਬਹੁਤ ਵੱਡੀ ਸਿਲਾ ਹੁਣ ਵੀ ਪਈ ਹੈ, ਜਿੱਥੇ ਬਾਬਾ ਅਲਮਸਤ ਜੀ ਬਹਿ ਕੇ ਤਪੱਸਿਆ ਕਰਦੇ ਹੁੰਦੇ ਸੀ। ਉਹਦਾ ਨਾਮ ਵੀ ਉਹਨਾਂ ਨੇ ਨਾਨਕ ਮੱਤਾ ਹੀ ਰੱਖਿਆ ਸੀ, ਪਰ ਸਰੀਰ ਇੱਥੇ ਹੀ ਛੱਡਿਆ। ਆ ਨਾਨਕ ਮੱਤਾ ਗੁਰਮੁਖ ਪਿਆਰਿਓ ਉੱਤਰਾਖੰਡ। ਹੁਣ ਬਾਬਾ ਅਲਮਸਤ ਜੀ ਇੱਥੇ ਕਰਦੇ ਹੁੰਦੇ ਸੇਵਾ। ਸਿੱਧਨਾਥ ਜੋਗੀ ਕਿਤੇ ਚਲਦੇ ਚਲਦੇ ਫੇਰ ਆ ਗਿਆ, ਕਹਿੰਦੇ ਆਪਣਾ ਸਥਾਨ ਸੀ, ਜਾ ਕੇ ਵੇਖੀਏ ਤਾਂ ਸਹੀ। ਜਦੋਂ ਆਏ ਬਾਬਾ ਅਲਮਸਤ ਜੀ ਸੇਵਾ ਕਰਨ, ਤੇ ਸਿੱਧਾ ਨਾਥਾਂ ਨੇ ਇਹਦੇ ਨਾਲ ਈਰਖਾ ਕੀਤੀ, ਨਾਲੇ ਤਾਂ ਕੁੱਟਿਆ ਮਾਰਿਆ। ਕਹਿੰਦੇ ਇੱਥੋਂ ਨੱਠ ਜਾਏ, ਸਾਡਾ ਸਥਾਨ ਹੈ, ਹੁਣ ਕੋਈ ਨਹੀਂ ਜਿਹੜਾ ਤੇਰੀ ਰਾਖੀ ਕਰ ਸਕੇ। ਤੇ ਨਾਲੇ ਗੁਰਮੁਖੋ ਜਿਹੜਾ ਇਹ ਪਿੱਪਲ ਹੈ ਨਾ, ਇਹਨੂੰ ਆਪਣੀ ਯੋਗ ਸ਼ਕਤੀ ਨਾਲ ਅੱਗ ਲਾ ਕੇ ਸਾੜਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਫਿਰ ਬਾਬਾ ਅਲਮਸਤ ਜੀ ਦੇ ਨੇਤਰਾਂ 'ਚ ਨੀਰ, ਤੁਰਤਾਂ ਪਏ, ਮਨ ਬੜਾ ਉਦਾਸ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦਾ ਜ਼ਿਕਰ ਹੈ, ਉਹਨਾਂ ਦੇ ਚਰਨਾਂ ਦਾ ਧਿਆਨ ਧਰਿਆ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੈਨੂੰ ਜੋ ਮਰਜ਼ੀ ਕਹਿ ਲੈਂਦੇ, ਕੋਈ ਗੱਲ ਨਹੀਂ ਸੀ ਕਰਨੀ ਫਕੀਰੀ, ਕਿਆ ਦਿਲਗੀਰੀ, ਬੋਲ ਕਬੋਲ ਵੀ ਸਹਿਣਾ, ਮੈਂ ਸਹਿ ਲੈਂਦਾ। ਪਰ ਇਹਨਾਂ ਨੇ ਗੁਰੂ ਨਾਨਕ ਦੀ ਪੁਰਾਤਨ ਯਾਦਕਾਰ ਪਿੱਪਲ ਸਾਹਿਬ ਦੀ ਬੇਅਦਬੀ ਕੀਤੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਵੀ ਜੇ ਸੇਵਾ ਕਰੋਗੇ, ਦੁਨੀਆ ਬਹੁਤ ਕੁਝ ਕਹਿੰਦੀ ਆ, ਆਪਾਂ ਤਾਂ ਸਹਿ ਲਾਂਗੇ, ਪਰ ਜੇ ਕੋਈ ਗੁਰੂ ਧਾਮਾਂ ਦੀ ਬੇਅਦਬੀ ਕਰੇ, ਉਹ ਨਹੀਂ ਸਹਿਣਾ ਚਾਹੀਦਾ। ਬਾਬਾ ਅਲਮਸਤ ਜੀ ਨੇ ਫਿਰ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਗੇ, ਸੱਚੇ ਪਾਤਸ਼ਾਹ ਤੇਰੇ ਬਾਜ ਪਿਆਰੇ ਜੀ, ਸਾਡਾ ਕੋਈ ਹੋਰ ਨਹੀਂ, ਤੇਰੇ ਬਾਜ ਪਿਆਰੇ ਜੀ, ਸਾਡਾ ਕੋਈ ਹੋਰ ਨਹੀਂ। ਬਾਜ ਪਿਆਰੇ ਜੀ, ਸਾਡਾ ਕੋਈ ਹੋਰ ਨਹੀਂ, ਤੇਰੇ ਬਾਜ ਪਿਆਰੇ ਜੀ, ਸਾਡਾ ਕੋਈ ਹੋਰ ਨਹੀਂ। ਬਾਜ ਪਿਆਰੇ ਜੀ, ਸਾਡਾ ਕੋਈ ਹੋਰ ਨਹੀਂ, ਤੇਰੇ ਬਾਜ ਪਿਆਰੇ ਜੀ, ਸਾਡਾ ਕੋਈ ਹੋਰ ਨਹੀਂ। ਤੇਰੇ ਬਾਜ ਪਿਆਰੇ ਜੀ, ਸਾਡਾ ਕੋਈ ਹੋਰ ਨਹੀਂ, ਤੇਰੇ ਬਾਜ ਪਿਆਰੇ ਜੀ, ਸਾਡਾ ਕੋਈ ਹੋਰ ਨਹੀਂ। ਬਾਜ ਪਿਆਰੇ ਜੀ, ਸਾਡਾ ਕੋਈ ਹੋਰ ਨਹੀਂ, ਬਾਜ ਪਿਆਰੇ ਜੀ, ਸਾਡਾ ਕੋਈ ਹੋਰ ਨਹੀਂ। ਬਾਜ ਪਿਆਰੇ ਜੀ, ਸਾਡਾ ਕੋਈ ਹੋਰ ਨਹੀਂ, ਬਾਜ ਪਿਆਰੇ ਜੀ, ਸਾਡਾ ਕੋਈ ਹੋਰ ਨਹੀਂ। ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਨਿਰਮਲ ਸਿੰਘ ਜੀ ਭੂਰੀ ਵਾਲੇ ਮਹਾਂਪੁਰਸ਼ ਆਏ ਨੇ, ਜਿਨ੍ਹਾਂ ਦੀ ਸਿੱਖ ਕੌਮ ਨੂੰ, ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ ਆਖਦੇ ਆ, ਕੋਟਾਨ ਕੋਟ ਵਾਰ ਧੰਨਵਾਦ। ਬੇਨਤੀ ਹੈ ਸਟੇਜ ਤੇ ਹੀ ਆ ਜਾਓ, ਜੀ ਆਇਆਂ। ਧਿਆਨ ਦੇਣਾ,
ਬਾਬਾ ਅਲਮਸਤ ਜੀ ਨੇ ਬੇਨਤੀ ਕੀਤੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫਿਰ ਸ਼ਸਤਰਧਾਰੀ ਸਿੱਖਾਂ ਨੂੰ ਲੈ ਕੇ ਆਏ ਗੁਰਮੁਖ ਪਿਆਰੇ। ਜਦੋਂ ਆਏ ਸਿੱਧੇ ਨਾਨਕ ਮੱਤਾ ਨਹੀਂ ਸੀ ਪਹੁੰਚੇ। 5 ਕਿਲੋਮੀਟਰ ਪਿੱਛੇ ਇੱਕ ਸਥਾਨ ਹੈ ਛੇਵੇਂ ਪਾਤਸ਼ਾਹ ਦਾ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਘੋੜੇ ਬੰਨੇ ਤੇ 5 ਕਿਲੋਮੀਟਰ ਗੁਰਮੁਖ ਪਿਆਰਿਓ ਨੰਗੇ ਚਰਨੀ ਆਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸ਼ਸਤਰਧਾਰੀ ਯੋਧੇ ਨਾਲ ਸੀ, ਸਿੱਖ ਸੂਰਮੇ, ਤੇ ਆ ਕੇ ਗੁਰਮੁਖ ਪਿਆਰਿਓ ਨਾਥਾਂ ਜੋਗੀਆਂ ਨੂੰ ਫਿਰ ਸੁਧਾਰਿਆ। ਨਾਥਾਂ ਜੋਗੀਆਂ ਨੂੰ ਸੁਧਾਰਿਆ। ਜਦੋਂ ਨਾਥਾਂ ਜੋਗੀਆਂ ਨੂੰ ਲੱਗਿਆ ਪਤਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆ ਗਏ, ਸ਼ਸਤਰਧਾਰੀ ਇਹਨਾਂ ਨਾਲ ਯੋਧੇ ਨੇ, ਫਿਰ ਇੱਥੋਂ ਭੱਜੇ ਗੁਰਮੁਖ ਪਿਆਰਿਓ। ਭੱਜ ਕੇ ਪਤਾ ਕਿੱਥੇ ਪਹੁੰਚੇ? ਪੀਲੀ ਭੀਤ ਰਾਜਾ ਬਾਜ ਬਹਾਦਰ ਕੋਲੇ ਚਲੇ। ਜਾ ਕੇ ਕਹਿੰਦੇ ਵੀ ਕੋਈ ਯੋਧਾ ਆਇਆ ਜਿਹਦੇ ਨਾਲ ਸ਼ਸਤਰਾਂ ਵਾਲੇ ਬੰਦੇ ਨੇ, ਉਹਨਾਂ ਨੇ ਸਾਡਾ ਅਸਥਾਨ ਦੱਬ ਕੇ ਸਾਨੂੰ ਭਜਾਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਰਾਜਾ ਬਾਜ ਬਹਾਦਰ ਆਪਣੀ ਸੈਨਾ ਲੈ ਕੇ ਆਇਆ, ਫਿਰ ਇੱਥੇ ਆਇਆ ਚੜ ਕੇ। ਪਰ ਜਦੋਂ ਬਿਜਲ ਵੱਜਦਾ ਹੋਇਆ ਸੈਨਾ ਆਈ ਵੀ ਜਾਂਦੇ ਹੀ ਖਤਮ ਕਰ ਦਿਆਂਗੇ ਸਾਰਿਆਂ ਨੂੰ, ਸੋਚ ਤਾਂ ਇਹ ਲੈ ਕੇ ਆਏ ਸੀ। ਆ ਕੇ ਕੀ ਪਤਾ ਲੱਗਿਆ, ਮੂਰੇ ਬਾਜਾਂ ਤਾਜਾਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਜਦੋਂ ਇਹਨੂੰ ਪਤਾ ਲੱਗਿਆ, ਫਿਰ ਨਾਥਾਂ ਜੋਗੀਆਂ ਨੂੰ ਕਹਿੰਦਾ, ਤੁਸੀਂ ਮੈਨੂੰ ਗਲਤ ਖਬਰ ਦਿੱਤੀ, ਜਿਹਦੇ ਨਾਲ ਲੜਨ ਵਾਸਤੇ ਤੁਸੀਂ ਮੈਨੂੰ ਪ੍ਰੇਰਿਤ ਕਰਕੇ ਲੈ ਆਏ, ਇਹਦੇ ਕਰਕੇ ਹੀ ਅਸੀਂ ਜਿਉਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਗਵਾਲੀਅਰ ਦੇ ਕਿਲੇ ਵਿੱਚ ਰਾਜਾ ਬਾਜ ਬਹਾਦਰ ਵੀ ਕੈਦ ਸੀ। 52 ਰਾਜੇ ਜਿਹੜੇ ਰਿਹਾ ਕਰਾਏ ਸਨ ਸਤਿਗੁਰੂ ਜੀ ਨੇ, ਇਹ ਰਾਜਾ ਵੀ ਮਹਾਰਾਜ ਦਾ ਪੱਲਾ ਫੜ ਕੇ ਨਿਕਲਿਆ ਸੀ। 52 ਕਲੀਆਂ ਵਾਲਾ ਚੋਲਾ, ਜ਼ਿਲ੍ਹਾ ਲੁਧਿਆਣਾ, ਕੋਢਾੜੀ ਪਿੰਡ ਪਿਆ ਗੁਰਮੁਖੋ ਹੁਣ ਵੀ। ਰਾਜਾ ਬਾਜ ਬਹਾਦਰ ਸਿੰਘ ਕਹਿਣ ਲੱਗਿਆ, ਕਹਿੰਦਾ ਮੈਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ, ਇਹਨਾਂ ਕਰਕੇ ਤਾਂ ਪ੍ਰਾਣ ਬਚੇ ਨੇ। ਨਾਥ ਜੋਗੀ ਫਿਰ ਇੱਥੋਂ ਭੱਜੇ ਗੁਰਮੁਖ। ਫਿਰ ਉਹ ਸਤਿਗੁਰੂ ਜੀ ਨੂੰ ਨਮਸਕਾਰ ਕਰਦਾ ਹੈ, ਬੇਨਤੀ ਕਰਕੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫਿਰ ਪੀਲੀ ਭੀਤ ਲੈ ਕੇ ਗਿਆ ਗੁਰੂ। ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਬਣਿਆ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਰਾਜਾ ਸ਼ਰਧਾਵਾਨ ਹੋ ਗਿਆ, ਸੇਵਾ ਕੀਤੀ ਇੱਥੇ ਵੀ ਉੱਥੇ ਵੀ। ਤੇ ਜਿਹੜਾ ਪਿੱਪਲ ਸਾਹਿਬ ਹੈ ਨਾ, ਗੁਰੂ ਨਾਨਕ ਸਾਹਿਬ ਵੇਲੇ ਦੀ ਨਿਸ਼ਾਨੀ, ਇਹਨੂੰ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਲ ਦੇ ਵਿੱਚ ਕੇਸਰ ਮਿਲਾ ਕੇ ਛਿੱਟੇ ਦਿੱਤੇ ਤਾਂ ਹਰਾ ਕੀਤਾ ਸੀ। ਇੱਕ ਵਿਸ਼ੇਸ਼ਤਾ ਹੋਰ ਸੁਣ ਲਓ, 2 ਡਾਣੇ ਜਿਆਦੇ ਫੈਲੇ ਹੋਇਆ, ਇੱਕ ਉੱਤਰ ਵੱਲ ਇੱਕ ਦੱਖਣ ਵੱਲ। ਜਿਹੜਾ ਦੱਖਣ ਵੱਲ ਹੈ ਨਾ ਡਾਣਾ, ਉਹਦੇ ਜਦੋਂ ਪੱਤੇ ਫੁੱਟਦੇ ਨੇ ਕਰੂੰਬਲਾਂ, ਉਹ ਗੁਲਾਬੀ ਰੰਗ ਦੀਆਂ ਹੁੰਦੀਆਂ ਗੁਰੂ, ਗੁਲਾਬੀ ਰੰਗ ਦੀਆਂ। ਅੱਜ ਵੀ ਅਸੀਂ ਦਰਸ਼ਨ ਕਰਨ ਗਏ, ਵੀਡੀਓ ਬਣਾਉਂਦੇ ਸੀ, ਕੁਦਰਤ ਤੋਂ ਹੀ ਨਿਗਾਹ ਪੈ ਗਈ ਤੇ ਮੈਂ ਉਹਨੂੰ ਨੇੜੇ ਕਰਕੇ ਬਣਾਇਆ, ਗੁਲਾਬੀ ਰੰਗ ਦੀਆਂ। ਤੇ ਉੱਤਰ ਵਾਲੇ ਪਾਸੇ ਆਮ ਪਿੱਪਲਾਂ ਵਾਂਗੂ ਹਰਾ। ਜਦੋਂ ਪੱਤਝੜ ਹੁੰਦੀ ਹੈ ਨਾ, ਪੱਤੇ ਝੜਦੇ ਨੇ, ਉਦੋਂ ਬਾਅਦ ਵੀ ਜਦੋਂ ਪਿੱਪਲ ਹਰਾ ਹੁੰਦਾ ਹੈ, ਦੱਖਣ ਵਾਲੀ ਸਾਈਡ ਆ ਜਿਹੜੀ, ਇਧਰ ਗੁਰਮੁਖੋ ਪੂਰਾ ਹੀ ਗੁਲਾਬੀ ਗੁਲਾਬੀ ਦਿਸਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਥੇ ਚਰਨ ਪਾਏ, ਕੇਸਰ ਦੇ ਛਿੱਟੇ ਦੇ ਕੇ ਪਿੱਪਲ ਨੂੰ ਹਰਾ ਕੀਤਾ ਸੀ। ਅੱਜ ਤੱਕ ਵੀ ਉਹ ਛਿੱਟਿਆਂ ਦੇ ਨਿਸ਼ਾਨ ਵੀ ਮੌਜੂਦ ਨੇ। ਸਤਿ ਸ੍ਰੀ ਅਕਾਲ। ਨਾਨਕ ਮੱਤਾ ਸਾਹਿਬ ਗੁਰਦੁਆਰਾ ਸਾਹਿਬ ਦੇ ਸਥਾਨ ਤੋਂ ਜਦੋਂ ਭੰਡਾਰਾ ਸਾਹਿਬ ਵੱਲ ਨੂੰ ਜਾਂਦੇ ਆ, ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਹੈ ਬਾਬਾ ਅਲਮਸਤ ਜੀ ਦੀ ਯਾਦ ਵਿੱਚ। ਉੱਥੇ ਵੀ ਗੁਰਮੁਖ ਪਿਆਰਿਓ ਬਾਬਾ ਅਲਮਸਤ ਜੀ ਦੀ ਯਾਦ ਤਾਂ ਬਣੀ ਕਿਉਂਕਿ ਬਾਬਾ ਅਲਮਸਤ ਜੀ ਇੱਥੇ ਸੇਵਾ ਕਰਦੇ ਹੁੰਦੇ। ਇੱਥੇ ਫਿਰ ਉਹਨਾਂ ਨੇ ਸਰੀਰ ਛੱਡਿਆ ਸੀ। ਪਿਆਰ ਨਾਲ
ਲਾਲ ਗੁਰੂ ਕਰਕੇ ਵੀ ਇਹਨੂੰ ਜਾਣਿਆ ਜਾਂਦਾ ਸੀ ਵੀ ਇਹ ਗੁਰੂ ਕਾ ਲਾਲ ਹੈ। ਬਾਬਾ ਅਲਮਸਤ ਜੀ ਦਾ ਵੀ ਪਾਵਨ ਸਥਾਨ ਹੈ। ਸਮਾਂ ਲੰਘਦਾ ਗਿਆ, ਇੱਥੇ ਸੀਗੇ ਨਵਾਬ ਮਹਿੰਦੀ ਅਲੀ ਖਾਨ। ਉਹਨਾਂ ਦੀ ਜਿਹੜੀ ਬੇਗਮ ਸੀ ਨਾ ਨਵਾਬ ਮਹਿੰਦੀ ਅਲੀ ਖਾਨ ਦੀ, ਉਹਦੀ ਰਿਆਸਤ ਸੀ ਇਹ ਨਾਨਕ ਮੱਤੇ ਵਾਲੀ ਸਾਰੀ। ਤੇ ਉਹਦੀ ਬੇਗਮ ਨੂੰ ਟੀਵੀ ਹੋ ਗਈ ਕਹਿੰਦੇ, ਤੇ ਉਹਨੇ ਇੱਕ ਕਿਲਾ ਬਣਾਇਆ। ਜਦੋਂ ਗੜੀ ਆਪਾਂ ਕਹਿੰਦੇ ਆ ਗੜੀ ਤਿਆਰ ਕਰਵਾਈ ਕਿਲਾ, ਉੱਥੇ ਵੈਦ ਹਕੀਮ ਰੱਖ ਕੇ ਆਪਣੀ ਬੇਗਮ ਦਾ ਇਲਾਜ ਕਰਾਉਂਦਾ ਹੁੰਦਾ ਸੀ। ਕਿਉਂਕਿ ਟੀਵੀ ਦਾ ਰੋਗ ਐਸਾ ਹੈ, ਹੁਣ ਦਾ ਤਾਂ ਜ਼ਮਾਨਾ ਬਦਲ ਗਿਆ, ਉਦੋਂ ਕਹਿੰਦੇ ਹਵਾ ਰਾਹੀਂ ਅੱਗੇ ਵੀ ਲੱਗ ਜਾਂਦਾ ਸੀ। ਆ ਜਿਹੜੀਆਂ ਅੱਗੇ ਸਮੱਗਰੀ ਧੂਫਾਂ ਕਰਦੇ ਨਾ, ਇਹਦਾ ਕਾਰਨ ਕੋਈ ਹੋਰ ਨਹੀਂ ਸੀ। ਇਹਦੇ ਵਿੱਚ ਕਈ ਜੜੀ ਬੂਟੀਆਂ ਐਸੀਆਂ ਹੁੰਦੀਆਂ ਸੀ, ਜਿੱਥੇ ਧੂਫ ਹੁੰਦੀ ਸੀ ਹਵਾ ਰਾਹੀਂ ਜਿਹੜੇ ਗਲਤ ਕੀਟਾਣੂ ਆਉਂਦੇ ਸੀ ਉਹ ਖਤਮ ਹੋ ਜਾਂਦੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤਾਂ ਕੌਮ ਨੂੰ ਹੋਇਆ ਹੀ ਪਤਾ ਨਹੀਂ ਕੀ ਆ, ਜੋਤ ਦਾ ਵੀ ਵਿਰੋਧ, ਧੂਫ ਦਾ ਵੀ ਵਿਰੋਧ। ਜਾਵਾਂਗੇ ਕਿੱਧਰ ਗੁਰਮੁਖ ਪਿਆਰਿਓ, ਜਾਵਾਂਗੇ ਕਿੱਧਰ? ਪਰ ਜਿਹੜੀ ਪ੍ਰਾਤਨ ਮਰਿਆਦਾ ਹੈ ਇਹਨੂੰ ਸੰਭਾਲੋ ਗੁਰੂ। ਭੁੱਲਦੇ ਜਾਂਦੇ ਆ ਅਸੀਂ। ਸ਼ਰਧਾ ਨੂੰ ਕਾਇਮ ਰੱਖੋ। ਨਵਾਬ ਮਹਿੰਦੀ ਅਲੀ ਖਾਨ ਦੀ ਰਿਆਸਤ ਸੀ, ਬੇਗਮ ਨੂੰ ਟੀਵੀ ਹੋਈ ਸੀ। ਉਹਨੂੰ ਕਿਤੇ ਇਲਾਜ ਕਰਾਉਂਦਿਆਂ ਦੱਸ ਪੈ ਗਈ ਬਾਬਾ ਅਲਮਸਤ ਜੀ ਦੀ। ਬਾਬਾ ਅਲਮਸਤ ਜੀ ਕੋਲੇ ਆਈ। ਬਾਬਾ ਅਲਮਸਤ ਜੀ ਨੂੰ ਕਹਿੰਦੀ, ਮਹਾਂਪੁਰਸ਼ੋ ਤੁਸੀਂ ਕਿਹਦੀ ਸੇਵਾ ਕਰਦੇ ਹੋ, ਕਿਹਨੂੰ ਯਾਦ ਕਰਦੇ ਹੋ? ਉਹ ਕਹਿੰਦੇ ਇੱਥੇ ਗੁਰੂ ਨਾਨਕ ਸਾਹਿਬ ਆਏ ਨੇ। ਗੁਰੂ ਨਾਨਕ ਦੇ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਏ ਨੇ। ਦੋ ਗੁਰੂ ਸ਼ਰੀਰ ਕਰਕੇ ਪਹਿਲਾਂ ਆਏ, ਤੇ ਜੇ ਸਿੱਖੋ ਸੱਚ ਜਾਣੋ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਮੌਜੂਦਾ ਗੁਰੂ ਆਪ ਹੀ ਸਜੇ ਹੋਏ ਐ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਬਾ ਅਲਮਸਤ ਜੀ ਕਹਿੰਦੇ ਸਾਡੇ ਗੁਰੂਆਂ ਦੀ ਸੇਵਾ ਕਰਦੇ ਆ, ਉਹਨਾਂ ਨੂੰ ਯਾਦ ਕਰਦੇ ਆ। ਉਹਨੇ ਸੁੱਖ ਲਈ ਕਹਿੰਦੀ ਇੱਕ ਤਾਂ ਮੇਰੀ ਬਿਮਾਰੀ ਹਟ ਜਾਏ, ਨਾਲੇ ਮੇਰੇ ਔਲਾਦ ਹੋ ਜੇ, ਮੈਂ ਸੇਵਾ ਕਰੂੰਗੀ। ਮਹਾਰਾਜ ਦੀ ਕਿਰਪਾ ਐਸੀ ਹੋਈ, ਕਹਿੰਦੇ ਉਹਦਾ ਰੋਗ ਵੀ ਹਟ ਗਿਆ ਤੇ ਉਹਦੇ ਪੁੱਤਰ ਵੀ ਪੈਦਾ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਟੀਵੀ ਦਾ ਰੋਗ ਵੀ ਹਟ ਗਿਆ, ਪੁੱਤਰ ਵੀ ਹੋ ਗਿਆ। ਫਿਰ ਉਸ ਨਵਾਬ ਮਹਿੰਦੀ ਅਲੀ ਖਾਨ ਨੇ ਖੁਸ਼ ਹੋ ਕੇ 4500 ਏਕੜ ਇਸ ਸਥਾਨ ਦੇ ਨਾਂ ਜ਼ਮੀਨ ਕਰਾਈ ਸੀ। 4500 ਏਕੜ। ਪਰ ਉਦੋਂ ਬਾਅਦ ਆ ਜਦੋਂ ਨਾਨਕ ਸਾਗਰ ਡੈਮ ਬਣਿਆ, 3900 ਏਕੜ ਜ਼ਮੀਨ ਤਾਂ ਆ ਗਈ ਨਾਨਕ ਸਾਗਰ ਡੈਮ ਦੇ ਵਿੱਚ, ਤੇ ਬਾਕੀ ਜਿਹੜੀ ਬਚ ਗਈ 600 ਏਕੜ ਉਹ ਹੁਣ ਗੁਰੂ ਘਰ ਦੇ ਨਾਂ ਹੈ। ਖੇਤੀਬਾੜੀ ਜਾਂ ਹੋਰ ਵਰਤੋਂ ਚ ਉਹਨਾਂ ਨੇ ਲਈ ਹੋਈ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇ ਘਰ ਵਿੱਚ ਰੌਣਕਾਂ ਲੱਗਦੀਆਂ। ਫਿਰ ਚੌਧਰੀ ਰਾਮ ਸਿਉ ਤੇ ਸਰੂਪਾਨੰਦ, ਉਹਨਾਂ ਦਾ ਇਸ ਜ਼ਮੀਨ ਤੇ ਕਬਜ਼ਾ ਸੀ, ਛੱਡਣ ਨੂੰ ਤਿਆਰ ਨਹੀਂ ਸੀ। ਫਿਰ ਵੀ ਖਾਲਸਿਆਂ ਨੇ, ਸਿੱਖਾਂ ਨੇ, ਗੁਰੂ ਕਿਆਂ ਨੇ ਜੱਦੋ ਜਹਿਦ ਕੀਤੀ, ਕੇਸ ਦਾਇਰ ਕੀਤਾ, ਤੇ ਮਾਨਯੋਗ ਜ਼ਿਲ੍ਹਾ ਜੱਜ ਕਮਾਓ ਡਿਵੀਜ਼ਨ ਨੈਨੀਤਾਲ ਨੇ ਫਿਰ 1935 ਵਿੱਚ ਆ ਕੇ ਇਹ ਜ਼ਮੀਨ ਜਾਇਦਾਦ ਗੁਰੂ ਕੇ ਸਿੱਖਾਂ ਦੇ ਹੱਕ 'ਚ ਕੀਤੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਗੁਰਸਿੱਖਾਂ ਦੇ ਹੱਥ ਪ੍ਰਬੰਧ ਹੋਇਆ। ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ, ਕਿੰਨੀਆਂ ਨਿਸ਼ਾਨੀਆਂ ਮੌਜੂਦ ਨੇ, ਬੜਾ ਸੋਹਣਾ ਸਰੋਵਰ ਬਣਿਆ, ਗੁਰੂ ਕੇ ਲੰਗਰ ਚੱਲਦੇ ਐ, ਤੇ ਬੱਚਿਆਂ ਨੂੰ ਵਿਦਿਆ ਦਾ ਪ੍ਰਬੰਧ, ਪ੍ਰਸਾਰ ਦਾ ਕਥਾ ਕੀਰਤਨ ਰੋਜ਼ ਚੱਲਦਾ। ਗੁਰੂ ਪ੍ਰਬੰਧਕ ਕਮੇਟੀ ਸੋਹਣਾ ਪ੍ਰਬੰਧ ਚਲਾ ਰਹੀ ਹੈ। ਕੱਤਕ ਦੀ ਮੱਸਿਆ ਨੂੰ, ਬੰਦੀ ਛੋੜ ਦਿਵਸ ਨੂੰ, ਦੀਵਾਲੀ ਵੇਲੇ, ਵਿਸਾਖੀ ਨੂੰ, ਮੱਸਿਆ ਨੂੰ ਬੜੇ ਜੋੜ ਮੇਲੇ ਭਰਦੇ ਆ, ਸੰਗਤਾਂ ਦੂਰ ਦੁਰਾਡੇ ਆਉਂਦੀਆਂ। ਇਸ ਤਰ੍ਹਾਂ ਗੁਰਮੁਖ ਪਿਆਰਿਓ, ਇਹ ਜਿਹੜਾ ਸਾਡਾ ਇਲਾਕਾ ਹੈ, ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ, ਰੌਣਕਾਂ ਲੱਗੀਆਂ। ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ, ਥਾਪਣ ਸੋਇਆ ਲੋਆ ਧਾਰਨਾ ਪੜਿਓ। ਫਿਰ ਆਪਾਂ ਸਮਾਪਤੀ ਕਰੀਏ। ਮੇਰਾ ਖਿਆਲ ਹੈ ਟਾਈਮ ਵੀ ਹੋ ਗਿਆ, ਹੁਣ 3 ਵੱਜ ਗਏ। ਚਲੋ ਮੈਂ ਤਾਂ ਭਾਈ ਟਾਈਮ ਕੋਲੇ ਰੱਖਦਾ ਨਹੀਂ, ਮੈਨੂੰ ਤਾਂ ਦੱਸ ਦਿਆ ਕਰੋ।
पता ही नहीं लग्या 3 वज गए कदों, टाइम मैनूं लगदा वध ही लग गया। चलो मैं माफ़ी चाहुंदा, क्योंकि गुरु का इतिहास है, जदों मन जुड़ जे फिर इत्थे महाराज तां कहंदे ना दिन रैण ना चंद ना सूरज, उत्थे तां दिन रात दा भी पता नहीं लगदा। सत्कारयोग बाबा जी बैठे ने, ना सौण दा टाइम ना छकण दा टाइम, दिन रात सेवा ही सेवा गुरमुखां दे पल्ले दा। लो महाराज दी किरपा नाल आ धारना पढ़ियो। जिथे बाबा पैर तरै, 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 जिथे बाबा पैर तरै। पूजा आसन थापन सोआ, जिथे बाबा पैर तरै, जिथे बाबा पैर तरै। आसन थापन सोआ, जिथे बाबा पैर तरै, जिथे बाबा पैर तरै। आसन थापन सोआ, जिथे बाबा पैर तरै, जिथे बाबा पैर तरै। ओहो धरती तन तन करदी है, 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 धरती तन तन करदी है। जिथे चरण गुरां ने पाए, ओ धरती तन तन करदी है, धरती तन तन करदी है। जिथे चरण गुरां ने पाए, धरती तन तन करदी है, धरती तन तन करदी है। जिथे चरण गुरां ने पाए, धरती तन तन करदी है, धरती तन तन करदी है। जिथे मेरे सतगुर दे चरण पै गए, ओ थामा पूजन योग, थामा नूं भाग लागे। अज कौन है? बाणी गुरु, गुरु है बाणी। वाहो वाहो बाणी निरंकार है, गुर जैसा नाही को देव। ये बाणी नूं हिरदे च वसा लो। आ जिहड़ी शरीर रूपी धरती है, ये भी पूजन योग हो जू। आखो सतनाम। लो लास्ट धारना सारे बोलियो, महाराज मूरे अरदास करो सच्चे पातशाह। रब्बा फिर भी मिले लख वारी, ऐसा समा सत संग दा। रब्बा फिर भी मिले लख वारी, ऐसा समा सत संग दा। फिर भी मिले लख वारी, ऐसा समा सत संग दा। रब्बा फिर भी मिले लख वारी, ऐसा समा सत संग दा। फिर भी मिले लख वारी, ऐसा समा सत संग दा। फिर भी मिले लख वारी, ऐसा समा सत संग दा। रब्बा फिर भी मिले लख वारी, ऐसा समा सत संग दा। रब्बा फिर भी मिले लख वारी, ऐसा समा सत संग दा। पी मिले लख वारी, ऐसा समा सत संग दा। रब्बा फिर भी मिले लख वारी, ऐसा समा सत संग दा। धन सो वेला जित दर्शन करना, हों बलिहारी सतगुर चरना। जी के दाते प्रीतम प्रभ मेरे, मन जीवै हर नाम च तेरे। लो इन्नी की बेनती प्रवान कर लियो। आई हुई सारी संगत दा बहुत बहुत धन्यवाद करदे आ। सारी संगत ने बड़े प्रेम अदब सत्कार नाल बैठ के गुर इतिहास दा आनंद माणिया। आप जी दा कोटान कोटवार धन्यवाद करदे आ। गुरुद्वारा साहब दे हैड ग्रंथी साहब भाई अनूप सिंह जी,
ਜਿਹੜੇ ਬੜੇ ਪਿਆਰ ਅਦਬ ਸਤਿਕਾਰ ਨਾਲ ਸੰਗਤ ਨੂੰ ਜੋੜ ਕੇ ਬੜੀ ਸੋਹਣੀ ਤਿਆਰੀ ਗੁਰੂ ਸਾਹਿਬ ਦੇ ਸਿੰਘਾਸਣ ਦੀ ਇਹਨਾਂ ਨੇ ਕੀਤੀ। ਸ਼ਰਧਾ ਵਾਲੇ ਪਿਆਰ ਵਾਲੇ ਹਨ, ਇਹਨਾਂ ਦਾ ਵੀ ਧੰਨਵਾਦ। ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗਿਆਨ ਸਿੰਘ ਜੀ, ਸੈਕਟਰੀ ਲਖਵੀਰ ਸਿੰਘ ਜੀ, ਸੇਵਾਦਾਰ ਜਿੰਨੇ ਵੀ ਨੇ, ਭਾਈ ਸਰਬਜੀਤ ਸਿੰਘ ਜੀ, ਦਲਜੀਤ ਸਿੰਘ ਹੋਣੀ, ਪਾਲ ਸਿੰਘ, ਲਖਵਿੰਦਰ ਸਿੰਘ, ਸਤਵੰਤ ਸਿੰਘ, ਮੰਗਲ ਸਿੰਘ, ਦਲਵੀਰ ਸਿੰਘ, ਲਖਵਿੰਦਰ ਸਿੰਘ, ਮਹਿੰਦਰ ਸਿੰਘ, ਮੇਜਰ ਸਿੰਘ ਹੋਣੀ, ਇਹਨਾਂ ਦੇ ਨਾਲ ਭਾਈ ਗੁਰਬਖਸ਼ ਸਿੰਘ, ਭਾਈ ਇਕਬਾਲ ਸਿੰਘ ਜੀ ਤੇ ਹੋਰ ਸਾਰੇ ਜਿੰਨੇ ਵੀ ਸੇਵਾ ਨਿਭਾਈ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਇੱਥੇ ਪੰਜਾਬ ਤੋਂ ਬਠਿੰਡੇ ਜ਼ਿਲ੍ਹੇ ਚੋਂ ਬੁਲਾ ਕੇ ਆ ਰੱਬ ਵਰਗੀ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਦਿੱਤਾ ਹੈ। ਸਾਰੇ ਸੇਵਾਦਾਰਾਂ ਦੀ ਮਾਲਕ ਸੇਵਾ ਲੇਖੇ ਵਿੱਚ ਲਾਵੇ ਤੇ ਜਿਸ ਆਸ ਮਨੋਰਥ ਨੂੰ ਰੱਖ ਕੇ ਸਮਾਗਮ ਉਲੀਕੇ, ਗੁਰਮਤਿ ਦਾ ਗਿਆਨ, ਗੁਰੂ ਘਰ ਦੀਆਂ ਵਿਚਾਰਾਂ ਜੋ ਆਪਾਂ ਸਾਂਝੀਆਂ ਕੀਤੀਆਂ, ਤੁਹਾਡੇ ਵੀ ਤੇ ਸਾਡੇ ਵੀ ਇਹ ਹਿਰਦੇ ਵਿੱਚ ਵਸ ਜਾਣ। ਦਿਨ ਦਿਹਾੜੇ ਮਨਾਏ ਤਾਂ ਫਾਇਦਾ, ਕੱਲ ਨੂੰ ਜਦੋਂ ਕੋਈ ਪੁੱਛੇ ਨਾ ਵੀ ਤੂੰ ਅੰਮ੍ਰਿਤ ਛਕਿਆ ਹੈ ਜਾਂ ਝੂਠ ਬੋਲਣਾ ਛੱਡਿਆ, ਨਸ਼ਾ ਛੱਡਿਆ, ਇਹ ਕਿਵੇਂ ਬਣੀ ਗੱਲ, ਉਦੋਂ ਦੱਸੋ ਵੀ ਆਹ ਪ੍ਰੋਗਰਾਮ ਹੋਇਆ ਸੀ, ਇੱਥੇ ਆ ਬਚਨ ਸੁਣੇ, ਜਾਂ ਫਲਾਣੇ ਬਾਬਾ ਜੀ ਦੀ ਮੈਂ ਸੰਗਤ ਕੀਤੀ, ਮੇਰੇ ਤੇ ਕਿਰਪਾ ਤਾਂ ਹੋਈ, ਉਦੋਂ ਦੱਸਣ ਦਾ ਆਨੰਦ ਆਉਂਦਾ ਗੁਰੂ। ਇਹਦਾ ਰਿਜ਼ਲਟ ਮਿਲੇ। ਬੱਚੇ ਤੁਹਾਡੇ ਪੜ੍ਹਦੇ ਨੇ, ਜੇ ਰਿਜ਼ਲਟ ਨਾ ਆਵੇ ਫਿਰ ਆਪਾਂ ਵੀ ਦੁਖੀ ਹੁੰਨੇ ਆ ਨਾ। ਇਸੇ ਤਰ੍ਹਾਂ ਭਾਈ ਜੁੜਿਓ, ਆਪ ਵੀ ਹੋਰਨਾਂ ਨੂੰ ਵੀ ਜੋੜੋ, ਵੱਧ ਤੋਂ ਵੱਧ ਬਾਣੀ ਪੜੋ, ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਸਿੰਘ ਸਜੋ। ਜਿੱਥੇ ਕਿਤੇ ਵੀ ਸੇਵਾ ਦਾ ਮੌਕਾ ਮਿਲ ਜੇ ਜ਼ਰੂਰ ਵੱਧ ਚੜ ਕੇ ਕਰਨੀ ਚਾਹੀਦੀ ਹੈ। ਇਸੇ ਵਿੱਚ ਹੀ ਸਤਿਗੁਰ ਦੇ ਘਰ ਦੀ ਆਪਾਂ ਨੂੰ ਖੁਸ਼ੀ ਮਿਲਣੀ ਹੈ। ਸਾਰੀਆਂ ਸੰਗਤਾਂ ਦਾ ਕੋਟਾਨ ਕੋਟਵਾਰ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਕੋਟਾਨ ਕੋਟਵਾਰ ਧੰਨਵਾਦ, ਜਿਨ੍ਹਾਂ ਨੇ ਕਿਰਪਾ ਕੀਤੀ, ਇਹਨਾਂ ਦੀ ਰਹਿਮਤ ਨਾਲ ਹੀ ਆ ਪ੍ਰੋਗਰਾਮ ਹੋਇਆ। ਤੇ ਸਤਿਕਾਰਯੋਗ ਬਾਬਾ ਨਿਰਮਲ ਸਿੰਘ ਜੀ ਕਾਰ ਸੇਵਾ ਵਾਲੇ, ਭੂਰੀ ਵਾਲੇ ਮਹਾਂਪੁਰਖ ਆਏ, ਉਹਨਾਂ ਨੂੰ ਵੀ ਜੀ ਆਇਆਂ ਨੂੰ ਸਤਿਗੁਰ ਮਿਹਰ ਕਰੇ। ਜਿੰਨੀ ਵੀ ਸੰਗਤ ਨੇ ਹਾਜ਼ਰੀ ਭਰੀ ਹੈ, ਸਾਰਿਆਂ ਦੀ ਸੇਵਾ ਮਾਲਕ ਲੇਖੇ ਚ ਲਾਵੇ, ਦਿਨ ਦੁੱਗਣਾ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ। ਸਾਡੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਪਣਾ ਇਹ ਪ੍ਰੋਗਰਾਮ ਸਾਰਾ ਭਾਈ YouTube ਤੇ ਹੁੰਦਾ, ਕਿਉਂਕਿ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ। ਇੱਥੇ ਵੀ ਸੇਵਾਦਾਰਾਂ ਨੇ YouTube ਤੇ ਹੀ ਪ੍ਰੋਗਰਾਮ ਸੁਣਿਆ ਸੀ, ਸੋ ਸਾਨੂੰ ਸੱਦਾ ਭੇਜਿਆ, ਮਾਲਕ ਨੇ ਸੇਵਾ ਲਈ ਹੈ। ਨਿਰਵਿਘਨਤਾ ਸਹਿਤ 2 ਦਿਨ ਦੇ ਸਮਾਗਮ ਆਪਣੇ ਸੰਪੂਰਨ ਹੋਏ। ਆਓ ਹੁਣ ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਉਪਰੰਤ ਸੰਤ ਮਹਾਂਪੁਰਸ਼ ਜਿਨ੍ਹਾਂ ਦਾ ਨਾਮ ਲਿਆ ਰਸਨਾ ਪਵਿੱਤਰ ਹੁੰਦੀ ਹੈ, ਤੇ ਬਾਬਾ ਜਸਵਿੰਦਰ ਸਿੰਘ ਜੀ ਜੋ ਪੰਜਾਬ ਬਠਿੰਡੇ ਤੋਂ ਜਥੇ ਸਮੇਤ ਪਹੁੰਚੇ ਹੋਏ ਹਨ। ਗੁਰੂ ਦੀ ਪਿਆਰੀ ਸਾਧ ਸੰਗਤ ਜੀਓ, ਇਹ ਬੇਨਤੀਆਂ ਤਾਂ ਕਰਨੀਆਂ ਹਨ ਕਿ ਜਿਹੜਾ ਗੁਰੂ ਦਾ ਸਿੱਖ ਗੁਰੂ ਦੇ ਨਾਲ ਜੁੜਿਆ ਹੈ ਨਾ, ਉਹਦੀਆਂ ਨਿਸ਼ਾਨੀਆਂ ਤੋਂ ਪਤਾ ਲੱਗਦਾ ਹੈ ਕਿ ਇਹ ਗੁਰੂ ਵਾਲਾ ਹੈ ਤੇ ਗੁਰੂ ਦੇ ਨਾਲ ਜੁੜਿਆ ਹੈ। ਜਦੋਂ ਬਾਬਾ ਜੀ ਨੂੰ ਬੇਨਤੀ ਕੀਤੀ YouTube ਤੋਂ ਸੁਣ ਕੇ ਦੀਵਾਨ, ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ, ਬਾਬਾ ਜੀ ਨੇ ਪਹਿਲੇ ਦਿਨ ਹੀ ਇਹਨਾਂ ਦਾ ਬਚਨ ਸੀ ਕਿ ਕੋਈ ਨਹੀਂ ਗੁਰੂ ਦੇ ਪਿਆਰਿਓ, ਇਹ ਤੁਹਾਡੇ ਦੀਵਾਨ ਅਸੀਂ ਜ਼ਰੂਰ ਕਰਾਂਗੇ। ਤਰੀਕ ਰੱਖੀ ਗਈ, ਬਾਬਾ ਜੀ ਨੂੰ ਫੋਨ ਕੀਤਾ, ਇਹਨਾਂ ਫਿਰ ਵੀ ਆਖਿਆ ਇਹ ਤਰੀਕ ਠੀਕ ਹੈ 17-18। ਇਹ ਨਿਸ਼ਾਨੀਆਂ ਹੁੰਦੀਆਂ ਨੇ ਗੁਰੂ ਦੇ ਪਿਆਰਿਆਂ ਦੀਆਂ, ਗੁਰੂ ਦੇ ਨਾਲ ਜੁੜਿਆ ਹੋਇਆਂ ਦੀਆਂ। ਤੇ ਬਚਨ ਵੀ ਇਹਨਾਂ ਦੇ ਅਨਮੋਲ ਇੰਨੇ ਤੁਲਵੇਂ ਹੈ ਕਿ ਜਦੋਂ ਵੀ ਸੁਣਾਉਂਦੇ ਹਨ ਮਨ ਨੂੰ ਸ਼ਾਂਤੀ ਆ ਜਾਂਦੀ ਹੈ। ਇਹਨਾਂ ਦਾ ਸਾਰੇ ਹੀ ਜਥੇ ਦਾ, ਸਾਰੀਆਂ ਸੰਗਤਾਂ ਵੱਲੋਂ ਤੇ ਸੁੰਦਰਪੁਰ ਦੀ ਸੰਗਤ ਵੱਲੋਂ, ਕਮੇਟੀ ਵੱਲੋਂ, ਦਾਸ ਵੱਲੋਂ ਜੀ ਆਇਆਂ ਨੂੰ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਤਨ ਹੈ